2019 'ਚ 1,32,000 ਸਟੂਡੈਂਟਸ ਆਏ ਸੀ ਇੰਡੀਆ ਤੋਂ ਕੈਨੇਡਾ ਇੰਟਰਨੈਸ਼ਨਲ ਸਟੱਡੀਜ਼ ਲਈ ਐਂਡ ਇਹ ਫਿਗਰ 2020 'ਚ ਕੋਵਿਡ ਕਰਕੇ ਕਾਫੀ ਡਿੱਗੀ ਲੇਕਿਨ ਐਜ਼ ਆਫ ਦਸੰਬਰ 31 2021 2,17,000 ਬੱਚੇ ਆਏ ਸੀ ਇੰਡੀਆ ਤੋਂ ਕੈਨੇਡਾ ਫॉर ਸਟੱਡੀਜ਼ ਐਂਡ ਇੱਦਾਂ ਹੀ ਕਾਫੀ ਕੰਟਰੀਜ਼ ਜਾਂਦੇ ਆ US ਆਸਟ੍ਰੇਲੀਆ ਇੰਗਲੈਂਡ ਟੂ ਪਰਸਿਊ देयर ਫਰਦਰ ਸਟੱਡੀਜ਼। ਅੱਜ ਦੇ ਪੋਡਕਾਸਟ 'ਚ ਅਸੀਂ ਗੱਲ ਕਰਾਂਗੇ ਕਿ what's happening around this international student community। ਮੇਰੇ ਨਾਲ ਹੈਗੇ ਅੱਜ ਕੁਨਾਲ ਖੀਵਾ। ਕੁਨਾਲ ਬਟਾਲਾ ਤੋਂ ਬਿਲੋਂਗ ਕਰਦੇ ਪੰਜਾਬ 'ਚ ਐਂਡ ਉਹ US 'ਚ ਸੈਨ ਹੋਸੇ ਸਟੇਟ ਯੂਨੀਵਰਸਿਟੀ 'ਚ ਸੌਫਟਵੇਅਰ ਇੰਜੀਨੀਅਰਿੰਗ ਦਾ ਪ੍ਰੋਗਰਾਮ ਲੈ ਕੇ ਆਏ ਆ ਐਂਡ 4 ਸਾਲ ਹੋ ਗਏ ਕੁਨਾਲ, ਰਾਈਟ? ਹਾਂਜੀ 4 ਸਾਲ ਹੋ ਗਏ ਕੁਨਾਲ ਨੂੰ ਆਇਆ। ਮੇਰੇ ਬਾਰੇ ਤੁਹਾਨੂੰ ਮੈਂ ਦੱਸਦਾ, ਮੈਨੂੰ 6 ਸਾਲ ਹੋ ਗਏ ਕੈਨੇਡਾ ਰਹਿੰਦਿਆਂ। ਮੈਂ ਇੱਥੇ ਇੰਜੀਨੀਅਰਿੰਗ ਦਾ ਪ੍ਰੋਗਰਾਮ ਲੈ ਕੇ ਆਇਆ ਸੀ, ਡਿਪਲੋਮਾ, ਐਡਵਾਂਸ ਡਿਪਲੋਮਾ, ਐਂਡ ਮੈਨੂੰ ਮੇਰੀ PR ਲੱਗ ਚੁੱਕੀ ਹੈ ਇਸ ਵੇਲੇ। ਸੋ ਅੱਜ ਮੈਂ ਕੁਨਾਲ ਮੇਰੇ ਨਾਲ ਅਸੀਂ ਗੱਲ ਕਰਾਂਗੇ ਕਿ ਵਾਟਸ ਹੈਪਨਿੰਗ ਅਰਾਊਂਡ ਦ ਇੰਟਰਨੈਸ਼ਨਲ ਸਟੂਡੈਂਟ ਕਮਿਊਨਿਟੀ। ਕਿਹੜੀ ਚੀਜ਼ਾਂ 'ਚ ਅਸੀਂ ਲੈਕ ਕਰਦੇ ਹਾਂ, ਕਿਹੜੀ ਚੀਜ਼ਾਂ 'ਚ ਅਸੀਂ ਪਿੱਛੇ ਰਹਿ ਜਾਂਦੇ ਹਾਂ, ਕੀ ਮਾਈਂਡਸੈਟ ਲੈ ਕੇ ਆਉਂਦੇ ਹਾਂ, ਕੀ ਮਾਈਂਡਸੈਟ ਲੈ ਕੇ ਆਉਣਾ ਚਾਹੀਦਾ ਵਾ, ਕੀ ਚੀਜ਼ਾਂ ਲੈਕ ਕਰਦੀਆਂ ਵਾ, ਅਤੇ ਇਹ ਇਕੁਏਸ਼ਨ ਅੱਜ ਦੀ ਤਰੀਕ 'ਚ ਸਟੈਂਡ ਕਿੱਥੇ ਕਰਦੀ ਆ। ਸ਼ੁੱਡ ਯੂ ਸਟੇ ਇਨ ਇੰਡੀਆ ਜਾਂ ਤੁਹਾਨੂੰ ਪਰਸਿਊ ਕਰਨ ਲਈ ਬਾਹਰ ਆਉਣਾ ਚਾਹੀਦਾ, ਇਹਦੇ ਪ੍ਰੋਜ਼ ਐਂਡ ਕੌਨਸ ਕੀ ਆ, ਬਿਕੋਜ਼ ਅੱਜ ਸਿਚੁਏਸ਼ਨ ਕਾਫੀ ਬਦਲ ਚੁੱਕੀ ਆ। ਸੋ ਰਾਈਟ ਆਫ ਦ ਬੈਟ ਕੁਨਾਲ, ਵੈਲਕਮ ਟੂ ਦ ਪੋਡਕਾਸਟ। ਪਹਿਲਾ ਸਵਾਲ ਮੈਂ ਤੁਹਾਨੂੰ ਇਹੋ ਕਰੂੰਗਾ ਕਿ ਹਾਊਜ਼ ਦ ਸਿਚੁਏਸ਼ਨ ਜਿੱਥੇ ਤੁਸੀਂ ਰਹਿੰਦੇ ਜੇ ਸੈਨ ਹੋਸੇ 'ਚ US 'ਚ। ਮੈਨੂੰ ਉੱਥੋਂ ਦਾ ਕੁਛ ਨਹੀਂ ਪਤਾ। ਕੈਨੇਡਾ ਕਾਫੀ ਪੋਪੂਲਰ ਆ ਇੰਡੀਅਨ ਕਮਿਊਨਿਟੀ 'ਚ, ਪੰਜਾਬੀ ਕਮਿਊਨਿਟੀ 'ਚ, ਹਾਂਜੀ ਬਟ ਉੱਥੋਂ ਇੰਟਰਨੈਸ਼ਨਲ ਸਟੂਡੈਂਟ ਕਿੰਨਾ ਕੁ ਕਰੇਜ਼ ਹੈ ਉੱਥੇ, ਕਿੰਨੇ ਕੁ ਬੱਚੇ ਆਉਂਦੇ ਨੇ, ਜਾਂ ਇਟਸ ਸਟਿਲ ਔਨ ਦ ਰਾਈਜ਼ ਕਿ ਜਾਂ ਕਾਫੀ ਬੱਚੇ ਆ ਚੁੱਕੇ ਨੇ? ਸੋ ਆਪਣੇ ਵੀ ਇੱਥੇ ਬੜਾ ਕਰੇਜ਼ ਤੇ ਬੜਾ ਵਾ ਇੰਟਰਨੈਸ਼ਨਲ ਸਟੂਡੈਂਟਸ ਦਾ। ਆਉਂਦੇ ਵੀ ਨੇ ਬੜੇ, ਬਟ ਮੋਸਟਲੀ ਜਿਹੜੇ ਆ ਉਹ ਸਾਊਥ ਇੰਡੀਅਨਸ ਨੇ, ਤੇ ਉਹ ਇੰਜੀਨੀਅਰਿੰਗ ਪ੍ਰੋਗਰਾਮਸ ਲੈ ਕੇ ਆਉਂਦੇ ਨੇ ਜ਼ਿਆਦਾ, ਕਿ ਮਤਲਬ ਸਟੱਡੀ ਕਰਨ ਹੀ ਆਉਂਦੇ ਨੇ, ਕਿ ਸਟੱਡੀ ਕੰਟੀਨਿਊ ਕਰਨ ਲਈ। ਡਿਪਲੋਮਾਸ ਵਗੈਰਾ ਲਈ ਬਹੁਤ ਹੀ ਇੱਥੇ ਵੈਸੇ ਐਡਮਿਸ਼ਨ ਤੇ ਮਿਲਦਾ ਨਹੀਂ, ਵੀਜ਼ਾ ਹੀ ਨਹੀਂ ਅਪਰੂਵ ਹੁੰਦਾ ਪਹਿਲੀ ਗੱਲ, ਕਿਉਂਕਿ ਇੰਟਰਵਿਊ ਦਾ ਇੱਕ ਪ੍ਰੋਸੈਸ ਹੈ, ਇੱਕ ਵਧੀਆ ਯੂਨੀਵਰਸਿਟੀ 'ਚ ਤੇ ਵਧੀਆ ਡਿਗਰੀ ਲੈ ਕੇ ਆਉਣਾ ਪੈਂਦਾ। ਸੋ ਮੋਸਟਲੀ ਯੂਨੀਵਰਸਿਟੀਜ਼ ਦੇ ਵਿੱਚ ਆਪਾਂ ਵੇਖੀ ਤੇ ਜਿਹੜੇ ਉਹ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਉਹ ਸਾਊਥ ਇੰਡੀਅਨ ਹੀ ਹੁੰਦੇ ਆ, ਜ਼ਿਆਦਾ ਹੈਦਰਾਬਾਦ ਤੋਂ ਜਾਂ ਇੱਧਰੋਂ ਤਾਮਿਲਨਾਡੂ ਵਾਲੇ ਹੋ ਗਏ, ਤੇ ਜਾਂ ਇੱਧਰ ਆਪਣੇ ਜਿਹੜੇ ਮਲਿਆਲਮ ਲੋਕ ਹੁੰਦੇ ਨੇ ਉਹ ਵਾਲੇ। ਸੋ ਆਪਣਾ ਵੀ ਜਦੋਂ ਅਸੀਂ ਆਉਣ ਲੱਗੇ ਹਾਂ, ਸਭ ਤੋਂ ਪਹਿਲੇ ਅਸੀਂ ਕੈਨੇਡਾ ਦਾ ਸੋਚਿਆ ਸੀ, US ਦਾ ਨਹੀਂ ਸੋਚਿਆ, ਕਿਉਂਕਿ ਉਦੋਂ ਬੜਾ ਇੱਕ ਹਊਆ ਜਿਹਾ ਬਣੇਦਾ ਸੀ ਕਿ USA ਦਾ ਵੀਜ਼ਾ ਨਹੀਂ ਲੱਗਦਾ। ਬਟ ਇਹ ਬੜਾ ਇੱਕ ਆਮ ਪ੍ਰੋਸੈਸ ਹੀ, ਵੀਜ਼ਾ ਵੀ ਲੱਗ ਜਾਂਦਾ, ਸਾਰਾ ਕੁਝ ਅੱਗੋਂ ਸਟੱਡੀਜ਼ ਦਾ ਵੀ ਹੋ ਜਾਂਦਾ। ਮੈਂ ਖੁਦ ਆਪਣਾ ਮੇਜਰ ਜਿਹੜਾ ਉਹ ਕੁਝ ਹੋਰ ਲੈ ਕੇ ਆਇਆ ਸੀ, ਤੇ ਬਾਅਦ 'ਚ ਮੈਨੂੰ ਚੇਂਜ ਕਰਨਾ ਪਿਆ ਸੀ ਕਿ ਇੱਥੋਂ ਦੀ ਇੰਡਸਟਰੀ ਦੇ ਅਕੋਰਡਿੰਗ ਜੋ ਡਿਮਾਂਡ ਆ ਉੱਥੋਂ ਦੀ ਅੱਜ। ਜੋ ਡਿਮਾਂਡ ਆ, ਕਿਉਂਕਿ ਇੰਡੀਆ ਸਾਨੂੰ ਭਰਿਆ ਗਿਆ ਹੈ ਕਿ ਨੋਨ ਮੈਡੀਕਲ ਕੀਤੀ ਸੀ। ਸੋ ਉੱਥੇ ਭਰਿਆ ਗਿਆ ਹੈ ਕਿ ਨੋਨ ਮੈਡੀਕਲ ਹੀ ਆਪਾਂ ਕੀਤੀ ਹੈ, ਤੇ ਅੱਗੋਂ ਉਹੀ ਕੰਟੀਨਿਊ ਕਰ ਸਕਦੇ ਹਾਂ। ਤੇ ਮੈਂ ਇੱਥੇ ਵੀ ਫਿਜ਼ਿਕਸ ਹੀ ਲੈ ਕੇ ਆਇਆ, ਕਿਉਂਕਿ ਮੇਰਾ ਨੋਨ ਮੈਡੀਕਲ ਦੇ ਵਿੱਚ ਫਿਜ਼ਿਕਸ 'ਚ ਇੰਟਰਸਟ ਸੀ। ਬਟ ਜਦੋਂ ਮੈਂ ਇੱਥੇ ਆ ਕੇ ਇੰਡਸਟਰੀ ਵੇਖੀ, ਡਿਮਾਂਡ ਵੇਖੀ ਕਿ ਫਿਜ਼ਿਕਸ ਦੇ ਵਿੱਚ ਮੇਰੀ, ਉਹ ਵੀ ਮੈਂ ਕੰਟੀਨਿਊ ਕਰ ਸਕਦਾ ਸੀ, ਬਟ ਮੈਂ ਨਾਲ ਮੈਂ ਕਿਹਾ ਕੁਝ ਹੋਰ ਵੀ ਪੜ੍ਹਦਾ। ਮੈਂ ਜਦੋਂ ਪ੍ਰੋਗਰਾਮਿੰਗ ਦਾ ਪੜ੍ਹਿਆ, ਗਾਂ ਨਾਲ ਚੱਲਦਿਆ ਗਿਆ, ਤੇ ਪ੍ਰੋਗਰਾਮਿੰਗ ਜ਼ਿਆਦਾ ਵਧੀਆ ਲੱਗਣ ਲੱਗ ਪਈ, ਤੇ ਪਤਾ ਚੱਲਿਆ ਕਿ ਫਿਊਚਰ ਵੀ ਇਹਦੇ ਤੇ ਬੇਸਡ ਹੈ ਸਾਰਾ ਹੁਣ। ਕਿ ਅੱਗੋਂ ਗਾਂ ਜਿਵੇਂ ਹੁਣ ਚੈਟ GPT ਤੁਸੀਂ ਵੇਖਿਆ ਹੁਣ, ਸੁਣਿਆ ਹੋਣਾ, ਨਵਾਂ ਸੌਫਟਵੇਅਰ ਆਇਆ ਜਿੱਤੇ ਕੁਛ ਵੀ ਟਾਈਪ ਕਰ ਲਓ ਤੇ ਅੱਗੋਂ ਤੁਹਾਨੂੰ ਉਹ ਰਿਜ਼ਲਟ ਦੇ ਦਿੰਦਾ। ਕਹਿੰਦੇ ਗੂਗਲ ਤੋਂ ਵੀ ਵਧੀਆ ਚੱਲਦਾ ਪਿਆ ਉਹ ਸੌਫਟਵੇਅਰ। ਚੈਟ GPT। ਹੁਣ ਹੁਣ ਉਹ ਹਾਂਜੀ, ਹੁਣ ਉਹ ਫਿਊਚਰ ਹੀ ਉਹਦੇ ਤੇ ਆ ਸਾਰਾ ਕੁਝ, ਉਹਨਾਂ ਚੀਜ਼ਾਂ ਤੇ। ਸੋ ਉਹਨਾਂ ਚੀਜ਼ਾਂ ਨੂੰ ਅਸੀਂ ਜੇ ਲਰਨ ਕਰਾਂਗੇ ਤੇ ਉਹਨਾਂ ਚੀਜ਼ਾਂ ਤੋਂ ਹੀ ਅਸੀਂ ਅੱਗੇ ਕੁਝ ਸਿੱਖ ਪਾਵਾਂਗੇ। ਹੁਣ ਫਿਜ਼ਿਕਸ, ਜੇ ਉਹ ਮੈਨੂੰ ਫਿਜ਼ਿਕਸ ਦਾ ਆਨਸਰ ਮਿੰਟੋ ਮਿੰਟ ਦੇ ਦੂਗਾ ਚੈਟ GPT, ਤੇ ਮੈਨੂੰ ਫਿਜ਼ਿਕਸ ਪੜ੍ਹਨ ਦੀ ਕੀ ਲੋੜ? ਉਹ ਤੇ ਕੁਨਾਲ, ਮੇਰਾ ਤੁਹਾਨੂੰ ਅਗਲਾ ਸਵਾਲ ਅਸੀਂ ਇਹ ਡਿਸਕਸ ਕਰਾਂਗੇ ਕਿ ਕਿਹੜੀ ਇੱਕ ਚੀਜ਼ ਤੁਸੀਂ ਵੇਖੀ ਆ, ਤੁਹਾਨੂੰ 3-4 ਸਾਲ ਹੋ ਗਏ ਆ, ਮੈਨੂੰ 6 ਸਾਲ ਹੋ ਗਏ ਆ, ਕਾਫੀ ਸਟੂਡੈਂਟਸ ਤੁਸੀਂ ਨਵੇਂ ਵੀ ਆਏ ਵੇਖੇ ਹੋਣੇ ਆ ਜਿਨ੍ਹਾਂ ਨੇ ਹੁਣੇ ਜਰਨੀ ਸਟਾਰਟ ਕੀਤੀ ਆ, ਕਾਫੀ ਸਟੂਡੈਂਟਸ ਨੂੰ ਤੁਸੀਂ ਮਿਲੇ ਹੋਣੇ ਜਿਨ੍ਹਾਂ ਨੇ ਹਾਂਜੀ ਪਹਿਲਾਂ ਤੁਹਾਡੇ ਤੋਂ ਜਰਨੀ ਸਟਾਰਟ ਕੀਤੀ ਸੀ, ਅੱਜ ਉਹ ਆਪਣਾ ਕਰੀਅਰ ਲਾਂਚ ਕਰ ਚੁੱਕੇ ਆ। ਅਤੇ ਕਿਹੜੀ ਇੱਕ ਹਾਂਜੀ ਕੁਝ ਕੁਆਲਿਟੀਜ਼ ਤੁਸੀਂ ਦੇਖਦੇ ਜੇ ਜਿਹੜੀ ਲਾਈਕ ਲੈਕ ਕਰਦੀ ਆ ਸਟੂਡੈਂਟਸ ਜਿਹੜੇ ਪੰਜਾਬੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ, ਇੰਡੀਅਨ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ, ਜਿਹੜੇ ਛੋਟੀ ਉਮਰ 'ਚ ਆ ਜਾਂਦੇ 19-20 ਸਾਲਾਂ 'ਚ, ਉਹਨਾਂ 'ਚ ਕਿਹੜੀ ਇੱਕ ਕੁਆਲਿਟੀ ਇਹੋ ਜਿਹੀਆਂ ਕੁਝ ਕੁਆਲਿਟੀਜ਼ ਜਿਹੜੀਆਂ ਲੈਕ ਕਰਦੀਆਂ ਵਾ? ਸਭ ਤੋਂ ਪਹਿਲੀ ਕੁਆਲਿਟੀ ਤੇ ਇਹ ਹੈ ਕਿ ਅਸੀਂ ਪੈਸੇ ਲਵਾ ਕੇ ਆਈਦੇ ਖੁੱਲੇ, ਹੈ ਨਾ, ਘਰਦਿਆਂ ਦੇ, ਤੇ ਬਾਅਦ 'ਚੋਂ ਅਸੀਂ ਸਟੱਡੀ ਵੱਲ ਇੰਟਰਸਟ ਘੱਟ, ਉਹ ਪੈਸੇ ਤਾਰਨ ਵੱਲ ਇੰਟਰਸਟ ਸਾਡਾ ਪਹਿਲੇ ਚੱਲ ਜਾਂਦਾ ਹੈ। ਤੇ ਇਹਦੇ 'ਚ ਮੈਨੂੰ ਮੇਰੇ ਪਾਪਾ ਦੀ ਕੋਟ ਇੱਕ ਯਾਦ ਆਈਂਦੀ। ਉਹ ਮੈਨੂੰ ਹਮੇਸ਼ਾ ਇਸ ਤਰ੍ਹਾਂ, ਮੈਨੂੰ ਵੀ ਇਹ ਹੁੰਦਾ ਵਾ ਕਿ ਮੈਂ ਪੈਸੇ ਫਟਾਫਟ ਕਮਾਵਾਂ, ਬਟ ਪਾਪਾ ਮੈਨੂੰ ਹਮੇਸ਼ਾ ਕਹਿ ਦਿੰਦੇ ਆ, ਕਹਿੰਦੇ ਪੈਸਾ ਕਮਾਉਣ ਨੂੰ ਤੇ ਤੇਰੀ ਸਾਰੀ ਉਮਰ ਪਈ ਹੈ, ਹਜੇ ਤੂੰ ਆਪਣੀ ਸਟੱਡੀਜ਼ 'ਤੇ ਕੰਸਨਟਰੇਟ ਕਰ। ਸੋ ਅਸੀਂ ਜਦੋਂ ਜਿੰਨਾ ਸਟੱਡੀ 'ਤੇ ਵੀ ਫੋਕਸ ਕਰਨਾ ਵਾ, ਪੈਸੇ ਦੀ ਅਫਕੋਰਸ ਪੈਸੇ ਦੀ ਤਾਂ ਬਿਲਕੁਲ ਲੋੜ ਹੁੰਦੀ ਹੈ,
ਬਟ ਜਦੋਂ ਸਟੱਡੀ ਪੂਰੀ ਹੋ ਗਈ ਆਪਣੇ ਆਪ ਨੂੰ ਉਦੋਂ ਅਸੀਂ ਜੇਕਰ ਮਿੱਥੀਏ ਕਿ ਅਸੀਂ ਸਟੱਡੀ ਤੋਂ ਬਾਅਦ ਪੈਸਾ ਜਿਹੜਾ ਕਮਾਉਣਾ ਵਾ ਉਹ ਅਸਲ 'ਚ ਫੀਸਾਂ ਮਤਲਬ ਘਰਦਿਆਂ ਦੇ ਲੋਨ ਤਾਰਨ ਨੂੰ ਉਹ ਚੀਜ਼ਾਂ ਉਦੋਂ ਰੱਖੀਏ। ਹਾਂ ਮੈਨੂੰ ਪਤਾ ਕਈਆਂ ਦੀ ਮਜਬੂਰੀ ਵੀ ਹੁੰਦੀ ਹੈ, ਬਟ ਜੇਕਰ ਅਸੀਂ ਪੈਸੇ ਦਾ ਹੀ ਸੋਚੀ ਜਾਵਾਂਗੇ ਨਾਲ ਨਾਲ ਪੜ੍ਹਾਈ ਦੇ, ਤੇ ਪੜ੍ਹਾਈ ਵੀ ਨਹੀਂ ਹੋਣੀ ਤੇ ਫਿਰ ਪੈਸੇ ਵੀ ਨਹੀਂ ਕਮਾਏ ਜਾਂਦੇ ਇੰਨੇ ਵਧੀਆ। ਐਂਡ ਤੁਹਾਡੀ ਗੱਲ 'ਚ ਹੀ ਮੈਂ ਐਡ ਕਰੂੰਗਾ ਕਿ ਆਈ ਥਿੰਕ ਜਿਹੜਾ ਮੈਂਟੈਲਿਟੀ ਆ ਉੱਥੋਂ ਦੇ ਸਟੂਡੈਂਟਸ ਦੀ, ਜਦੋਂ ਮੈਂ ਵੀ ਉੱਥੇ ਸਟੂਡੈਂਟ ਹੀ ਹਾਂ, ਜਦੋਂ ਮੈਂ ਵੀ ਆਉਣਾ ਸੀ, ਆਈ ਥਿੰਕ ਉਹ ਮੈਂਟੈਲਿਟੀ ਇੰਨੀ ਮੈਚਿਓਰ ਹੁੰਦੀ ਨਹੀਂ ਆ ਕਿ ਦੁਨੀਆ ਕਿੱਦਾਂ ਚੱਲਦੀ ਆ। ਬਿਕੋਜ਼ ਸ਼ੁਰੂ ਤੋਂ ਹੀ ਚਾਈਲਡਹੁੱਡ ਤੋਂ ਹੀ ਸਾਡੀ ਮਾਈਂਡ ਸੈਟ ਇਹ ਬਣਾਇਆ ਹੁੰਦਾ ਕਿ ਸਾਨੂੰ ਹੱਥ ਫੜ ਕੇ ਸਕੂਲ ਪਾਤਾ, ਸਕੂਲ ਕਰ ਲਿਆ ਚੰਗੀ ਤਰੀਕੇ ਨਾਲ। ਕਿਸੇ ਨੇ ਕਿਹਾ ਫਲਾਣਾ ਕਾਲਜ ਲੈ ਲਓ, ਕਾਲਜ ਲੈ ਲਿਆ। ਕਿਸੇ ਨੇ ਕਿਹਾ ਬਾਹਰ ਚੱਲ ਜਾਓ, ਅਤੇ ਅਸੀਂ ਕਿਹਾ ਠੀਕ ਹੈ ਬਾਹਰ ਚੱਲ ਜਾਂਦੇ। ਅਸੀਂ ਕਦੀ ਉਹ ਇੰਡੀਪੈਂਡੈਂਟਲੀ ਡਿਸੀਜਨ ਲਿੱਤਾ ਹੀ ਨਹੀਂ ਹੁੰਦਾ ਕਿ ਕੀ ਕਰਨਾ ਹੀ ਆਪਣੀ ਜ਼ਿੰਦਗੀ 'ਚ ਜਾਂ ਕੀ ਕਰਨਾ ਆਪਣੇ ਆਪ ਲਈ। ਸੋ ਜਦੋਂ ਉਹ ਟਾਈਮ ਆਉਂਦਾ ਕਿ ਹੁਣ ਕਾਲਜ ਵੀ ਹੋ ਗਿਆ, ਹੁਣ ਕੀ ਕਰਨਾ ਵਾ, ਅਤੇ ਰਿਸ਼ਤੇਦਾਰਾਂ ਕੋਲ ਲੈ ਗਏ, ਘਰਦਿਆਂ ਨੇ ਕਿਸੇ ਨੂੰ ਮਿਲਾਤਾ, ਨੇਬਰਸ ਨੂੰ ਜਾਂ ਫਿਰ ਦੋਸਤਾਂ ਨੂੰ, ਅਤੇ ਉਹ ਕਹਿੰਦੇ ਬਾਹਰ ਚੱਲ ਜਾਓ, ਅਤੇ ਅਸੀਂ ਬਾਹਰ ਆ ਗਏ। ਓਨੈਸਟਲੀ ਮੈਂ ਆਪਣੇ ਬਾਰੇ ਦੱਸਾਂ ਤਾਂ ਮੈਨੂੰ ਕੋਈ ਕਲੈਰਿਟੀ ਨਹੀਂ ਸੀ ਕਿ ਬਾਹਰ ਕੀ ਹੁੰਦਾ ਵਾ। ਬਸ ਮੈਨੂੰ ਇੰਨਾ ਪਤਾ ਸੀ ਕਿਸੇ ਨੇ ਕਿਹਾ ਵਾ ਕਿ ਬਾਹਰ ਜਾਣਾ ਹੁਣ, ਅਤੇ ਮੈਂ ਹੁਣ ਬਾਹਰ ਜਾਣਾ ਵਾ। ਉਹ ਕੋਈ ਮੇਰਾ ਮਾਂ ਪਿਓ ਵੀ ਹੋ ਸਕਦਾ, ਮੇਰਾ ਰਿਸ਼ਤੇਦਾਰ, ਮੇਰਾ ਦੋਸਤ ਵੀ, ਜਿੱਦਾਂ ਕਿ ਪਹਿਲਾਂ ਹੁੰਦਾ ਆ ਚਾਈਲਡਹੁੱਡ 'ਚ ਕਿਸੇ ਨੇ ਕਿਹਾ ਕਿ ਬਸ ਹੁਣ ਆਹ ਕਰ ਲਓ, ਉਹ ਕਰ ਲਓ, ਅਤੇ ਅਸੀਂ ਉਹੀ ਕਰੀ ਗਏ। ਅਤੇ ਉਹ ਮੈਂਟੈਲਿਟੀ ਕਦੀ ਮੈਚਿਓਰ ਹੋਈ ਨਹੀਂ ਅੰਟਿਲ ਐਂਡ ਅਨਲੈਸ ਜਦੋਂ ਇੱਥੇ ਆ ਕੇ ਅਸੀਂ ਆਪ ਡਿਸੀਜਨਸ ਲੈਣਾ ਨਹੀਂ ਸ਼ੁਰੂ ਕਰਦੇ, ਅਤੇ ਆਪ ਡਿੱਗਣਾ ਨਹੀਂ ਸ਼ੁਰੂ ਕਰਦੇ, ਆਪ ਫੇਲ ਹੋਣਾ ਨਹੀਂ ਸ਼ੁਰੂ ਕਰਦੇ, ਟਰਾਈ ਕਰਨਾ ਨਹੀਂ ਸ਼ੁਰੂ ਕਰਦੇ। ਉਹ ਕਹਿੰਦੇ ਨਾ ਕਿ 10th ਕਰ ਲਾ ਤੇਰੀ ਮੌਜ ਹੀ ਮੌਜ ਆ, ਫਿਰ ਕਹਿੰਦੇ 12th ਕਰ ਲਾ ਤੇਰੀ ਮੌਜ ਹੀ ਮੌਜ ਆ, ਫਿਰ ਕਹਿੰਦੇ ਬਾਹਰ ਚੱਲ ਜਾ ਤੇਰੀ ਮੌਜ ਹੀ ਮੌਜ ਆ। ਉਸ ਤੋਂ ਪਹਿਲੇ ਆਇਲਸ ਕਰ ਲਾ ਮੌਜ ਹੀ ਮੌਜ ਆ, ਤੇ ਬਾਹਰ ਆ ਕੇ ਪਤਾ ਚੱਲਦਾ ਕਿ ਹੁਣ ਇੱਥੇ ਤੇ ਪੱਕਾ ਵੀ ਹੋਣਾ ਪੈਣਾ ਵਾ ਮੌਜ ਤੇ ਫਿਰ ਹੋਣੀ। ਐਂਡ ਇਹ ਕਿਸੇ ਨੂੰ ਬਲੇਮ ਕਰਨ ਲਈ ਵੀ ਨਹੀਂ ਕਿ ਅਸੀਂ ਕਹੀਏ ਕਿ ਮੈਂ ਆਪਣੇ ਮਾਂ ਪਿਓ ਨੂੰ ਬਲੇਮ ਕਰਾਂ, ਬਿਕੋਜ਼ ਉਹਨਾਂ ਨੂੰ ਜਿੰਨੀ ਨੌਲੇਜ ਸੀ ਉਹਨਾਂ ਦੀ ਨੌਲੇਜ ਦੇ ਹਿਸਾਬ ਨਾਲ ਉਹਨਾਂ ਨੇ ਬੈਸਟ ਕੀਤਾ, ਰਾਈਟ। ਬਟ ਹੁਣ ਜਦੋਂ ਸਾਨੂੰ ਮੈਚੋਰਿਟੀ ਆ ਜਾਂਦੀ ਹੈ, ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੁਣ ਉਹ ਗਲਤੀਆਂ ਰਿਪੀਟ ਨਾ ਕਰੀਏ। ਸੋ ਇਹ ਮੈਨੂੰ ਲੱਗਦਾ ਮੈਂਟੈਲਿਟੀ ਜਿਹੜਾ ਮਾਈਂਡ ਸੈਟ ਹੈ ਨਾ, ਇਹ ਸਾਡਾ ਚਾਈਲਡਹੁੱਡ ਤੋਂ ਹੀ ਸੈੱਟ ਹੋਇਆ ਹੁੰਦਾ। ਉਹ ਬੱਚੇ ਨੂੰ ਵੀ ਨਹੀਂ ਬਲੇਮ ਕਰ ਸਕਦੇ ਜਿਹੜਾ ਇਸ ਵੇਲੇ ਪੰਜਾਬ 'ਚ ਬੈਠਾ ਵਾ ਜਾਂ ਇੰਡੀਆ 'ਚ ਬੈਠਾ, ਜਿਹੜਾ ਸੋਚ ਰਿਹਾ ਕਿ ਮੈਂ ਬਾਹਰ ਜਾਣਾ ਵਾ। ਉਹ ਟਰਾਈ ਵੀ ਨਹੀਂ ਕਰਨ ਨੂੰ ਤਿਆਰ ਇੰਡੀਆ 'ਚ, ਬਿਕੋਜ਼ ਉਹਦੇ ਮਨ 'ਚ ਪਾ ਦਿੱਤਾ ਗਿਆ ਕਿ ਅਗਲਾ ਸਟੈਪ ਹੀ ਆ ਇਹੋ ਕਿ ਬਾਹਰ ਜਾਣਾ ਵਾ, ਆਇਲਸ ਕਰਨੀ ਆ। ਬਿਲਕੁਲ ਬਿਲਕੁਲ। ਅਸਲ 'ਚ ਬੰਦਾ ਹੁੰਦਾ ਵੀ ਆਪਣਾ ਨਾ ਐਵਰੇਜ ਜਿਹੜਾ ਉਹ 5 ਬੰਦਿਆਂ ਦੇ ਨਾਲ ਜਿਹੜਾ ਟਾਈਮ ਸਪੈਂਡ ਜ਼ਿਆਦਾ ਕਰਦਾ, ਉਹਨਾਂ ਦੀ ਐਵਰੇਜ ਹੀ ਹੁੰਦਾ ਬੰਦਾ ਲਗਭਗ। ਅਤੇ ਮੈਂ ਤਾਂਹੀਓ ਜ਼ਿਆਦਾਤਰ ਆਪਣੀ ਵੀਡੀਓਜ਼ 'ਚ ਵੀ ਕਹਿੰਦਾ ਕਿ ਬੁੱਕਸ ਸਾਨੂੰ ਤਾਂ ਪੜ੍ਹਨੀਆਂ ਚਾਹੀਦੀਆਂ ਕਿ ਅਸੀਂ ਆਪਣੇ ਆਪ ਨਾਲ ਟਾਈਮ ਸਪੈਂਡ ਕਰ ਸਕੀਏ, ਇੱਕ ਸਿਆਣੇ ਬੰਦੇ ਨਾਲ ਟਾਈਮ ਸਪੈਂਡ ਕਰ ਸਕੀਏ। ਬੁੱਕਸ ਦੇ ਵਿੱਚੋਂ ਸਾਨੂੰ ਉਹ ਨੌਲੇਜ ਮਿਲੇਗੀ ਜਿਹੜੇ ਸਾਡੇ ਆਲੇ ਦੁਆਲੇ ਵਾਲੇ ਦੋਸਤ ਮਿੱਤਰ, ਮਾਂ ਪਿਓ ਜਾਂ ਸਾਡੇ ਟੀਚਰਸ ਵਗੈਰਾ ਨਹੀਂ ਦੇ ਸਕਣਗੇ, ਕਿਉਂਕਿ ਉਹਨਾਂ ਦਾ ਆਲਰੇਡੀ ਉਹੀ ਤੁਹਾਡੀ ਗੱਲ ਬਿਲਕੁਲ ਸਹੀ ਹੈ, ਆਲਰੇਡੀ ਇੱਕ ਮਾਈਂਡ ਸੈਟਅਪ ਹੋ ਗਿਆ ਵਾ ਕਿ ਇਸ ਤੋਂ ਬਾਅਦ ਇਹ ਕਰਨਾ ਵਾ, ਬਾਹਰ ਜਾਣਾ ਵਾ। ਇਹ ਪ੍ਰੋਸੈਸ, ਇਹ ਸਟੈਪ ਅੱਗੇ ਉਹਨਾਂ ਨੇ ਰੈਡੀ ਰੱਖੇ ਦਾ ਸਾਡੇ ਲਈ। ਸਾਨੂੰ ਦੂਸਰੀਆਂ ਚੀਜ਼ਾਂ ਐਕਸਪਲੋਰ ਨਹੀਂ ਕਰਨ ਦੇਣੀਆਂ ਕਿ ਇੱਕ ਪ੍ਰੈਸ਼ਰਾਈਜ਼ ਕਰਕੇ ਅਗਲਾ ਸਟੈਪ। ਇਸ ਤੋਂ ਵਧੀਆ ਇਹ ਚੀਜ਼ ਹੋਏਗੀ ਕਿ ਅਸੀਂ ਉਹਨਾਂ ਨਾਲ ਵੀ ਚਲੋ ਟਾਈਮ ਸਪੈਂਡ ਕਰੀਏ, ਬਟ ਬੁੱਕਸ ਵੀ ਪੜ੍ਹੀਏ। ਬੁੱਕਸ ਨਾਲ ਇਹ ਹੋਊਗਾ ਕਿ ਅਸੀਂ ਆਪਣੇ ਆਪ ਨਾਲ ਟਾਈਮ ਸਪੈਂਡ ਕਰਕੇ ਤੇ ਆਪਣੇ ਬਿਹਾਵ ਤੇ ਬੁੱਕ ਨਾਲੋਂ ਨੌਲੇਜ ਲੈ ਕੇ ਡਿਸੀਜਨ ਲੈ ਸਕਦੇ ਹਾਂ। ਐਂਡ ਬਿਫੋਰ ਆਈ ਸੇ ਸਮਥਿੰਗ, ਕੁਨਾਲ ਆਲਮੋਸਟ ਐਵਰੀ ਡੇ ਆਈ ਥਿੰਕ ਬੁੱਕਸ ਦੇ ਅਰਾਊਂਡ ਵੀਡੀਓਜ਼ ਪਾਉਂਦਾ ਵਾ। ਕੋਈ ਵੀ ਬੁੱਕ ਹੋਵੇ, ਉਹਨੇ ਜੋ ਵੀ ਸਿੱਖਿਆ ਕੁਨਾਲ ਨੇ। ਸੋ ਫੀਲ ਫਰੀ ਟੂ ਫੋਲੋ ਹਿਮ ਔਨ ਟਿਕਟੋਕ ਐਂਡ ਇੰਸਟਾਗ੍ਰਾਮ। ਮੈਂ ਖੁਦ ਫੋਲੋ ਕਰਦਾ ਐਂਡ ਲੋਟ ਆਫ ਨੌਲੇਜ, ਮਤਲਬ ਵੇਸਟ ਨਹੀਂ ਜਾਊਗਾ ਤੁਹਾਡਾ ਟਾਈਮ ਜੇ ਤੁਸੀਂ ਸਿੱਖੋਗੇ ਨਹੀਂ, ਬਟ ਵੇਸਟ ਵੀ ਨਹੀਂ ਜਾਊਗਾ ਟਾਈਮ। ਬਟ ਇਸੇ ਪੁਆਇੰਟ 'ਤੇ ਮੈਂ ਅੱਗੇ ਕੰਟੀਨਿਊ ਕਰੂੰਗਾ ਕੁਨਾਲ, ਕਿ ਤੁਸੀਂ ਵੀ ਇਹੋ ਮਾਈਂਡ ਸੈਟ 'ਚੋਂ ਗੁਜ਼ਰੇ ਸੀ ਜਦੋਂ ਤੁਸੀਂ ਉੱਥੇ ਸੀ ਕਿ ਬਸ ਬਾਹਰ ਦੀ ਕੋਈ ਕਲੈਰਿਟੀ ਨਹੀਂ, ਬਸ ਬਾਹਰ ਜਾਣਾ ਵਾ, ਕੁਛ ਪਤਾ ਹੀ ਨਹੀਂ ਆ ਪੋਜ਼ੀਟਿਵ ਨੈਗੇਟਿਵ, ਬਸ ਬਾਹਰ ਜਾਣਾ ਵਾ, ਇਹੋ ਹੀ ਸਟੈਪ ਆ। 12th ਤੱਕ ਤੇ ਸਾਨੂੰ ਕੁਛ ਨਹੀਂ ਪਤਾ। ਮੈਂ ਤੇ ਮੇਰੇ ਪਾਪਾ ਅਸੀਂ ਸੋਚਿਆ ਸੀ ਕਿ ਅਸੀਂ ਉੱਥੇ ਮੈਂ ਸਟੱਡੀ ਕੰਟੀਨਿਊ ਕਰਨੀ ਆਪਣੀ, ਬਟ ਮੇਰੇ ਮੋਮ, ਸਿਸਟਰ ਅਤੇ ਬ੍ਰਦਰ ਕਰਕੇ ਮੈਨੂੰ ਫਿਰ ਉਹਨਾਂ ਨੇ ਬੜਾ ਕਿਹਾ ਕਿ ਬਾਹਰ ਜਾ, ਸਾਰੇ ਜਾਣ ਡੇ ਆ, ਤੂੰ ਵੀ ਜਾ। ਅਤੇ ਮੈਂ ਕਿਹਾ, ਫਿਰ ਉਹਨਾਂ ਨੇ ਮੈਨੂੰ ਥੋੜ੍ਹਾ ਕਿਹਾ ਕਿ ਹਾਂ ਉੱਥੇ ਤੇਰਾ ਇਸ ਤਰ੍ਹਾਂ ਵਾ, ਉਸ ਤਰ੍ਹਾਂ ਵਾ। ਮੈਨੂੰ ਉਦੋਂ ਆਈਫੋਨ ਦਾ ਬੜਾ ਚਾਅ ਹੁੰਦਾ ਸੀ, ਕਹਿੰਦੇ ਉੱਥੇ ਜਾ ਕੇ ਜਿਹੜਾ ਮਰਜ਼ੀ ਲੈਂਦਾ ਰਹੀ। ਅਤੇ ਉਦੋਂ ਮੈਨੂੰ ਲਾਲਚ ਜਿਹਾ ਆ ਗਿਆ, ਫਿਰ ਮੈਂ ਵੀ ਆਇਲਸ ਵਗੈਰਾ ਕੀਤੀ ਅਤੇ ਫਿਰ ਇੱਧਰ ਅਪਲਾਈ ਕੀਤਾ। ਉਂਝ ਕਿ ਪਰਸਨਲੀ ਮੇਰੀ ਚੋਇਸ ਸੀ ਜਿਹੜੀ, ਉਹ ਮੇਰੀ ਇੰਡੀਆ ਹੀ ਸਟੱਡੀਜ਼ ਕੰਟੀਨਿਊ ਕਰਨ ਦੀ। ਅਤੇ ਉਦੋਂ ਮੇਰਾ ਫੀਲਡ ਵੀ ਸ਼ਾਇਦ ਕੁਝ ਹੋਰ ਹੁੰਦਾ, ਅਤੇ ਮੈਂ ਆਪਣੇ ਡਿਸੀਜਨ ਨੂੰ ਵੈਸੇ ਰਿਗਰੈਟ ਨਹੀਂ ਕਰਦਾ, ਬਟ ਬਹੁਤ ਵਧੀਆ ਹੋਇਆ। ਇਹੋ ਹੀ ਮੰਨ ਕੇ ਚੱਲਣਾ ਚਾਹੀਦਾ, ਬਿਕੋਜ਼ ਇਸੇ ਮਾਈਂਡ ਸੈਟ 'ਚ ਪੀਸ ਹੈ ਕਿ ਜੋ ਵੀ ਹੋਇਆ ਵਧੀਆ ਹੀ ਹੋਇਆ। ਕੁਨਾਲ, ਇੱਕ ਤੇ ਹੋ ਗਿਆ। ਸੋ ਤੁਸੀਂ ਕਿਹਾ ਪੈਸੇ ਦਾ
ਅਰਾਊਂਡ ਜਿਹੜਾ ਮਾਈਂਡਸੈਟ ਆ, ਇੱਕ ਹੋ ਗਿਆ ਜਨਰਲ ਮਾਈਂਡਸੈਟ ਫਰਮ ਚਾਈਲਡਹੁੱਡ ਇਹੋ ਰਿਹਾ ਕਿ ਕਿਸੇ ਤੇ ਡਿਪੈਂਡ ਰਹਿਣਾ ਵਾ ਆਪਣੇ ਫਿਊਚਰ ਡਿਸੀਜਨਸ ਲਈ। ਕੋਈ ਹਾਂਜੀ ਹੋਰ ਕੁਆਲਿਟੀ ਜਿਹੜੀ ਤੁਸੀਂ ਦੇਖਦੇ ਜੇ ਸਟੂਡੈਂਟਸ 'ਚ ਮਿਸਿੰਗ ਜਾਂ ਲੈਕਿੰਗ ਆ, ਖਾਸ ਕਰ ਪੰਜਾਬੀ ਕਮਿਊਨਿਟੀ 'ਚ? ਜਿਹੜੀ ਉਹੀ ਚੀਜ਼ ਤੁਸੀਂ ਕਿ ਸਾਨੂੰ ਅਸੀਂ ਆਪਣੀ ਕਮਿਊਨਿਟੀ ਕੋਲੋਂ ਹੀ ਜੋ ਸਾਡੇ ਆਲੇ ਦੁਆਲੇ ਹੋਣ ਡਿਆ ਅਸੀਂ ਉਹਦੇ ਨਾਲ ਹੀ ਸਟੈਪਸ ਕੰਟੀਨਿਊ ਕਰੀ ਜਾਂਦੇ ਹਾਂ ਆਪਣੇ ਕਿ ਇਹ ਕਰਨਾ ਵਾ ਉਹ ਕਰਨਾ ਵਾ। ਅਸੀਂ ਆਪਣੀ ਨੌਲੇਜ ਬਹੁਤ ਘੱਟ ਜਾਂ ਉਸ ਵਾਲੇ ਪਾਸੇ ਜਾਣ ਦੀ ਆਪਾਂ ਕੋਸ਼ਿਸ਼ ਬੜੀ ਘੱਟ ਕਰਦੇ ਹਾਂ ਕਿ ਅਸੀਂ ਉਹ ਨੌਲੇਜ ਕਿਉਂ ਲੈਣੀ ਹੈ ਇਸ ਚੀਜ਼ ਬਾਰੇ। ਕੋਈ ਹੋਰ ਹੋਊਗਾ ਉਹਦੇ ਕੋਲ ਪੁੱਛ ਲਾਂਗੇ, ਜਾਂ ਉਹਨਾਂ ਦਾ ਗਿਆ ਬੰਦਾ ਤੇ ਅਸੀਂ ਵੀ ਚੱਲ ਜੰਨੇ ਹਾਂ। ਉਹੀ ਚੀਜ਼ ਜਿਹੜੀ ਤੁਸੀਂ ਐਡ ਕੀਤੀ ਉਹ ਮੈਨੂੰ ਉਹਦੇ ਅਰਾਊਂਡ ਹੀ ਲੱਗਣ ਡਿਆ ਜ਼ਿਆਦਾ। ਤੇ ਬਾਕੀ ਤੇ ਹਜੇ ਤੁਹਾਨੂੰ ਪਤਾ ਹੀ ਹੈ ਸਾਰਾ ਕੁਝ। ਯਾ ਐਂਡ ਮੈਨੂੰ ਲੱਗਦਾ ਇਹਦੇ 'ਚੋਂ ਹੀ ਹੁਣ ਮੈਂ ਸੋਚਿਆ ਤੇ ਇਨਸਾਨ ਕੋਈ ਵੀ ਵੱਖਰੀ ਚੀਜ਼ ਕਦੋਂ ਕਰਦਾ ਜਦੋਂ ਉਹ ਫੇਲ ਹੋਣ ਲਈ ਰੈਡੀ ਹੁੰਦਾ ਵਾ ਉਸ ਚੀਜ਼ 'ਚ, ਕਿ ਉਹਨੂੰ ਪਤਾ ਹੋਵੇ ਕਿ ਮੈਂ ਫੇਲ ਹੋ ਸਕਦਾ ਵਾਂ, ਇਟਸ ਓਕੇ। ਐਂਡ ਮੈਨੂੰ ਲੱਗਦਾ ਸਾਡੇ ਐਜੂਕੇਸ਼ਨ ਸਿਸਟਮ 'ਚ ਹੀ ਹੁਣ ਪੰਜਾਬ 'ਚ ਜਿੱਦਾਂ ਦੀ ਪੜ੍ਹਾਈ ਹੁੰਦੀ ਕਿ ਫੇਲ ਨਹੀਂ ਹੋਣਾ, ਹੈ ਨਾ। ਘਰ ਦੇ ਵੀ ਕਹਿੰਦੇ ਸੀ ਕਿ ਤੁਸੀਂ ਆਪਣੀ ਪੜ੍ਹਾਈ ਕਰਨੀ ਆ, ਫੇਲ ਨਹੀਂ ਹੋਣਾ। ਚੀਟਿੰਗ ਕਰਕੇ ਵੀ ਕਈ ਬੱਚੇ ਮੈਂ ਵੇਖੇ ਪਾਸ ਹੁੰਦੇ ਆ, ਕਿਉਂਕਿ ਉਹਨਾਂ ਲਈ ਇੰਨਾ ਜ਼ਰੂਰੀ ਹੀ ਪਾਸ ਹੋਣਾ, ਉਹਨਾਂ ਲੱਗਦਾ ਸੀ ਇੱਥੇ ਜ਼ਿੰਦਗੀ ਟਿਕੀ ਹੋਈ ਹੈ। ਬਟ ਹੁਣ ਜਦੋਂ ਥੋੜ੍ਹਾ ਵੱਡੇ ਹੋ ਜਾਈਦਾ ਤਾਂ ਐਂ ਵੇਖੀਦਾ ਕਿ ਫੇਲ ਹੋਣਾ ਵਾਜ਼ ਨੈਵਰ ਬੈਡ, ਕਿ ਫੇਲ ਹੋਣ ਦਾ ਮਤਲਬ ਹੀ ਇਹੋ ਤੁਸੀਂ ਨੈਵਰ ਟਰਾਈ ਤੇ ਬੈਡ ਕੀਤੀ। ਬਿਕੋਜ਼ ਕਈ ਇਨਸਾਨ ਹੁੰਦੇ ਉਹ ਟਰਾਈ ਟਰਾਈ ਵੀ ਨਹੀਂ ਕੀਤੀ। ਕਰਦੇ ਕਿਉਂਕਿ ਉਹਨਾਂ ਨੇ ਫੇਲ ਨਹੀਂ ਹੋਣਾ ਕਦੀ, ਬਿਕੋਜ਼ ਉਹਨਾਂ ਨੇ ਟਰਾਈ ਨਹੀਂ ਕੀਤੀ। ਸੋ ਇਹ ਫੇਲੀਅਰ ਦੇ ਅਰਾਊਂਡ ਵੀ ਸਾਡਾ ਇੱਕ ਸਟਿਗਮਾ ਐਬਸੋਲੂਟਲੀ। ਬਣਿਆ ਪਿਆ ਕਿ ਨਹੀਂ ਫੇਲ ਨਹੀਂ ਹੋ ਸਕਦੇ, ਨਹੀਂ ਤੇ ਸਾਡੀ ਰੈਪੂਟੇਸ਼ਨ ਜਾਂ ਸਾਡਾ ਸਟੈਂਡਰਡ ਘੱਟ ਜੂਗਾ ਸੋਸਾਇਟੀ 'ਚ, ਜਾਂ ਦੋਸਤ ਕੀ ਕਹਿਣਗੇ, ਲੋਕ ਕੀ ਕਹਿਣਗੇ, ਪਿੱਛੇ ਰਹਿ ਜਾਂਗੇ ਆਪਾਂ। ਬਟ ਅਸਲ 'ਚ ਤੇ ਮੈਨੂੰ ਲੱਗਦਾ ਜਿਹੜਾ ਜ਼ਿਆਦਾ ਫੇਲ ਹੁੰਦਾ ਇਨਸਾਨ ਉਹ ਜ਼ਿਆਦਾ ਅੱਗੇ ਜਾਂਦਾ ਜ਼ਿੰਦਗੀ 'ਚ। ਹਾਂਜੀ ਪਰ ਉਹ ਜਦੋਂ ਜਿਹੜਾ ਬੰਦਾ ਜ਼ਿਆਦਾ ਫੇਲ ਹੋ ਜਾਂਦਾ ਨਾ ਅਸੀਂ ਉਹਦੀਆਂ ਕਹਾਣੀਆਂ ਪਸੰਦ ਨਹੀਂ ਕਰਦੇ, ਕਿਉਂਕਿ ਉਹ ਜਦੋਂ ਬੰਦਾ ਆਪਣਾ ਹਾਰਡ ਵਰਕ ਦੱਸਣ ਲੱਗ ਪੈਣਾ ਨਾ ਲੋਕੀ ਕਹਿੰਦੇ ਆਏ ਹੈ ਇਹ ਤੇ ਮਿਹਨਤ ਕਰਦਾ ਰਹਿੰਦਾ। ਲੋਕੀ ਕਹਿੰਦੇ ਇਹ ਜ਼ਿਆਦਾ ਕਰਦਾ ਵਾ ਤੇ ਤਾਂ ਇਹਨੂੰ ਜ਼ਿਆਦਾ ਮਿਲਦਾ ਵਾ, ਜਾਂ ਉਸ ਤੋਂ ਬਾਅਦ ਲੋਕੀ ਕਹਿਣਗੇ ਕਿ ਇਹ ਲੱਕੀ ਬੰਦਾ ਵਾ, ਉਹਦੇ ਹਾਰਡ ਵਰਕ ਨੂੰ ਵੀ ਨਹੀਂ ਵਹਿੰਦੇ। ਬਟ ਤੁਹਾਡੀ ਗੱਲ ਬਿਲਕੁਲ ਸਹੀ ਹੈ, ਫੇਲ ਹੋਣਾ ਇੱਕ ਸਟਿਗਮਾ ਇਸ ਤਰੀਕੇ ਨਾਲ ਬਣੇਦਾ ਭਾਜੀ ਕਿ ਜਿੰਨੀ ਦੇਰ ਤੱਕ ਜਿਹੜਾ ਬੰਦਾ ਸਕਸੈਸਫੁਲ ਹੋ ਗਿਆ ਨਾ, ਜੇ ਉਹ ਨਹੀਂ ਨਾ ਆ ਕੇ ਕਹਿੰਦਾ ਕਿ ਹਾਂ ਮੈਂ ਵੀ ਫੇਲ ਹੋਇਆ ਵਾਂ, ਕੋਈ ਗੱਲ ਨਹੀਂ, ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈਗੀ, ਉਨੀ ਦੇਰ ਸਾਡੀ ਸੁਸਾਇਟੀ ਨਹੀਂ ਸਮਝਣੀ। ਹਾਂ ਬੜੇ ਜਣੇ ਕਹਿੰਦੇ ਵੀ ਨੇ, ਇਲੋਨ ਮਸਕ ਨੇ ਤਾਂ ਇੰਨੀ ਗੱਲ ਵੀ ਕਹੀ ਕਿ ਤੁਹਾਨੂੰ ਡਿਗਰੀ ਦੀ ਨਹੀਂ ਲੋੜ, ਈਵਨ ਕਿ US ਦੇ ਵਿੱਚ ਕਿਸੇ ਵੀ ਕੰਪਨੀ ਦੇ ਵਿੱਚ ਤੁਹਾਨੂੰ ਡਿਗਰੀ ਦੀ ਨਹੀਂ ਲੋੜ, ਵਧੀਆ ਜੇਕਰ ਕੰਮ ਸਕਿੱਲ ਹੈ। ਤੁਹਾਨੂੰ ਸਕਿੱਲਸ ਹੈਗੀਆਂ ਤੁਹਾਡੇ 'ਚ ਤੇ। ਹਾਂਜੀ ਤੇ ਇੰਡੀਆ 'ਚ ਵੀ ਇਹ ਚੀਜ਼ਾਂ, ਮੈਂ ਉਹ ਸ਼ਾਰਕ ਟੈਂਕ ਤੁਸੀਂ ਕੀਤਾ ਸੀ ਮੇਰੇ ਨਾਲ ਉਦੋਂ ਡਿਸਕਸ, ਆਪਾਂ ਕਰਦੇ ਪਏ ਹਾਂ ਸ਼ਾਰਕ ਟੈਂਕ ਦੇ ਵਿੱਚ। ਵੇਖੋ ਹੁਣ ਕਿੰਨੇ ਉਹ ਆਂਡੇ ਨੇ ਆਪਣੇ ਪੰਜਾਬ ਦੇ ਵਿੱਚੋਂ, ਕਿੰਨੇ ਕੀ ਸੀ ਉਸ ਮੈਂ ਬਹੁਤ ਘੱਟ ਵੇਖੇ, ਇੱਕ ਅੱਧਾ ਹੀ ਆਇਆ ਬਸ, ਉਹ ਸ਼ੂ ਵਾਲੇ ਆਏ ਸੀ ਸਟਾਰਟਅਪ ਲੈ ਕੇ ਆਪਣਾ, ਬਾਕੀ ਤੇ ਨਹੀਂ ਮੈਂ ਕੋਈ ਦੇਖੇ। ਯਾ ਐਂਡ ਇਹ ਫੇਲੀਅਰ ਦੇ ਅਰਾਊਂਡ ਜਿਹੜਾ ਮਾਈਂਡਸੈਟ ਆਈ ਥਿੰਕ ਮੈਨੂੰ ਇੱਥੋਂ ਆਉਂਦਾ ਕਿ ਪਾਸ ਹੋਣ 'ਤੇ ਜ਼ਿਆਦਾ ਫੋਕਸ ਆ। ਫੋਕਸ ਇਹਦੇ 'ਤੇ ਨਹੀਂ ਆ ਕਿ ਯਾਰ ਕੁਛ ਸਿੱਖਣ ਨੂੰ ਮਿਲਣ ਡਿਆ ਸਕੂਲ 'ਚ ਜਾਂ ਕਾਲਜ 'ਚ, ਹੈ ਨਾ। ਮੇਰਾ ਵੀ ਇਹੋ ਹੀ, ਮੈਂ ਹੁਣ ਜਦੋਂ ਪਿੱਛੇ ਬਿਲਕੁਲ ਵੇਖੀਦਾ ਵਾ ਆਪਣੀ ਜਰਨੀ ਵੱਲ, ਤੇ ਮੇਰਾ ਪਾਸ ਹੋਣ ਵੱਲ ਜ਼ਿਆਦਾ ਹੀ, ਹਾਂਜੀ ਉਹ ਚੀਜ਼ ਮੈਂ ਜੋ ਪੜ੍ਹ ਰਿਹਾ ਹਾਂ ਉਹ ਸਮਝਣ ਵੱਲ ਜ਼ਿਆਦਾ ਧਿਆਨ ਨਹੀਂ ਸੀ ਕਦੀ। ਐਂਡ ਉਹੀ ਚੀਜ਼ ਸਾਨੂੰ ਫਿਰ ਡਰ ਪਾ ਦਿੰਦੀ ਕਿ ਫੇਲ ਨਹੀਂ ਹੋਣਾ, ਬਸ ਪਾਸ ਹੀ ਹੋਣਾ ਵਾ। ਐਂਡ ਉਹਦੇ ਵਿੱਚ ਅਸੀਂ ਸਾਰੀ ਜਿਹੜੀ ਪਾਸ ਹੀ ਹੋਣਾ। ਲਰਨਿੰਗ ਹੁੰਦੀ, ਨੌਲੇਜ, ਉਹ ਮਿਸ ਆਊਟ ਕਰ ਜਾਂਦੇ ਹਾਂ। ਬਟ ਹਾਂ, ਸ਼ਾਰਕ ਟੈਂਕ ਇੰਡੀਆ ਦੀ ਮੈਂ ਗੱਲ ਕਰ ਰਿਹਾ ਹਾਂ ਕੋਈ ਨਾਲ। ਐਂਡ ਇਟਸ ਅਮੇਜ਼ਿੰਗ ਸ਼ੋ। ਜਦੋਂ ਮੈਂ ਸ਼ਾਰਕ ਟੈਂਕ ਨੂੰ ਬਹੁਤ ਦੇਰ ਤੋਂ ਫੋਲੋ ਕੀਤਾ US ਵਾਲੇ ਨੂੰ, ਆਈ ਥਿੰਕ ਉਹਦੇ 8-9 ਸੀਜ਼ਨ ਆ ਗਏ ਹੋਏ ਆ। ਐਂਡ ਇੰਡੀਆ 'ਚ ਨਹੀਂ ਆ ਰਿਹਾ ਹੀ। ਇੰਡੀਆ 'ਚ ਹੁਣ 2 ਸੀਜ਼ਨ, ਦੂਸਰਾ ਸੀਜ਼ਨ ਇਸ ਸਾਲ ਚੱਲ ਰਿਹਾ। ਪੰਜਾਬ 'ਚੋਂ ਬਹੁਤ ਘੱਟ ਆਉਂਦੇ ਆ, ਬਟ ਜਿਹੜੇ ਵੀ ਆਉਂਦੇ ਆ ਨਾ, ਮੈਂ ਉਹਨਾਂ ਦਾ ਮਾਈਂਡਸੈਟ ਵੇਖ ਕੇ ਹੈਰਾਨ ਹੁੰਦਾ ਕਿ ਉਹਨਾਂ ਦਾ ਮਾਈਂਡਸੈਟ ਹੀ ਇਹੋ ਆ ਕਿ ਅਸੀਂ ਕਾਲਜ ਕਰ ਲਿਆ, ਜੋ ਵੀ ਕਰ ਲਿਆ, ਹੁਣ ਅਸੀਂ ਬਿਜ਼ਨਸ ਸ਼ੁਰੂ ਕਰਨਾ। ਹਾਂਜੀ ਬਿਜ਼ਨਸ ਸ਼ੁਰੂ ਕਿੱਦਾਂ ਕਰੀਦਾ? ਕੋਈ ਪ੍ਰੋਬਲਮ ਬਿਜ਼ਨਸ ਸੋਲਵ ਕਰਨਾ ਕਰ ਰਹੇ ਜੇ ਤੁਸੀਂ ਬੇਸਿਕਲੀ। ਐਂਡ ਉਹ ਪ੍ਰੋਬਲਮ ਕੋਈ ਇਹੋ ਜਿਹੀ ਨਹੀਂ ਹੈ ਕਿ ਤੁਸੀਂ ਮਾਰਸ ਬਿਲਕੁਲ। ਤੱਕ ਜਾਣਾ ਵਾ ਜਾਂ ਤੁਸੀਂ ਦੁਨੀਆ ਦਾ ਸਭ ਤੋਂ ਤੇਜ਼ ਰੇਸ ਕਾਰ ਬਣਾਉਣੀ ਆ। ਸਿੰਪਲ ਪ੍ਰੋਬਲਮ ਕਿ ਤੁਹਾਡੇ ਸਮਝ, ਇੱਕ ਮੈਂ ਦੇਖਿਆ ਉੱਥੇ ਉਹਨਾਂ ਦੇ ਮੰਮੀ ਨਾ ਬਹੁਤ ਵਧੀਆ ਖਾਣਾ ਬਣਾਉਂਦੇ ਸੀ। ਉਹ ਮੁੰਡੇ ਡਰੋਪ ਆਊਟ ਹੀ ਦੋਵੇਂ ਉਹਨਾਂ ਦੇ ਕਾਲਜ ਤੋਂ, ਅਤੇ ਉਹ ਕਹਿੰਦੇ ਕਿ ਸਾਡੀ ਮੰਮੀ ਵਧੀਆ ਖਾਣਾ ਬਣਾਉਂਦੀ ਆ, ਹਾਂਜੀ ਇਹਨੂੰ ਹੀ ਮਾਰਕੀਟਿੰਗ ਇਹਦੀ ਕਰਨੀ ਆ, ਇਹਨੂੰ ਬਿਜ਼ਨਸ ਬਣਾਉਣਾ। ਉਹਨਾਂ ਨੇ ਬਿਜ਼ਨਸ ਬਣਾ ਦਿੱਤਾ ਅਤੇ ਆਈ ਥਿੰਕ 1-2 ਸਾਲ 'ਚ 3 ਕਰੋੜ ਦਾ ਰੈਵਨਿਊ ਜਨਰੇਟ ਕਰ ਲਿਆ ਸਿਰਫ ਉਹ ਵੇਖ ਖਾਣੇ ਲਓ ਤੋਂ ਹੀ। ਐਂਡ ਪੰਜਾਬ 'ਚ ਖਾਣੇ ਤੋਂ ਕੋਈ ਮੰਮੀ ਚੱਜ ਦਾ ਖਾਣਾ ਨਹੀਂ ਬਣਾਉਂਦੀ ਹੋਊਗੀ, ਬਹੁਤ ਸਾਰੇ ਬਣਾਉਂਦੇ ਹੋਣਗੇ, ਬਟ ਆਈ ਥਿੰਕ ਉਹ, ਹਾਂ, ਇਹ ਮੇਰੀ ਮੰਮੀ ਤੇ ਬੜਾ ਵਧੀਆ ਬਣਾਉਂਦੀ। ਆਈ ਥਿੰਕ ਉਹ ਜਿਹੜਾ ਡਰ ਆ ਨਾ ਕਿ ਯਾਰ ਕਿਉਂ ਕਰਨਾ, ਹੈ ਨਾ। ਆਈ ਡੋਂਟ ਥਿੰਕ ਇਹ ਵੀ ਆਉਂਦਾ ਕਿ ਕਿਉਂ ਕਰਨਾ, ਇਹ ਥੋਟ ਵੀ ਨਹੀਂ ਆਉਂਦਾ ਕਿ ਕਰੀਏ। ਇਹਦੇ ਬਾਰੇ ਇਹ ਕਿਉਂ, ਮੈਂ ਆਪਣੇ ਆਪ ਨੂੰ ਪੁੱਛਦਾ ਕਿ ਮੇਰੇ ਦਿਮਾਗ 'ਚ, ਮਤਲਬ ਕਿਉਂਕਿ ਮੈਂ ਹੁਣੇ ਜੇ ਬਹਿ ਕੇ ਸੋਚਾਂ ਨਾ ਕਿ ਕੋਈ ਬਿਜ਼ਨਸ ਆਈਡੀਆ ਨਾਲ ਜਾਂ ਪ੍ਰੋਬਲਮ ਦੇ ਸੋਲਿਊਸ਼ਨ ਨਾਲ ਕੰਮ ਕਰਨਾ, ਤੇ ਮੈਂ ਆ ਸਕਦਾ। ਬਟ ਇੱਕ ਰੈਗੂਲਰ ਰੂਟੀਨ 'ਚ ਮੇਰੇ ਦਿਮਾਗ 'ਚ ਆਉਂਦਾ ਵੀ ਨਹੀਂ ਕਿ ਬਿਜ਼ਨਸ ਸ਼ੁਰੂ ਕਰਾਂ। ਇਹੋ ਆਉਂਦਾ ਕਿ ਹਾਂ ਜੋਬ ਲੱਭਣੀ। ਜੋਬ ਵੀ ਵੇਖੋ ਇੱਕ ਹਿੱਸਾ ਵਾ, ਹੈ ਨਾ। ਇੱਕ ਤੇ ਸਾਨੂੰ ਇੰਡਸਟਰੀ ਦੇ ਵਿੱਚ ਕੀ ਚੱਲਦਾ ਪਿਆ ਉਹ ਸਿੱਖਣ ਨੂੰ ਮਿਲਦਾ ਵਾ।
ਦੂਸਰਾ ਜੋਬ ਜਿਹੜੇ ਉਹ ਸਾਨੂੰ ਫਾਈਨੈਂਸ਼ੀਅਲ ਫਰੀडम ਪ੍ਰੋਵਾਈਡ ਕਰਦੀ ਹੈ ਕਿ ਅਸੀਂ ਆਪਣੇ ਪੈਸੇ ਉਹ ਕਿਸੇ ਬਿਜ਼ਨਸ ਚਲਾ ਸਕਦੇ ਹਾਂ। ਜੇਕਰ ਬੰਦਾ ਇਹ ਸੋਚ ਕੇ ਚੱਲਦਾ ਪਿਆ ਕਿ ਮੈਂ ਜੋਬ ਕਰਨ ਡਿਆ ਵਾਂ, ਗਾਂਹ ਨੂੰ ਮੈਂ ਆਪਣਾ ਬਿਜ਼ਨਸ ਕਰਨਾ ਵਾ, ਮੈਂ ਪੈਸੇ ਜੋੜਨੇ ਆ ਇੱਥੋਂ, ਐਕਸਪੀਰੀਅੰਸ ਲੈਣਾ ਵਾ ਤੇ ਆਪਣਾ ਕੰਮ ਕਰਨਾ ਵਾ, ਫਿਰ ਤੇ ਵੈਲ ਐਂਡ ਗੁੱਡ। ਬਟ ਜੇਕਰ ਬੰਦਾ ਸੋਚਦਾ ਪਿਆ ਕਿ ਹਾਂ ਮੈਂ ਇੱਥੇ ਜਾ ਕੇ ਰਿਟਾਇਰਮੈਂਟ ਵੀ ਇਕੱਠੀ ਕਰਨੀ ਹੈ, 60 ਸਾਲ ਤੱਕ ਇਸ ਤਰ੍ਹਾਂ ਫੀਸਾਂ ਫੂਸਾਂ ਕੱਢਣੀਆਂ, ਬੱਚਿਆਂ ਦੀਆਂ ਵੀ ਕੱਢਣੀਆਂ, ਗਾਂਹ ਨੂੰ ਵਾਈਫ ਨੇ ਵੀ ਕਰਨਾ, ਫਿਰ ਉਹ ਜਿਹੜੇ ਚੀਜ਼ ਉਹ ਬੰਦਾ ਗਲਤੀ ਲੈ ਕੇ ਚੱਲੂਗਾ। ਉਹਨੂੰ ਆਪਣੀ ਗਰੋਥ ਬਾਰੇ ਵੀ ਵੇਖਣਾ ਪਊਗਾ ਕਿ ਇਹਦੇ 'ਚ ਮੇਰੀ ਤਨਖਾਹ ਮੈਨੂੰ ਮਹੀਨੇ ਦੇ ਮਹੀਨੇ ਮਿਲੀ ਜਾਣੀ ਹੈ, ਬਟ ਮੈਂ ਉਹ ਚੀਜ਼ ਨਹੀਂ ਲੈ ਪਾਊਂਗਾ ਜੋ ਮੈਨੂੰ ਕਦੀ ਚਾਹੀਦੀ ਵੀ। ਸੋ ਆਈ ਥਿੰਕ ਆਈਡ ਇੱਕ ਮਨੀ ਦਾ ਇੱਕ ਜਿਹੜਾ ਮਾਈਂਡਸੈਟ ਆ ਤੁਸੀਂ ਬਣਾਉਣਾ ਵਾ, ਤੇ ਇੱਕ ਚੀਜ਼ ਉਹ ਕਰੋ ਜਿਹੜੀ ਤੁਸੀਂ ਨੌਲੇਜ ਸਿੱਖਣ ਲਈ ਕਰੋ, ਚੀਜ਼ਾਂ ਨੌਲੇਜ ਗੇਨ ਕਰਨ ਲਈ, ਨਾ ਕਿ ਕਿਸੇ ਚੀਜ਼ 'ਚ ਪਾਸ ਹੋਣ ਲਈ, ਹੈ ਨਾ। ਸੋ ਕੁਨਾਲ, ਜਿਹੜੇ ਬੱਚਿਆਂ ਨੇ ਹੱਲੇ ਵੀ ਸਟਾਰਟ ਕਰਨਾ ਵਾ, ਜਿਨ੍ਹਾਂ ਨੇ ਹੱਲੇ +2 ਕਰ ਰਹੇ ਨੇ ਜਾਂ ਫਿਰ ਬਾਹਰ ਆਉਣ ਬਾਰੇ ਸੋਚ ਰਹੇ ਨੇ, ਉਹਨਾਂ ਨੂੰ ਤੁਹਾਡੀ ਕੀ ਵਾਟ ਡੂ ਯੂ ਥਿੰਕ ਐਡਵਾਈਸ ਹੋਊਗੀ, ਸੁਜੈਸ਼ਨ ਹੋਊਗੀ ਕਿ ਉਹ ਕੀ ਮਾਈਂਡਸੈਟ ਜਾਂ ਕੀ ਚੀਜ਼ਾਂ ਫੋਲੋ ਕਰਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨ? ਦੇਖੋ ਮੈਂ ਤੇ ਖੁਦ ਹਲੇ ਵੀ ਲਰਨ ਕਰਦਾ ਪਿਆ ਹੈ ਨਾ, ਤੇ ਜੋ ਮੈਂ ਇੰਨੇ ਕੁ ਚਿਰ 'ਚ ਐਕਸਪੀਰੀਅੰਸ 'ਚ ਮੈਂ ਕੁਝ ਸਿੱਖਿਆ, ਮੈਂ ਕਹਿੰਦਾ ਵਾ ਕਿ ਕੋਈ ਵੀ ਪੈਸ਼ਨ ਹੈ ਨਾ ਕਿਸੇ ਦਾ, ਉਹ ਬੰਦਾ ਕੰਟੀਨਿਊ ਰੱਖੇ ਬਸ। ਫੋਰ ਐਗਜ਼ਾਮਪਲ ਕਈਆਂ ਨੇ ਰੀਲਸ ਬੜੀਆਂ ਵਧੀਆ ਬਣਾਉਂਦੇ, ਵੀਡੀਓਜ਼ ਬੜੀਆਂ ਐਡਿਟ ਕਰਦੇ ਨੇ ਵਧੀਆ, ਬਟ ਉਹਦੇ ਵਿੱਚ ਕੀ ਹੈ, ਅਸੀਂ ਚਲੋ ਠੁਮਕੇ ਠਮਕੇ ਮਾਰਦੇ ਰਹਿੰਦੇ ਨੇ ਇੰਡੀਆ, ਬਟ ਉਹ ਇੱਥੇ ਆ ਕੇ ਆਪਣਾ ਵੀਡੀਓਗ੍ਰਾਫੀ ਦੇ ਵਿੱਚ ਆਪਣਾ ਕੰਟੀਨਿਊ ਕਰ ਸਕਦੇ ਨੇ ਚੀਜ਼ਾਂ। ਇੱਥੇ ਬਹੁਤ ਸਾਰੇ ਉਹਨਾਂ ਲਈ ਫੀਲਡ ਖੁੱਲ੍ਹੇ ਨੇ, ਹੈ ਨਾ। ਇੱਕ ਮੇਰਾ ਫਰੈਂਡ ਹੀ ਹੈ ਨਾ, ਮਿਊਜ਼ਿਕ ਦੇ ਵਿੱਚ ਬਹੁਤ ਵਧੀਆ ਸੀ ਉਹ, ਈਵਨ ਕਿ ਅਸੀਂ ਆਪਣਾ ਮਿਊਜ਼ਿਕ ਸਟੂਡੀਓ ਵੀ ਸ਼ੁਰੂ ਕੀਤਾ ਸੀ ਮਿਊਜ਼ਿਕ ਦੇ ਵਿੱਚ, ਤੇ ਦੂਸਰਾ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਸੀ, ਬਟ ਕੈਨੇਡਾ ਜਦੋਂ ਆਇਆ, ਜਿਹੜਾ ਵੀਡੀਓ ਵਾਲਾ ਉਹ ਕੈਨੇਡਾ ਆ ਗਿਆ ਹੈ ਨਾ, ਉਹਨੂੰ ਕਾਲਜ ਹੀ ਪਤਾ ਨਹੀਂ 2-3 ਚੇਂਜ ਕਰਨੇ ਪਏ, ਕਿਉਂਕਿ ਉਹ ਜਿਹੜੀ ਸਟੱਡੀਜ਼ ਲੈ ਕੇ ਆਇਆ ਸੀ ਉਹਦੇ ਵਿੱਚ ਉਹਦਾ ਇੰਟਰਸਟ ਹੀ ਨਹੀਂ ਬਿਲਕੁਲ, ਬਸ ਉਹਨੂੰ ਬਾਹਰ ਆਉਣ ਲਈ ਉਹ ਸਟੱਡੀ ਕਰਨੀ ਪੈਣੀ ਸੀ। ਬਟ ਹਲੇ ਵੀ ਜੇ ਤੁਸੀਂ ਉਹਦੀਆਂ ਵੀਡੀਓਜ਼ ਕੱਢ ਕੇ ਵੇਖੋ, ਉਹਦੀ ਆਵਾਜ਼ ਸੁਣੋ, ਜਾਂ ਉਹਦਾ ਜਿਵੇਂ ਉਹ ਕਲਿੱਪਸ ਨੂੰ ਐਡਿਟ ਕਰਦਾ ਵਾ, ਮੈਂ ਕਿਹਾ ਫੈਬੂਲਸ, ਬਹੁਤ ਹੀ ਵਧੀਆ, ਬਹੁਤ ਹੀ ਸ਼ਾਨਦਾਰ ਉਹ। ਤੇ ਮੈਂ ਹੁਣ ਉਹਦੇ ਨਾਲ ਅਸੀਂ ਤੇ ਕਲੈਬ ਕਰ ਨਹੀਂ ਸਕਦੇ, ਹੈ ਨਾ, ਉਹ ਕੈਨੇਡਾ, ਇੱਥੇ ਤੁਸੀਂ ਵੀ ਚਲੋ ਕੈਨੇਡਾ ਹੈ, ਆਪਣਾ ਪੋਡਕਾਸਟ ਇਸ ਤਰ੍ਹਾਂ ਚੱਲਦਾ ਪਿਆ, ਬਟ ਉਹ ਮੈਨੂੰ ਬੜੀ ਇੱਕ ਹੈਰਾਨੀਜਨਕ ਗੱਲ ਲੱਗਦੀ ਹੈ ਕਿ ਉਹ ਬੰਦੇ ਕੋ ਆਪਣਾ ਪੈਸ਼ਨ ਨਹੀਂ ਕੰਟੀਨਿਊ ਹੋਇਆ ਇਸ ਚੀਜ਼ ਕਰਕੇ। ਐਂਡ ਬਹੁਤ ਸਾਰੇ ਬੱਚੇ ਮੈਂ ਵੇਖਿਆ, ਜਦੋਂ ਮੈਂ ਇੱਥੇ ਕਾਲਜ 'ਚ ਪੜ੍ਹਦਾ ਹਾਂ, ਮੈਂ ਇਨਫੈਕਟ ਅਥੋਰਿਟੀਜ਼ ਨੂੰ ਵੀ ਰੀਚ ਆਊਟ ਕਰਦਾ ਹਾਂ, ਅਫੀਸ਼ੀਅਲਸ ਨੂੰ ਕਾਲਜ ਦੇ, ਕਿ ਤੁਹਾਡੇ ਕੋਲ ਇੰਨੇ ਸਾਰੇ ਇੰਟਰਨੈਸ਼ਨਲ ਸਟੂਡੈਂਟ ਆ, ਕੋਈ ਇੰਜੀਨੀਅਰਿੰਗ 'ਚ ਆ, ਕੋਈ ਬਿਜ਼ਨਸ ਆ। ਪਹਿਲੀ ਗੱਲ ਤੇ ਹਰ ਕੋਈ ਉਸ ਫੀਲਡ 'ਚ ਕੰਟੀਨਿਊ ਨਹੀਂ ਕਰਨ ਵਾਲਾ, ਲਾਈਕ ਇਨ ਅ ਜਨਰਲ ਸੈਂਸ ਕਿ, ਹੈ ਨਾ, ਬਟ ਹਰ ਇੱਕ ਕੋਈ ਨਾ ਕੋਈ ਟੈਲੈਂਟ ਹੁੰਦਾ, ਕੋਈ ਕ੍ਰਿਕਟ ਵਧੀਆ ਖੇਡਦਾ, ਕੋਈ ਸਪੋਰਟਸ 'ਚ ਚੰਗਾ, ਕੋਈ ਆਰਟਸ 'ਚ ਚੰਗਾ। ਐਂਡ ਆਈ ਕੁਡਨਟ ਈਵਨ ਇਮੈਜਿਨ ਕਿ ਉਸ ਵੇਲੇ ਮੈਂ ਉਸ ਅਫੀਸ਼ੀਅਲ ਨੂੰ ਕਿਹਾ ਸੀ ਕਿ ਕਿੰਨਾ ਸਾਰਾ ਟੈਲੈਂਟ ਤੁਸੀਂ ਲੂਜ਼ ਆਊਟ ਕਰਨ ਡੇ ਜੇ, ਜਸਟ ਬਿਕੋਜ਼, ਹੈ ਨਾ। ਉਹ ਇੰਟਰਨੈਸ਼ਨਲ ਸਟੂਡੈਂਟ 'ਤੇ ਕਾਫੀ ਸਾਰਾ ਸਟ੍ਰੈਸ ਹੁੰਦਾ, ਚਲੋ ਲਾਈਫ ਆ, ਬਟ ਉਹਨਾਂ ਦੀ ਚੋਇਸ ਆ, ਬਟ ਉਹ ਓਪਰਚੁਨਿਟੀ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਜੇ ਕਿ ਆਪਣੇ ਟੈਲੈਂਟ ਨੂੰ ਅੱਗੇ ਐਕਸੈਲ ਕਰਨ ਲਈ, ਵਧਾਉਣ ਲਈ ਪ੍ਰੈਕਟਿਸ ਕਰ ਸਕਣ। ਐਂਡ ਆਈ ਕੈਨੋਟ ਈਵਨ ਇਮੈਜਿਨ, ਮੇਰੇ ਕਾਲਜ ਨੂੰ ਵੀ ਛੱਡੋ, ਇਨ ਅ ਜਨਰਲ ਸੈਂਸ 'ਚ ਕਿੰਨੇ ਬੱਚੇ ਆਉਂਦੇ ਨੇ ਪੰਜਾਬ ਤੋਂ, ਐਂਡ ਹਰ ਇੱਕ 'ਚ ਕੁਛ ਨਾ ਕੁਛ ਤਾਂ ਟੈਲੈਂਟ ਹੋਊਗਾ ਨਾ, ਹਰ ਦੂਸਰੇ ਜਾਂ ਤੀਸਰੇ ਬੱਚੇ 'ਚ ਕੁਛ ਨਾ ਕੁਛ ਤਾਂ ਟੈਲੈਂਟ ਹੋਊਗਾ, ਬਟ ਨੋ ਐਵਰੀਬਡੀ, ਹਰ ਕੋਈ ਬਸ ਉਹ ਭੇਡ ਚਾਲ 'ਚ ਲੱਗਾ ਵਾ, ਐਂਡ ਮੈਂ ਵੀ ਭੇਡ ਚਾਲ 'ਚ ਹੀ ਲੱਗ ਕੇ ਆਇਆ ਹਾਂ। ਬਿਲਕੁਲ 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 ਇੱਦਾਂ ਕਈਆਂ 'ਚ ਕਾਮੇਡੀ ਦਾ ਬੜਾ ਟੈਲੈਂਟ ਆ, ਹੈ ਨਾ, ਉਹ ਮਹਿਫਲ 'ਚ ਵਿੱਚ ਬਹਿ ਕੇ ਗੱਲਾਂ ਬੜੀਆਂ ਕਰ ਲੈਣਗੇ, ਬਟ ਉਹਨਾਂ ਨੂੰ ਜਦੋਂ ਕਹੀਦਾ ਕਿ ਸੋਸ਼ਲ ਮੀਡੀਆ 'ਤੇ ਆ ਕੇ ਕਰੋ, ਕਹਿੰਦੇ ਨਹੀਂ ਨਹੀਂ ਅਸੀਂ ਨਹੀਂ ਆਉਣਾ। ਯਾ ਇੱਦਾਂ ਹੀ ਕਈਆਂ ਕੋ ਕੰਟੀਨਿਊ ਨਹੀਂ ਹੋਇਆ, ਕਈਆਂ ਨੂੰ ਮਜਬੂਰੀ ਮਾਰ ਗਈ, ਤੇ ਕਈਆਂ ਨੂੰ ਬਾਹਰ ਆ ਕੇ ਆਪਣਾ ਸੋਸ਼ਲ ਪ੍ਰੈਸ਼ਰ, ਫੀਸਾਂ ਭਰਨੀਆਂ, ਪੈਸੇ ਕਮਾਉਣੇ ਨੇ, ਘਰੇ ਭੇਜਣੇ ਨੇ, ਇਹ ਕਰਨਾ ਉਹ ਕਰਨਾ, ਇਹਨਾਂ ਚੀਜ਼ਾਂ ਕਰਕੇ। ਸੋ ਮੇਰਾ ਤੇ ਜਿਹੜੇ ਬੱਚੇ ਹੱਲੇ ਸਟਾਰਟ ਜਿਨ੍ਹਾਂ ਨੇ ਕਰਨਾ, ਮੈਂ ਤੇ ਉਹਨਾਂ ਨੂੰ ਇਹੋ ਕਹੂੰਗਾ ਕਿ ਇੱਕ ਤੇ ਆਸਕ ਯੋਰਸੈਲਫ ਵਾਈ, ਕਿ ਤੁਸੀਂ ਕੀ ਕਰਨ ਚੱਲੇ ਜੇ। ਹੁਣ ਮੇਰੀ PR ਲੱਗ ਗਈ ਹੈ, ਹੁਣ ਮੈਂ ਇੰਡੀਆ ਜਾਣਾ ਵਾ ਵਾਪਸ, ਜਦੋਂ ਵੀ ਜਾਣਾ ਮੈਂ ਆਪਣੇ ਆਪ ਨੂੰ, ਮੈਂ ਰਿਟਰਨ ਟਿਕਟ ਨਹੀਂ ਕਰਾਉਣਾ ਚਾਹੁੰਦਾ। ਉਹ ਇਸ ਲਈ ਕਿ ਮੈਨੂੰ ਇੱਕ ਸੈਕਿੰਡ ਚਾਂਸ ਮਿਲ ਰਿਹਾ ਵਾ ਕੈਨੇਡਾ ਵਾਪਸ ਆਉਣ ਦਾ, ਰਾਈਟ। ਇਹ ਸੈਕਿੰਡ ਚਾਂਸ 'ਚ ਮੈਨੂੰ ਕੋਈ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ, ਐਜ਼ ਅ ਸਟੂਡੈਂਟ ਨਹੀਂ ਜਾਣਾ, ਮੈਂ ਐਜ਼ ਅ PR ਜਾਣਾ। ਉਹ ਸੈਕਿੰਡ ਚਾਂਸ ਮੈਂ ਸੋਚ ਸਮਝ ਕੇ ਆਉਣਾ ਚਾਹੁੰਦਾ ਵਾਪਸ, ਕਿ ਅਭਿਸ਼ੇਕ ਤੂੰ ਜ਼ਿੰਦਗੀ ਕਿੱਦਾਂ ਜੀਣਾ ਚਾਹੁੰਦਾ, ਕੀ ਕਰਨਾ ਚਾਹੁੰਦਾ, ਤੂੰ ਪੈਸੇ ਪਿੱਛੇ ਭੱਜਣਾ ਚਾਹੁੰਦਾ, ਤੇਰਾ ਪਰਪਸ ਕੀ ਆ, ਲਾਈਕ ਤੂੰ ਆਪਣੇ ਇੱਕ ਰੈਗੂਲਰ, ਅੱਜ ਤੋਂ 10 ਸਾਲ ਨੂੰ ਇੱਕ ਰੈਗੂਲਰ ਡੇ ਤੇਰਾ ਕਿਹੋ ਜਿਹਾ ਹੋਊਗਾ, ਅਤੇ ਫਿਰ ਕੀ ਮੈਂ ਉਹ ਚੀਜ਼ਾਂ ਨੂੰ ਕਮਿਟ ਕਰਨ ਨੂੰ ਤਿਆਰ ਹਾਂ। ਕੀ ਉਹ ਮੇਰਾ ਰੈਗੂਲਰ ਡੇ ਕੈਨੇਡਾ 'ਚ ਮੈਂ ਜੀਣਾ ਚਾਹੁੰਦਾ, ਇੰਡੀਆ 'ਚ ਜੀਣਾ ਚਾਹੁੰਦਾ,
ਬਿਕੋਜ਼ ਹੁਣ ਮੈਂ ਇੰਨੀ ਹੁਣ ਮੈਚਿਓਰਿਟੀ ਆ ਗਈ ਆ ਕਿ ਹੁਣ ਮੈਂ ਉਹ ਮਿਸਟੇਕਸ ਰਿਪੀਟ ਨਹੀਂ ਕਰਨਾ ਚਾਹੁੰਦਾ ਕਿ ਮੈਂ ਫਿਰ ਬਿਨਾਂ ਸੋਚੇ ਹੀ ਬਸ ਮੂੰਹ ਚੁੱਕ ਕੇ ਕੈਨੇਡਾ ਆ ਜਾ ਅਤੇ ਮੈਂ ਕਰਾਂ ਚਲੋ ਜੀ ਕੰਮਾਂ 'ਤੇ ਲੱਗ ਜਾਓ ਹੁਣ ਭਾਵੇਂ ਕੰਮਾਂ 'ਤੇ ਹੀ ਲੱਗਣਾ ਹੋਵੇ ਬਟ ਮੈਂ ਇੱਕ ਉਹ ਰੀਜ਼ਨ ਆਪਣੇ ਲਈ ਬਣਾ ਕੇ ਆਉਣਾ ਚਾਹੁੰਦਾ ਕਿ ਹਾਂ ਹੁਣ ਮੈਂ ਆਪਣਾ ਪੀਸ ਇੱਥੇ ਬਣਾ ਲਿਆ ਵਾ ਇਸ ਲਈ ਮੈਂ ਆ ਰਿਹਾ ਵਾਪਸ। ਸੋ ਮੈਂ ਆਪਣੇ ਆਪ ਨੂੰ ਵਾਅਦਾ ਕੀਤਾ ਕਿ ਮੈਂ ਰਿਟਰਨ ਟਿਕਟ ਨਹੀਂ ਕਰਾਊਂਗਾ ਅਤੇ ਸੋਚ ਸਮਝ ਕੇ ਆਉਣਾ ਚਾਹੂੰਗਾ ਸੈਕਿੰਡ ਚਾਂਸ। ਸੋ ਮੇਰਾ ਤਾਂ ਉਹ ਜਿਹੜੇ ਜਿਨ੍ਹਾਂ ਨੇ ਹਲੇ ਆਉਣਾ ਵਾ ਉਹਨਾਂ ਨੂੰ ਇਹੋ ਹੋਊਗਾ ਕਿ ਮੈਨੂੰ ਲੱਗਦਾ ਕਿ ਹਰ ਬੱਚੇ ਨੂੰ ਹੋਣਾ ਚਾਹੀਦਾ ਵਾ ਬਾਹਰ ਕਿਉਂਕਿ ਸਿੱਖਣ ਨੂੰ ਬਹੁਤ ਕੁਛ ਮਿਲਦਾ ਨਾਟ ਐਜ਼ ਐਨ ਇੰਟਰਨੈਸ਼ਨਲ ਸਟੂਡੈਂਟ। ਮੈਂ ਕਹਿੰਦਾ ਕਿ ਕੈਨੇਡਾ ਵਾਲੇ ਇੰਡੀਆ ਚਲ ਜਾਣ ਜਾਂ ਕਿਸੇ ਹੋਰ ਕੰਟਰੀ ਵੀ ਚਲ ਜਾਣ ਸਿੱਖਣ ਨੂੰ ਇਨ ਜਨਰਲੀ ਇਸ ਉਮਰ 'ਚ ਬਹੁਤ ਕੁਛ ਮਿਲਦਾ ਜਦੋਂ ਤੁਸੀਂ ਆਪਣੇ ਬਹੁਤ ਕੁਝ ਸਰਕਲ ਤੋਂ ਬਾਹਰ ਨਿਕਲੋ। ਠੀਕ ਹੈ ਨਾ, ਉਹ ਦੈਟਸ ਅ ਹੋਲ ਸਰਕਲ ਤੋਂ ਡਿਫਰੈਂਟ ਬਾਹਰ ਜਰਨੀ। ਕੰਫਰਟ ਉਹ ਜ਼ੋਨ ਤੋਂ। ਜ਼ਰੂਰੀ ਨਹੀਂ ਹੈ ਕਿ ਕੈਨੇਡਾ 'ਚ ਹੀ ਸਿੱਖਣ ਨੂੰ ਮਿਲੂਗਾ। ਜਦੋਂ ਕੈਨੇਡਾ ਵਾਲਾ ਇੰਡੀਆ ਜਾਊਗਾ USA ਵਾਲਾ ਹੋਰ ਕਿਸੇ ਦੇਸ਼ ਚਲ ਜਾਊਗਾ ਉਹਨੂੰ ਵੀ ਸਿੱਖਣ ਨੂੰ ਮਿਲੂਗਾ ਹੀ। ਲਾਈਕ ਦੈਟਸ ਐਂਡ ਆਫ ਸਟੋਰੀ ਹੈ ਨਾ। ਵੱਖਰੇ ਵੱਖਰੇ ਸੋ ਲੋਕਾਂ 'ਚ ਆਉਣਾ ਵਿਚਰਾਂਗੇ। ਚਾਹੀਦਾ ਵਾ ਬਟ ਇਹ ਬਿਲਕੁਲ। ਮੈਂਟੈਲਿਟੀ ਲੈ ਕੇ ਹਾਂ ਬਸ ਇੱਥੇ ਆਏ ਤੇ ਅਸੀਂ ਸ਼ਿਫਟਾਂ 'ਤੇ ਲੱਗ ਜਾਣਾ ਕੰਮਾਂ 'ਤੇ, ਇਹ ਨਹੀਂ ਹੋਣੀ ਚਾਹੀਦੀ। ਆਪਣੀ ਓਪਰਚੁਨਿਟੀਜ਼ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਲਾਈਕ ਓਪਨ ਡੋਰ ਪੋਲਿਸੀ। ਤੁਸੀਂ ਚਾਹੋ ਤੇ ਮੈਨੂੰ ਲੱਗਦਾ ਬਟ ਇਹ ਮੈਂਟੈਲਿਟੀ ਭਾਜੀ ਪੈਸੇ ਦੀ ਤੁਸੀਂ ਕਹਿੰਦੇ ਪਏ, ਪੈਸਾ ਤਾਂ ਹੀ ਲੋਕੀ ਸੋਚਦੇ ਨੇ ਕਿਉਂਕਿ ਪੈਸਾ ਪਿੱਛੋਂ ਚੱਕ ਕੇ ਵੀ ਬੜਾਉਂਦੇ ਨੇ ਲੋਨ ਲੈ ਕੇ ਜਾਂ ਕਈ ਜਣੇ ਉਤਰ ਆਉਂਦੇ, ਉਹ ਮਜਬੂਰੀ ਇੱਕ ਮਾਈਂਡਸੈਟ 'ਚ ਭਰੀ ਜਾਂਦੀ ਏ। ਉਹ ਬੱਚਿਆਂ ਦਾ ਵੀ ਨਹੀਂ ਕਸੂਰ, ਉਹ ਸਰਕਾਰਾਂ ਨੂੰ ਕੁਝ ਚਾਹੀਦਾ ਕਿ ਜੇ ਇੰਡੀਆ ਦੇ ਜਿਵੇਂ ਪਿੱਛੇ ਜੇ ਉਹ ਬਾਦਲਾਂ ਦੀ ਸਰਕਾਰ ਕਹਿਣ ਡੇ ਸੀ ਕਿ ਅਸੀਂ ਜੇ ਆ ਗਏ ਅਸੀਂ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ ਬਾਹਰ ਜਾਣ ਨੂੰ, ਉਹ ਉੱਥੇ ਵੀ ਵਧੀਆ ਉਹ ਬਣਾ ਸਕਦੇ ਨੇ। ਬਟ ਜੇ ਬਾਹਰ ਜਾਣ ਨੂੰ ਦਿੰਦੇ ਵੀ ਇਹ ਪੈਸੇ ਤੇ ਉਹ ਬੜੀ ਵਧੀਆ ਗੱਲ ਮੈਂ ਮੰਨਦਾ ਵਾਂ ਕਿ ਲੋਕੀ ਬਾਹਰ ਆ ਕੇ ਕਿ ਲੋਨ ਜਿਹੜਾ ਉਹ ਹੌਲੀ ਹੌਲੀ ਤਾਰ ਲੈਣਗੇ, ਪੈਸੇ ਦੀ ਪਰਵਾਹ ਨਾ ਹੋਏ ਬੱਚੇ ਨੂੰ ਤੇ ਬੱਚਾ ਆਪਣਾ ਪੈਸ਼ਨ ਕੰਟੀਨਿਊ ਕਰ ਸਕੇ, ਫੇਰ ਹੀ ਤਰੱਕੀ ਹੋਊਗੀ। ਹਾਂਜੀ ਇਹ ਬਹੁਤ ਜ਼ਰੂਰੀ ਹੈ। ਤੁਹਾਡੀ ਗੱਲ ਸਹੀ ਹੈ ਕਿ ਉਹ ਪੈਸੇ ਦਾ ਵੀ ਪ੍ਰੈਸ਼ਰ ਹੁੰਦਾ ਕਾਫੀ ਜ਼ਿਆਦਾ, ਫਾਈਨੈਂਸ਼ੀਅਲ ਬਹੁਤ। ਪ੍ਰੈਸ਼ਰ ਹੁੰਦਾ ਵਾ ਹਾਂਜੀ ਐਂਡ ਉਹਦੇ ਕਰਕੇ ਵੀ ਹਾਂਜੀ ਹਾਂਜੀ। ਕਾਫੀ ਡਰੀਮਸ ਟੁੱਟ ਜਾਂਦੇ ਨੇ। ਮੋਸਟਲੀ ਉਹਦੇ ਕਰਕੇ ਹੀ ਟੁੱਟਦੇ ਨੇ, ਪੈਸੇ ਕਰਕੇ ਹੀ ਟੁੱਟਦੇ ਨੇ ਡ੍ਰੀਮ। ਕਿ ਇਹ ਹੋਣਾ ਚਾਹੀਦਾ ਕਿ ਬੱਚੇ ਨੂੰ ਪਰਵਾਹ ਨਾ ਹੋਏ ਕਿ ਹਾਂ ਇਸ ਤਰ੍ਹਾਂ ਹੁਣ ਇੰਡੀਆ ਦੇ ਵਿੱਚ ਮੰਨ ਲਓ ਇੰਡੀਆ ਦੀ ਸਰਕਾਰ ਕਹਿਣ ਦੀ ਹੈ ਕਿ ਅਸੀਂ ਬੜੀ ਤਰੱਕੀ ਕਰਨੀ ਗਾਂਹ ਕਰਨੀ ਹੈ, ਬਾਹਰੋਂ ਉਹਨਾਂ ਦਾ ਸਟਰਕਚਰ ਲੱਗਣ ਵੀ ਡਿਆ ਕਿ ਉਹ ਹੈ ਨਾ ਤਰੱਕੀ ਕਰਦੇ ਪਏ ਨੇ, ਉਹਨਾਂ ਨੇ ਕੈਪੀਟਲਿਜ਼ਮ ਵੱਲ ਆਪਣਾ ਪੈਰ ਚੱਕੇ ਦੇ ਨੇ ਬੜੇ ਵਧੀਆ। ਹਾਂ ਮੈਂ ਮੰਨਦਾ ਉਹਨਾਂ ਦੀ ਗੱਲ, ਉਹ ਮਾਰਕੀਟ ਓਪਨ ਕੀਤੀ ਬਹੁਤ ਵਧੀਆ ਕੀਤਾ ਉਹਨਾਂ ਨੇ। ਬਟ ਉਹਨਾਂ ਦਾ R&D ਦੇ ਵਿੱਚ ਜਿਹੜੀ ਕੋਸਟ ਹੈ ਨਾ ਇੰਡੀਆ ਦੇ ਵਿੱਚ, ਜੋ ਗਵਰਨਮੈਂਟ ਸਪੈਂਡਿੰਗ ਹੈ ਉਹ ਹਰ ਸਾਲ ਘਟਾਈ ਜਾਣ ਡੇ ਨੇ। ਈਵਨ ਕਿ ਜਿਹੜੇ ਮਾਈਕਰੋਸਕੋਪਸ ਵਗੈਰਾ ਪ੍ਰੋਵਾਈਡ ਕਰੇ ਦੇ ਨੇ ਸਾਇੰਟਿਸਟ ਨੂੰ, ਉਹਨਾਂ ਦੇ ਵੀ ਰੇਟ ਉਹਨਾਂ ਨੇ ਪਿਛਲੇ ਸਾਲ ਵਧਾਤੇ ਭਾਜੀ। ਸੋ ਜਦੋਂ ਤੁਸੀਂ ਰਿਸਰਚ ਐਂਡ ਡਿਵੈਲਪਮੈਂਟ ਤੇ ਜਿੱਥੇ ਤੁਹਾਡੇ ਪੈਸੇ ਖਰਚ ਹੋਣੇ ਨੇ ਜ਼ਿਆਦਾ, ਤੁਸੀਂ ਉੱਥੇ ਨਹੀਂ ਪੈਸੇ ਖਰਚ ਕਰਨੇ ਤੇ ਬੱਚਿਆਂ ਨੂੰ ਤੁਸੀਂ ਅੱਗੇ ਫਿਊਚਰ ਜਨਰੇਸ਼ਨ ਵਾਸਤੇ ਕੀ ਕਰਨ ਦੇ। ਜੇ ਬੱਚਿਆਂ ਨੇ ਲੋਕਾਂ ਨੇ ਬਾਹਰ ਹੀ ਆਉਣਾ ਨਾ, ਤੇ ਬਾਹਰ ਵੀ ਲੋਕੀ ਕਿੱਦਾਂ ਆਉਂਦੇ ਨੇ ਫਿਰ, ਜਿੰਨਾ ਆਪਣਾ ਪੈਸੇ ਪੂਹੇ ਆ ਉਹ ਸਾਰੇ ਵੇਚ ਵੱਟ ਕੇ ਆਉਂਦੇ ਨੇ ਲੋਕੀ, ਹੈ ਨਾ ਕਿ ਸਾਡੇ ਪੈਸੇ ਲੱਗ ਜਾਣ ਜਿੰਨੇ ਮਰਜ਼ੀ ਅਸੀਂ ਬਾਹਰ ਚੱਲ ਜਾਈਏ। ਤੇ ਬਾਹਰ ਆ ਕੇ ਫਿਰ ਹੁੰਦਾ ਹੈ ਕਿ ਜਿੰਨੇ ਪੈਸੇ ਲਾ ਕੇ ਆਏ ਪਹਿਲੇ ਉਹ ਉਤਾਰ ਲਈਏ। ਪੈਸੇ ਦਾ ਪ੍ਰੈਸ਼ਰ ਸਾਨੂੰ ਉੱਥੋਂ ਹੀ ਬਿਲਡ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਇੱਥੇ ਆ ਕੇ ਤੇ ਬਸ ਫਟਦਾ ਵਾ ਕਿ ਹਾਂ ਬਸ ਦਿਹਾੜੀਆਂ ਲਾਣੀਆਂ ਵਾ, ਕੰਮ ਕਰਨਾ ਵਾ। ਤੇ ਉਹ ਮਾੜੀ ਚੀਜ਼ ਵੀ ਨਹੀਂ ਵਿਚਾਰਿਆਂ ਦੀ, ਉਹਨਾਂ ਦੀ ਵੀ ਮਜਬੂਰੀ ਹੈ ਤੇ ਸਾਡੀ ਵੀ ਰਹੀ ਹੈ ਸ਼ੁਰੂ ਤੇ ਕਿ ਅਸੀਂ ਇਸ ਤਰ੍ਹਾਂ ਕਰਨਾ ਉਸ ਤਰ੍ਹਾਂ ਕਰਨਾ। ਇਹਦੇ ਹੌਲੀ ਹੌਲੀ ਹੁਣ 4 ਸਾਲਾਂ ਦੇ ਵਿੱਚ ਹੌਲੀ ਹੌਲੀ ਚੀਜ਼ਾਂ ਸਿੱਖ ਲਈਆਂ ਨੇ। ਐਂਡ ਵਾਟ ਅਬਾਊਟ ਦੋ ਸਟੂਡੈਂਟਸ ਜਿਹੜੇ ਸਮਝ ਲਓ ਚਲੋ ਫਾਈਨੈਂਸ਼ੀਅਲ ਲੋਨ ਲੈ ਕੇ ਆਏ, ਪ੍ਰੈਸ਼ਰ ਹੈਗਾ ਹੀ ਫਾਈਨੈਂਸ਼ੀਅਲ ਪ੍ਰੈਸ਼ਰ, ਹੁਣ ਜਰਨੀ ਕੰਪਲੀਟ ਹੋ ਚੁੱਕੀ ਆ, ਹੁਣ ਹੌਲੀ ਹੌਲੀ ਲੈਟਸ ਸੇ ਮੈਜੋਰਿਟੀ ਪਾਰਟ ਆਫ ਦਾ ਲੋਨ ਉਤਰ ਚੁੱਕਾ ਵਾ, ਹੁਣ ਉਹਨਾਂ ਦਾ ਮਾਈਂਡ ਸੈਟ ਕੀ ਹੋਣਾ ਬਿਲਕੁਲ। ਚਾਹੀਦਾ ਵਾ? ਹੁਣ ਤੇ ਫਸਟ ਆਫ ਆਲ ਇਹ ਤੇ ਚੀਜ਼ ਦਾ ਤੁਹਾਡੇ ਕੋਲ ਐਕਸਪੀਰੀਅੰਸ ਲੈ ਸਕਦੇ ਆ, ਮੈਂ ਤੇ ਖੁਦ ਸਟੱਡੀ ਕਰਦਾ ਇਸ ਚੀਜ਼ ਬਾਰੇ, ਤੁਸੀਂ ਵੀ ਦੱਸ ਸਕਦੇ ਕਿਉਂਕਿ ਤੁਸੀਂ ਰੀਸੈਂਟਲੀ ਜੋਬ ਵੀ ਛੱਡੀ ਹੈ ਨਾ ਆਪਣੀ। ਮੈਂ ਉਸ ਚੀਜ਼ ਤੇ ਵੀ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੂੰਗਾ। ਮੇਰਾ ਤੇ ਹਰ ਬੱਚੇ ਨੂੰ ਇਹੋ ਹੋਊਗਾ ਕਿ ਯੂ ਸੀ ਅਸੀਂ ਮੈਜੋਰਿਟੀ ਪਾਰਟ ਆਫ ਫਸਟ ਹਾਫ ਕੁਆਟਰ ਜਿਹੜਾ ਕਹਿੰਦੇ 1 to 25 ਈਅਰਸ ਜੀ ਚੁੱਕੇ ਹੁੰਦੇ ਜਦੋਂ ਤੱਕ ਇਹ ਸਾਰਾ ਕੰਮ ਮੁੱਕਦਾ ਵਾ, ਰਾਈਟ। ਸੋ 1 to 25 ਈਅਰਸ ਜਿੰਨੀ ਤੁਸੀਂ ਲਾਈਫ ਜਿੰਦੇ ਜੇ ਨਾ, ਮੈਨੂੰ ਲੱਗਦਾ ਵਾ ਕਿ ਉਹ 'ਚ ਅਸੀਂ ਇੰਨੇ ਕੁ ਤੇ ਮੈਚਿਓਰ ਹੋ ਜਾਂਦੇ ਹਾਂ ਕਿ ਅਸੀਂ ਪੈਟਰਨ ਵੇਖਣ ਲੱਗ ਪੈਂਦੇ ਲਾਈਫ 'ਚ। ਹਿਊਮਨ ਇੱਕ ਇਨਸਾਨ ਦੀ ਟੈਂਡੈਂਸੀ ਆ ਲਾਈਫ 'ਚ ਪੈਟਰਨ ਲੱਭਣਾ, ਅਤੇ ਉਹ ਕਦੀ ਕਦੀ ਹੈਲਪਫੁਲ ਹੁੰਦਾ ਵਾ, ਕਦੀ ਕਦੀ ਨਹੀਂ ਵੀ ਹੁੰਦਾ। ਬਟ ਇੰਨੇ ਕਿਤੇ ਪੈਟਰਨ ਵੇਖ ਚੁੱਕੇ ਹਾਂ ਕਿ ਹਾਂ ਸਾਨੂੰ ਕੀ ਚੀਜ਼ ਖੁਸ਼ ਕਰਦੀ ਕੀ ਨਹੀਂ ਕਰਦੀ। ਮਾੜਾ ਟਾਈਮ ਆਉਂਦਾ ਵਾ, ਚੰਗਾ ਟਾਈਮ, ਇਹ ਚੱਲਦਾ ਰਹਿਣਾ ਵਾ, ਮੁਸ਼ਕਿਲਾਂ ਆਉਣਗੀਆਂ, ਇੱਦਾਂ ਹੀ ਅੱਗੇ ਵਧਣਾ ਵਾ। ਅਤੇ ਮੇਰਾ ਤਾਂ ਉਸ ਬੱਚੇ ਨੂੰ ਜਿਹੜਾ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਵਾ, ਹੁਣ ਆਪਣੇ ਕਰੀਅਰ ਵੱਲ ਜਾ ਰਿਹਾ, ਉਹਨੂੰ ਇਹੋ ਹੋਊਗਾ ਕਿ ਉਸ ਚੀਜ਼ 'ਚ ਸਭ ਤੋਂ ਜ਼ਿਆਦਾ ਤਾਂ ਆਪਣੇ ਆਪ 'ਚ ਇਨਵੈਸਟ ਕਰੇ ਅਤੇ ਕੋਈ ਸਕਿੱਲ ਲਰਨ ਕਰਨ ਦੀ ਕੋਸ਼ਿਸ਼ ਕਰੇ। ਅਤੇ ਥਰਡ ਥਿੰਗ ਆਪਣੀ ਹੈਪੀਨੈਸ ਨੂੰ ਡਿਫਾਈਨ ਕਰੇ ਇਨ ਵਰਡਸ। ਹੁਣ ਐਂਡ ਉਹ ਹੈਪੀਨੈਸ ਦੀ ਡੈਫੀਨੇਸ਼ਨ ਕੋਈ ਇੱਦਾਂ ਨਹੀਂ ਆ ਕਿ ਫॉर ਵਨਸ ਐਂਡ ਆਲ ਹੀ ਬਣਾਉਣੀ ਆ, ਉਹ ਬਦਲ ਵੀ ਸਕਦੀ 1 ਸਾਲ ਨੂੰ 2 ਸਾਲ ਨੂੰ, ਜਦੋਂ ਹਾਲਾਤ ਬਦਲਦੇ ਆ, ਫੈਮਿਲੀ ਸਟਰਕਚਰ ਬਦਲਦਾ ਵਾ, ਤੁਹਾਡੀ ਜ਼ਿੰਦਗੀ ਬਦਲਦੀ। ਹੁਣ ਮੈਂ ਆਪਣੀ ਹੈਪੀਨੈਸ ਨੂੰ ਡਿਫਾਈਨ ਕਰਾਂ ਕਿ ਇੱਕ ਤਾਂ ਮੈਂ
ਫਿਜ਼ੀਕਲੀ ਹੈਲਦੀ ਹੋਵਾਂ, ਹੈ ਨਾ, ਮੈਂ ਮੈਂਟਲੀ ਹੈਲਦੀ ਹੋਵਾਂ, ਮੈਂ ਟਰੈਵਲ ਕਰ ਸਕਾਂ, ਮੈਂ ਆਪਣਾ ਫੂਡ ਬਣਾਉਣ 'ਚ ਮੈਨੂੰ ਬੜੀ ਖੁਸ਼ੀ ਮਿਲਦੀ। ਸੋ ਇਹੋ ਜਿਹੀਆਂ ਚੀਜ਼ਾਂ ਡਿਫਾਈਨ ਕਰਨੀਆਂ, ਕਿਉਂਕਿ ਇਹ ਮੈਨੂੰ ਸੱਚੀ ਖੁਸ਼ੀ ਦਿੰਦੀਆਂ ਵਾ। ਅਤੇ ਉਹਨੂੰ ਡਿਫਾਈਨ ਕਰਨ ਨਾਲ ਹੁੰਦਾ ਇਹ ਵਾ ਕਿ ਜਦੋਂ ਤੁਸੀਂ ਉਹ ਚੀਜ਼ਾਂ ਕਰਦੇ ਜੇ, ਤੁਸੀਂ ਸੋਚਦੇ ਜੇ ਕਿ ਯਾਰ ਮੈਂ ਹੈਪੀਨੈਸ ਬਾਹਰ ਲੱਭਣ ਦੀ ਲੋੜ ਹੀ ਨਹੀਂ, ਇਹੋ ਚੀਜ਼ 'ਚ ਤਾਂ ਮੈਨੂੰ ਖੁਸ਼ੀ ਮਿਲਦੀ ਸੀ, ਮੈਂ ਇਹੋ ਡੈਫੀਨੇਸ਼ਨ ਬਣਾਈ ਸੀ ਅਤੇ ਇਹੋ ਚੀਜ਼ ਮੈਂ ਕਰ ਰਿਹਾ, ਸੋ ਮੈਨੂੰ ਖੁਸ਼ ਹੋਣਾ ਚਾਹੀਦਾ ਵਾ। ਸੋ ਇੱਕ ਤਾਂ ਮੈਂ ਇਹ ਕਹੂੰਗਾ, ਸੋ ਆਹ 2-3 ਚੀਜ਼ਾਂ ਕਹੂੰਗਾ ਕਿ ਫਿਜ਼ੀਕਲ ਅਤੇ ਮੈਂਟਲ ਹੈਲਥ ਨੂੰ ਹਮੇਸ਼ਾ ਧਿਆਨ ਰੱਖੋ, ਬਿਕੋਜ਼ ਅਸੀਂ ਫੋਰ ਗ੍ਰਾਂਟਿਡ ਲੈ ਜਾਂਦੇ ਹਾਂ ਓਨੈਸਟਲੀ, ਜਦੋਂ ਤੱਕ ਤੁਹਾਨੂੰ ਕੋਈ ਟ੍ਰੈਜਡੀ ਨਹੀਂ ਬਿਲਕੁਲ ਆਉਂਦੀ ਉਹੋ ਜੀ। ਟ੍ਰੈਜਡੀ ਨਹੀਂ ਆਉਂਦੀ। ਮੈਂ ਅਵੋਇਡ ਕਰਦਾ ਵੈਸੇ ਸ਼ੂਗਰ ਵਾਲੀਆਂ ਚੀਜ਼ਾਂ ਨਾ ਖਾਵਾਂ ਪੀਵਾਂ, ਬਟ ਜੇਕਰ ਐਕਸਰਸਾਈਜ਼ ਦੀ ਗੱਲ ਕਰੋ ਉਹਦੇ 'ਚ ਮੈਂ ਬੜਾ ਆਲਸੀ ਹੋ ਜਾਂਦਾ ਕਿ ਮੈਨੂੰ ਬਾਹਰ ਜਾ ਕੇ ਮਤਲਬ ਆਲਰੇਡੀ ਕੰਮ ਤੋਂ ਫਿਰ ਇੱਧਰ ਆਪਣਾ ਕਾਲਜ ਇਹਨਾਂ ਚੀਜ਼ਾਂ ਤੋਂ ਇੰਨਾ ਥੱਕ ਗਏ ਹੁੰਦੇ ਆ ਕਿ ਸੌਂ ਕੇ ਬਸ ਜੀ ਕਰਦਾ ਵਾ ਕਿ ਸੋਤੇ ਰਹੀਏ। ਆਈ ਨੋ ਮੈਨੂੰ ਉਹਦੇ 'ਤੇ ਹਜੇ ਥੋੜ੍ਹਾ ਕੰਮ ਕਰਨ ਦੀ ਲੋੜ ਆ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਬਟ ਮੈਂਟਲ ਅਤੇ ਫਿਜ਼ੀਕਲ ਹੈਲਥ ਆਫ ਕੋਰਸ, ਮੈਂਟਲ ਹੈਲਥ ਨੂੰ ਤਾਂ ਮੈਂ ਆਪਣਾ ਕਰਦਾ ਵਾਂ ਮੈਡੀਟੇਸ਼ਨ ਵਗੈਰਾ ਜਾਂ ਬੁੱਕਸ ਵਗੈਰਾ ਰੀਡ ਕਰਦਾ ਵਾਂ, ਬਟ ਫਿਜ਼ੀਕਲ ਹੈਲਥ ਐਂਡ ਹਜੇ ਫਿਜ਼ੀਕਲ ਹੈਲਥ ਤੋਂ ਥੋੜ੍ਹੀ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕੋਈ ਜਿਮ ਜਾਣਾ ਲਾ ਕੇ ਜਾਂ ਕੁਛ, ਕੋਈ ਵੀ ਐਕਟੀਵਿਟੀ, ਭਾਵੇਂ ਵਾਕਿੰਗ ਹੋਵੇ, ਭਾਵੇਂ ਡਾਂਸਿੰਗ ਸਿੱਖਣੀ ਹੈ, ਐਨੀਥਿੰਗ, ਲਾਈਕ ਬਿਲਕੁਲ ਭਾਵੇਂ ਕਿਤੇ ਬਿਲਕੁਲ ਬਾਹਰ ਜਾ ਕੇ ਬਹਿਣਾ ਹੀ ਆ ਪਾਰਕ 'ਚ, ਕਿਤੇ ਘੁੰਮ ਕੇ ਆਉਣਾ ਬਾਈ ਵਾਕਿੰਗ। ਸੋ ਐਨੀ ਕਾਈਂਡ ਆਫ ਫਿਜ਼ੀਕਲ ਐਕਟੀਵਿਟੀ, ਫਿਜ਼ੀਕਲ ਮੈਂਟਲ ਹੈਲਥ, ਕੋਈ ਸਕਿੱਲ ਸਿੱਖੋ, ਅਤੇ ਸਭ ਤੋਂ ਜ਼ਿਆਦਾ ਆਪਣੇ ਆਪ 'ਚ ਇਨਵੈਸਟ ਕਰਨਾ ਬਿਲਕੁਲ ਚਾਹੀਦਾ ਮੈਨੂੰ ਲੱਗਦਾ ਬੱਚੇ ਨੂੰ, ਕਿਉਂਕਿ ਜਿਹੜੇ 25 to 30 ਈਅਰਸ ਹੋਣਗੇ ਨਾ ਆਫ ਏਜ, ਉਹਦੇ 'ਚ ਜਿੰਨਾ ਹਾਂਜੀ ਤੁਸੀਂ ਇਨਪੁਟ ਪਾ ਲੋਗੇ ਨਾ, ਜੋ ਵੀ ਤੁਸੀਂ ਇਨਪੁਟ ਪਾ ਲੋਗੇ, ਠੀਕ ਹੈ, ਉਹ ਆਉਣ ਵਾਲੇ ਸਾਲਾਂ 'ਚ ਕੰਪਾਊਂਡ ਹੋਣਾ ਵਾ। ਦੈਟਸ ਦ ਜਿਸਟ ਆਫ ਇਟ। ਉਹ ਫਿਰ ਤੁਹਾਨੂੰ ਕੁਝ ਕਰਨਾ ਨਹੀਂ ਪਊਗਾ, ਉਹ ਬਿਲਕੁਲ ਕੰਪਾਊਂਡ ਹੀ ਹੋਣਾ ਵਾ 30 ਤੋਂ ਲੈ ਕੇ 45 ਤੱਕ ਜਾਂ 50 ਤੱਕ, ਕਿਉਂਕਿ ਅਗਲਾ ਸਟ੍ਰੈਚ ਲੰਬਾ ਹੁੰਦਾ ਵਾ। ਪਰ 25 ਤੋਂ ਪਰ 25 ਤੋਂ 30 ਇੱਕ ਹੋਰ ਆ ਜਾਂਦਾ ਨਾ, ਸਾਡੇ ਤੇ ਪ੍ਰੈਸ਼ਰ ਵਿਆਹ ਕਰਾ ਲਾ। ਹਾਂ, ਉਹ ਬਿਲਕੁਲ 25 ਬਿਲਕੁਲ ਤੋਂ 30 ਦੀ ਏਜ ਹੈ 25 ਜਿਹੜੀ ਤੋਂ 30 ਉਹ ਵਿਆਹ ਕਰਾਉਣ ਦਾ ਆ ਜਾਂਦਾ, ਬਟ ਸਟਿਲ ਮੈਂ ਕਹੂੰਗਾ ਆਪਣੇ ਆਪ 'ਤੇ ਇਨਵੈਸਟ ਕਰਦੇ ਰਹੋ। ਐਂਡ ਚਲੋ ਹਾਂਜੀ ਉਹ ਅਸੀਂ ਹੋਰ ਕਿਸੇ ਦਿਨ ਕਰਾਂਗੇ ਕਿ ਉਹ ਮੈਂਟੈਲਿਟੀ ਕੀ ਆ ਕਮਿਊਨਿਟੀ ਦੀ, ਬਟ ਹਾਂ ਮੇਰਾ ਤਾਂ ਇਹ ਹੋਊਗਾ ਬਿਲਕੁਲ ਕਿ ਬਿਲਕੁਲ ਬੱਚੇ ਆਪਣੇ ਵੱਲ ਇਨਵੈਸਟ ਕਰਨ, ਬਿਕੋਜ਼ ਇਹੋ ਟਾਈਮ ਆ ਕਿ ਅਸੀਂ ਰਿਸਕ ਜਿੰਨਾ ਵੀ ਲੈ ਸਕਦੇ ਹਾਂ ਨਾ ਅਸੀਂ ਆਪਣੀ ਲਾਈਫ 'ਚ, ਲਾਈਕ the most amount of risk I can ਲੈ ਲਓ take in my life is right now today, and the most amount of risk you can ਰਾਈਟ take in ਨਾਓ। your life is right now today. ਤੁਸੀਂ ਕੱਲ੍ਹ ਜਦੋਂ ਉੱਠੋਗੇ ਨਾ, ਤੁਹਾਡਾ ਰਿਸਕ ਬਿਲਕੁਲ ਐਕਸਪੋਜਰ ਘੱਟ ਜਾਣਾ। ਜਦੋਂ ਮੈਂ ਕੱਲ੍ਹ ਉੱਠੂੰਗਾ, ਮੇਰਾ ਰਿਸਕ ਘੱਟ ਜਾਣਾ ਐਕਸਪੋਜਰ ਘੱਟ ਜਾਣਾ। ਏਜ ਜਿੰਨੀ ਵੱਧਦੀ, ਰਿਸਕ ਐਕਸਪੋਜਰ ਉਨਾ ਹੀ ਘੱਟਦਾ ਜਾਂਦਾ ਵਾ ਫॉर ਅ ਲੋਟ, ਕਿੰਨੇ ਫੈਕਟਰਸ ਹੁੰਦੇ। ਸੋ ਮੈਂ ਕਹੂੰਗਾ ਹਰ ਇੱਕ ਦਾ ਰਿਸਕ ਐਕਸਪੋਜਰ ਵੱਖਰਾ ਹੁੰਦਾ, ਬਟ ਜਿੰਨਾ ਵੀ ਹੋਊਗਾ ਨਾ, ਉਹ ਮੈਕਸੀਮਮ ਅਮਾਊਂਟ ਤੁਸੀਂ ਅੱਜ ਹੀ ਰਿਸਕ ਲੈ ਸਕਦੇ ਜੇ ਰਾਈਟ ਨਾਓ। ਐਂਡ ਅੱਜ ਮੈਂ ਚਾਹਾਂ ਤੇ ਅੱਜ ਹੁਣ ਰਾਈਟ ਮੈਂ ਨਾਓ ਕੰਮ ਛੱਡਿਆ ਹੀ ਹੈ, ਤੁਸੀਂ ਗੱਲ ਕਰ ਰਹੇ, ਮੈਂ ਕੰਮ ਛੱਡਿਆ ਵਾ, ਮੈਂ ਸੋਚ ਸਮਝ ਕੇ ਛੱਡਿਆ ਸੀ, ਬਟ ਮੈਂ ਛੱਡਣਾ ਚਾਹੁੰਦਾ ਹਾਂ। ਮੈਂ ਸੇਵਿੰਗਸ ਕੀਤੀਆਂ ਸੀ, ਮੈਨੂੰ ਹੁਣ 3-4 ਮਹੀਨੇ ਹੋ ਗਏ ਮੈਂ ਕੰਮ ਨਹੀਂ ਕੀਤਾ, ਕੰਮ ਲੱਭ ਰਹੇ ਹਾਂ, ਬਟ ਮੈਨੂੰ ਮਨੀ ਦਾ ਪ੍ਰੈਸ਼ਰ ਨਹੀਂ ਫੀਲ ਹੋ ਰਿਹਾ। ਮੈਨੂੰ ਜ਼ਿਆਦਾ ਪ੍ਰੈਸ਼ਰ ਇਹ ਫੀਲ ਹੋ ਰਿਹਾ ਕਿ ਜੋ ਮੈਂ ਕਰਨਾ ਚਾਹੁੰਦਾ ਉਹਦੇ ਨਾਲ ਅਲਾਈਨ ਹੋਵੇ, ਜਿਹੜਾ ਮੈਂ ਫਿਊਚਰ ਆਪਣੇ ਲਈ ਵੇਖਿਆ ਵਾ ਜਾਂ ਜਿਹੋ ਜਿਹਾ, ਉਹਦੇ ਨਾਲ ਅਲਾਈਨ ਹੋਵੇ। ਸੋ ਮੈਂ ਬਿਲਕੁਲ ਉਹਦਾ ਪ੍ਰੈਸ਼ਰ ਜ਼ਿਆਦਾ ਵਾ, ਮਨੀ ਦਾ ਘੱਟ ਆ। ਬਟ ਜਿੱਥੇ ਆ ਤੁਸੀਂ ਰਿਸਕ ਫੈਕਟਰ ਜਿਹੜਾ ਤੁਸੀਂ ਕਹਿੰਦੇ, ਰਿਸਕ ਫੈਕਟਰ ਦੇ ਵਿੱਚ ਉਹ ਮੈਂ ਗੈਰੀ ਵੀ ਨੂੰ ਇੱਕ ਨੂੰ ਫੋਲੋ ਕਰਦਾ ਹੈ ਨਾ, ਟਿਕਟੋਕ ਤੇ ਮੈਂ ਜਿਹੜੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ ਅਸਲ ਦੇ ਵਿੱਚ ਮੈਂ ਉਹ ਬੰਦੇ ਕਰਕੇ ਹੈ ਨਾ, ਉਹਨੇ ਬੜਾ ਆਈ ਨੋ ਗੈਰੀ ਵੀ ਇੱਕ ਗੈਰੀ ਨਾਮ ਵੀ ਉਹਦਾ, ਬਾਰੇ। ਉਹ ਕਹਿੰਦਾ ਬਣਾਓ, ਤੇ ਉਹ ਬੰਦੇ ਨੇ ਕਿਹਾ ਕਿ 30 ਸਾਲ ਤੱਕ ਤੇ ਕਹਿੰਦਾ ਭਾਵੇਂ ਤੁਹਾਡਾ ਬੈਂਕ ਬੈਲੈਂਸ ਜ਼ੀਰੋ ਹੀ ਹੋ ਜੇ ਤੇ ਕੋਈ ਗੱਲ ਨਹੀਂ ਹੈਗੀ, ਤੁਹਾਨੂੰ ਤੁਸੀਂ ਕੰਟੀਨਿਊ ਰੱਖੋ ਆਪਣਾ, ਕਹਿੰਦਾ ਐਗਜ਼ੈਕਟਲੀ। ਰਿਸਕ ਲੈਂਦੇ ਰਹੋ। ਦੂਸਰਾ ਐਂਡ ਹੀ ਹਾਂਜੀ ਦੂਸਰਾ ਮੇਰਾ ਵੀਡੀਓਜ਼ ਬਣਾਉਣ ਦਾ ਮੇਨ ਜਿਹੜਾ ਆਇਆ ਵੀ ਮੇਨ ਜਿਹੜਾ, ਉਹ ਮੈਂ ਤੁਹਾਡੇ ਤੋਂ ਵੀ ਬੜਾ ਕੁਝ ਸਿੱਖਿਆ ਕਿ ਤੁਸੀਂ ਵੀਡੀਓਜ਼ ਬਣਾਉਂਦੇ ਹੁੰਦੇ ਸੀ। ਇੱਕ ਕੰਟੀਨਿਊ ਜਦੋਂ ਮੈਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਸੀ, ਉਦੋਂ ਮੈਂ ਤੁਹਾਨੂੰ ਵੀ ਕਰਦਾ ਹੁੰਦਾ ਫੋਲੋ ਕਿ ਮੈਂ ਹੈ ਇੱਥੇ ਬੰਦਾ ਰੋਜ਼ ਬਣਾਈ ਜਾਂਦਾ ਫਿਰ ਉਸ ਚੀਜ਼ ਤੋਂ ਵੀ ਮੈਂ ਸਿੱਖਿਆ ਤੇ ਫਿਰ ਆਪਣਾ ਕੰਟੀਨਿਊ ਰਿਹਾ। ਰਿਸਕ ਫੈਕਟਰ ਹੁਣ ਲੈਣੇ ਸਿੱਖ ਲਏ ਮੈਂ ਉਸ ਚੀਜ਼ ਵੱਲੋਂ। ਐਂਡ ਹੀ ਇਜ਼ ਰਾਈਟ। ਤੁਹਾਨੂੰ ਜਿੰਨਾ ਰਿਸਕ ਤੋਂ ਮਤਲਬ ਕਿ ਤੁਸੀਂ ਕੋਈ ਚੀਜ਼ ਨਵੀਂ ਸ਼ੁਰੂ ਕਰਨੀ ਆ, ਤੁਸੀਂ ਫੇਲ ਵੀ ਹੋ ਜਾਓਗੇ, ਇਟਸ ਓਕੇ। ਅੱਜ ਮੈਂ ਕੰਮ ਛੱਡਿਆ ਵਾ, ਮੈਨੂੰ 6 ਸਾਲ ਹੋ ਗਏ ਆ, ਮੈਂ ਕਾਫੀ ਮਿਹਨਤ ਕਰ ਚੁੱਕਾ। ਹੁਣ ਆਪਣੇ ਲਈ ਮੈਂ 100% ਆਪਣੇ 'ਚ ਪਾਉਣਾ ਚਾਹੁੰਦਾ। ਜੇ ਨਾ ਵਰਕਆਊਟ ਕੀਤਾ, ਆਈ ਵਿਲ ਨਾਟ ਹੈਵ ਦਾ ਰਿਗਰੈਟ ਕਿ ਮੈਂ ਟਰਾਈ ਨਹੀਂ ਕੀਤਾ ਸੀ, ਬਿਕੋਜ਼ ਮੇਰੇ ਕੋਲ ਇੰਨਾ ਦੇ ਬੇਸ ਹੈਗਾ, ਮੇਰੇ ਕੋਲ ਇੰਨੀ ਨੌਲੇਜ, ਇੰਨਾ ਮੈਂ ਕੰਮ ਕਰ ਚੁੱਕਾ ਕਿ ਜਾ ਕੇ ਮੈਂ ਵਾਪਸ ਫੈਕਟਰੀਆਂ 'ਚ ਲੱਗ ਕੇ ਜਾਂ ਵੇਅਰ ਹਾਊਸਿਸ 'ਚ, ਰੈਸਟੋਰੈਂਟਸ 'ਚ ਲੱਗ ਕੇ ਸਿਕਿਉਰਿਟੀ ਦਾ ਕੰਮ ਕਰਕੇ ਮੈਂ ਆਪਣਾ ਰੂਟੀਨ ਚਾਲੂ ਕਰਨਾ ਹੋਵੇ ਬੇਸਿਕ, ਤੇ ਉਹ ਤਾਂ ਕਰ ਹੀ ਸਕਦਾ ਵਾਂ। ਬਟ ਇਸ ਵੇਲੇ ਜੇ ਮੈਂ ਕਰ ਟਰਾਈ ਹੀ ਕਰਨਾ ਸਕਦਾ ਕੁਝ ਵੱਖਰਾ ਕਰਾਂਦਾ, ਤਾਂ ਅੱਜ ਹੀ ਆ ਰਿਸਕ ਸਭ ਤੋਂ ਜ਼ਿਆਦਾ ਲੈ ਸਕਦਾ ਮੈਂ।
ਸੋ ਇਹ ਮੈਨੂੰ ਬਿਲਕੁਲ ਲੱਗਦਾ ਇਹ ਬੱਚੇ ਨੂੰ ਦਿਮਾਗ 'ਚ ਇਨਸਾਨ ਨੂੰ ਰੱਖਣਾ ਚਾਹੀਦਾ ਜ਼ਰੂਰ। ਤੇ ਬਿਲਕੁਲ ਬਿਲਕੁਲ ਕੁਨਾਲ, ਹਾਂ, ਇਹ ਐਜ਼ ਅ ਕਮਿਊਨਿਟੀ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਾਂਗੇ ਐਜ਼ ਅ ਕਮਿਊਨਿਟੀ, ਫਿਰ ਹੀ ਇਹ ਯਾ ਚੀਜ਼ਾਂ ਅੱਗੇ ਆਉਣਗੀਆਂ। ਜੇ ਅਸੀਂ ਕਰਾਂਗੇ ਨਾ ਇਸ ਚੀਜ਼ ਨੂੰ ਤੇ ਉਹ ਫਿਰ ਐਂਡ ਓਬਵੀਅਸਲੀ ਜੇ ਤੁਸੀਂ ਦਬਦੀਆਂ ਅਰਾਊਂਡ ਵੀ ਰਹਿਣਗੀਆਂ ਚੀਜ਼ਾਂ। ਦੇਖੋ, ਕੋਈ ਵੀ ਆਰਟਿਸਟ ਲੈ ਲਓ, ਏ ਢਿੱਲੋਂ ਲੈ ਲਓ, ਗਾਣੇ ਸੁਣਦੇ ਆ, ਆਪਣੇ ਪੌਪ ਕਲਚਰ ਬੜਾ ਵਾ ਗਾਣਿਆਂ ਦਾ ਪੰਜਾਬ 'ਚ, ਸਿੱਧੂ ਮੂਸੇਵਾਲਾ ਲੈ ਲਓ। ਹਾਂਜੀ ਇੱਦਾਂ ਕੋਈ ਜਾਦੂ ਹਾਂਜੀ ਨਹੀਂ ਹਾਂਜੀ ਹੋਇਆ ਸੀ ਕਿ ਇੱਕ ਦਿਨ ਉੱਠ ਕੇ ਉਹਨਾਂ ਨੇ ਕਿਹਾ ਮੈਂ ਗਾਣਾ ਬਣਾਉਣਾ। ਉਹਨਾਂ ਨੇ ਵੀ ਕਈ ਗਾਣੇ ਹੋਣੇ ਜਿਹੜੇ ਮੈਂ ਕਦੀ ਬਿਲਕੁਲ। ਸੁਣੇ ਨਹੀਂ ਹੋਣੇ, ਜਿਹੜੇ ਤੁਸੀਂ ਨਹੀਂ ਕਦੀ ਸੁਣੇ ਹੋਣੇ। ਕਈ ਟਰਾਈਆਂ ਜਦੋਂ ਉਹਨਾਂ ਨੇ ਫੇਲ ਹੋਏ ਹੋਣੇ, ਕਈ ਹੂੰ ਵਾਰੀ ਉਹਨਾਂ ਨੇ ਕਹਿਣਾ ਕਿ ਇਹ ਤੇ ਐਵੇਂ ਗਾਣੇ ਬਣਾਉਂਦਾ, ਉਹਨਾਂ ਨੇ ਦੋਸਤਾਂ ਨੇ ਕਿਹਾ ਹੋਣਾ, ਹੈ ਨਾ। ਬਟ ਉਹ ਇੱਦਾਂ ਹੀ ਈਵਨ ਕਿ ਸਿੱਧੂ ਮੂਸੇਵਾਲੇ ਦਾ, ਬਿਲਕੁਲ ਤੁਹਾਡੀ ਗੱਲ ਬਿਲਕੁਲ 100% ਇਸ ਗੱਲ ਸਹੀ ਕਿ ਸਿੱਧੂ ਮੂਸੇਵਾਲਾ ਤੁਹਾਨੂੰ ਪਤਾ ਕਿ ਉਹ ਪਹਿਲੇ ਬਣਨਾ ਹੀ ਉਹ ਚਾਹੁੰਦਾ ਸੀ, ਸਿੰਗਰ ਬਣਨਾ ਚਾਹੁੰਦਾ ਸੀ। ਤੇ ਉਹਨੂੰ ਉਹਦੇ ਸਿੰਗਰ ਨੂੰ ਉਹਨੂੰ ਕੋਈ ਗਾਣਾ ਨਹੀਂ ਦਿੱਤਾ ਕਿਸੇ ਸਿੰਗਰ ਨੇ, ਉਦੋਂ ਉਹ ਬੋਲਿਆ ਵੀ ਆਪਣੇ ਇੰਟਰਵਿਊ ਦੇ ਵਿੱਚ। ਤੇ ਉਹ ਬੰਦੇ ਨੇ ਆਪਣੀ ਸਕਿੱਲਸ ਨੂੰ ਇੰਪਰੂਵ ਕਰਕੇ ਆਪਣੇ ਲਿਖਣ ਦੀਆਂ ਸਕਿੱਲਸ ਬਣਾ ਲਈਆਂ, ਤੇ ਹੁਣ ਤੇ ਸਾਰਿਆਂ ਨੂੰ ਪਤਾ ਹੀ ਉਹਦੀਆਂ ਕਿੱਦਾਂ ਦੇ ਗਾਣੇ ਐਗਜ਼ੈਕਟਲੀ ਉਹਦੇ। ਐਗਜ਼ੈਕਟਲੀ ਐਂਡ ਉਹੀ ਟਾਈਮ ਹੀ ਉਹਦਾ ਕਿ ਉਹ 100% ਐਫਰਟ ਪਾ ਸਕਦਾ ਹੀ ਆਪਣੇ ਪੈਸ਼ਨ 'ਚ। ਐਂਡ ਮੇਬੀ ਨਾ ਵਰਕਆਊਟ ਕਰਦਾ, ਬਟ ਉਹਨੂੰ ਇਹ ਬਿਲਕੁਲ ਰਿਗਰੈਟ ਨਹੀਂ ਹੋਣਾ ਸੀ ਕਿ ਯਾਰ ਮੈਂ ਟਰਾਈ ਨਹੀਂ ਕੀਤਾ। ਉਹ ਵਰਕਆਊਟ ਕਰ ਗਿਆ, ਇਟ ਵਰਕਡ ਵੈਲ, ਇਟਸ ਟਰਾਈ ਫਾਈਨ। ਨਹੀਂ ਕੀਤਾ। ਬਟ ਜ਼ਿਆਦਾ ਮੈਟਰ ਇਹ ਕਰਦਾ ਕਿ ਵੇਖੋ ਹੀ ਟਰਾਈਡ, ਹੈ ਨਾ। ਜ਼ਿਆਦਾ ਮੈਟਰ ਇਹ ਕਰਦਾ ਐਵਰੀਬਡੀ ਐਲਸ ਟਰਾਈਡ, ਹੀ ਟਰਾਈਡ। ਬਿਕੋਜ਼ ਬਿਲਕੁਲ ਨੋਰਮਲ ਬਿਲਕੁਲ ਸਟੀਰੀਓਟਿਪੀਕਲ ਫੈਮਿਲੀ ਸਾਡੀ ਪੰਜਾਬੀਆਂ 'ਚ ਇਹ ਨਹੀਂ ਹੁੰਦਾ ਕਿ ਹਾਂਜੀ ਚੱਲ ਗਾਣੇ ਗਾ ਲਾ ਤੂੰ, ਹੈ ਨਾ। ਅੰਟਿਲ ਅਨਲੈਸ ਉਹ ਕੰਮ ਕਰਨ ਲੱਗ ਪਏ ਤੇ ਫਿਰ ਘਰ ਹਾਂਜੀ। ਵਾਲੇ ਖੁਸ਼ ਹੋ ਜਾਂਦੇ। ਬਟ ਐਨੀਵੇਜ਼, ਕੁਨਾਲ, ਵੱਡਾ ਸਵਾਲ ਇਹ ਤੁਹਾਨੂੰ ਮੈਂ ਪੁੱਛਦਾ ਚਲੋ ਕਿ ਇੰਡੀਆ ਔਰ ਅਬਰੋਡ, ਕੀ ਅੱਜ ਦੀ ਹੂੰ ਦੁਨੀਆ 'ਚ ਇਕੁਏਸ਼ਨ ਕੀ ਆ? ਅੱਜ ਦੀ ਦੁਨੀਆ 'ਚ ਵੇਖੋ, ਇੰਡੀਆ ਵੀ ਗਰੋ ਕਰਦਾ ਪਿਆ, ਬੜੇ ਸਟਾਰਟਅਪ ਆਉਂਦੇ ਨੇ, ਇੱਕ ਡਿਵੈਲਪਿੰਗ ਮਾਰਕੀਟ ਆ। ਬਟ ਸਟੱਡੀਜ਼ ਵਗੈਰਾ ਜੇ ਮੈਚਿਓਰ ਹੋਣਾ ਬੰਦੇ ਨੇ, ਉਹ ਜ਼ਿਆਦਾ ਹੀ ਇੱਥੇ ਖੁੱਲ੍ਹ ਕੇ ਵੀ ਬਾਹਰ ਆ ਕੇ ਵੀ ਦੋਨੋਂ ਪਾਸੇ ਬੜੀਆਂ ਓਪਰਚੁਨਿਟੀਜ਼ ਨੇ। ਇੰਡੀਆ ਦੇ ਵਿੱਚ ਵੀ ਬਹੁਤ ਓਪਰਚੁਨਿਟੀਜ਼ ਨੇ, ਬਟ ਹਾਂ ਉੱਥੇ ਤੁਹਾਨੂੰ ਮਿਹਨਤ, ਕੰਪੀਟੀਸ਼ਨ ਜ਼ਿਆਦਾ। ਇੱਥੇ ਤੁਸੀਂ ਆਉਣਾ, ਤੁਸੀਂ ਚੀਜ਼ਾਂ ਸਿੱਖਣੀਆਂ, ਸਟੱਡੀ ਕਰਨੀ, ਫਿਰ ਜੇਕਰ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਤਾਂ ਉਹ ਤੁਹਾਡੀ ਇੱਛਾ ਹੋਣੀ ਚਾਹੀਦੀ। ਤੁਸੀਂ ਵਾਪਸ ਜਾ ਕੇ ਵੀ ਬਹੁਤ ਵਧੀਆ ਕੰਮ ਕਰ ਸਕਦੇ ਹੋ ਉੱਥੇ। ਹਾਂ ਥੋੜ੍ਹਾ ਉੱਥੇ ਲੋਅ ਐਂਡ ਆਰਡਰ ਖਰਾਬ ਆ, ਬਾਕੀ ਚੀਜ਼ਾਂ ਵੀ ਨਹੀਂ ਸਰਕਾਰ ਸਹੀ ਕਰਦੀ ਪਈ, ਬਟ ਫਿਰ ਵੀ ਜੇ ਮੈਂ ਹੁਣ ਵੀ ਕਹਾਂ, ਜੇ ਤੁਸੀਂ ਆਪਣਾ ਪੈਸਾ ਵੀ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਇੰਡੀਅਨ ਮਾਰਕੀਟਸ ਦੇ ਵਿੱਚ ਬਹੁਤ ਹੀ ਜ਼ਿਆਦਾ, ਈਵਨ ਕਿ ਆ ਬਾਹਰਲੇ ਮੁਲਕ ਵਾਲੇ ਜਿਹੜੇ ਐਂਜਲ ਇਨਵੈਸਟਰ ਹੁੰਦੇ ਆ, ਇਹ ਵੀ ਇੰਡੀਆ ਦੇ ਵਿੱਚ ਜਾਂਦੇ ਪਏ ਨੇ। ਕਿਉਂਕਿ ਉੱਥੇ ਜਾ ਕੇ ਉਹਨਾਂ ਨੂੰ ਲੱਗਦਾ ਪਿਆ ਕਿ ਇੱਕ ਡਿਵੈਲਪਿੰਗ ਮਾਰਕੀਟ ਆ ਤੇ ਇਹਨੇ ਗਾਂ ਡਿਵੈਲਪਡ ਹੋਣਾ ਹੀ ਹੈ। ਤੇ ਹੁਣ ਮੌਕਾ ਵਾ ਇੰਡੀਆ ਦੇ ਵਿੱਚੋਂ ਪੈਸਾ ਬਣਾਉਣ ਦਾ। ਆਪਣਾ ਪੈਸਾ ਬਣਾਉਣਾ ਉਹ ਇੰਡੀਆ ਦੇ ਵਿੱਚੋਂ ਬਣਾ ਸਕਦੇ ਆ, ਬਟ ਜੇਕਰ ਸਿੱਖਣਾ ਵਾ, ਕੁਝ ਆਪਣੇ ਤੇ ਡਿਪੈਂਡ ਹੋਣਾ ਵਾ, ਮੈਂ ਫੋਰਨ ਆਉਣ ਨੂੰ ਤੇ ਸਾਰਿਆਂ ਨੂੰ ਕਹੂੰਗਾ ਜ਼ਰੂਰ ਆਓ ਹੀ ਆਓ। ਇੱਥੇ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ, ਤੁਸੀਂ ਵੱਖਰੇ ਵੱਖਰੇ ਲੋਕਾਂ ਨਾਲ ਰਹੋਗੇ, ਵੱਖਰੀਆਂ ਜੌਬਸ ਕਰੋਗੇ, ਤੇ ਆਪਣੀ ਸੇਵਿੰਗ ਕਰਨੀ, ਇੱਕ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਸਿੱਖ ਲੋਗੇ ਇੱਥੇ। ਐਂਡ ਮੈਨੂੰ ਲੱਗਦਾ ਮੈਂ ਵੀ ਤੁਹਾਡੇ ਨਾਲ ਐਗਰੀ ਕਰਦਾ ਕਿ ਫੋਰਨ ਆਉਣਾ ਚਾਹੀਦਾ, ਕਿਉਂਕਿ ਤੁਸੀਂ ਬਿਲਕੁਲ ਆਈ ਥਿੰਕ 10 ਤੋਂ 15 ਸਾਲ ਇੱਕਦਮ ਅੱਗੇ ਹੋ ਜਾਓਗੇ ਜੇ ਤੁਸੀਂ ਖਾਸ ਕਰ ਛੋਟੇ ਸ਼ਹਿਰਾਂ ਤੋਂ ਆਉਂਦੇ ਜੇ, ਹੈ ਨਾ। ਬਿਲਕੁਲ ਪੰਜਾਬ ਤੋਂ ਆਉਂਦੇ ਜੇ, ਜਾਂ ਬਿਲਕੁਲ ਬਿਲਕੁਲ ਕਈ ਬੰਗਲੌਰ ਵਾਲੇ, ਬੰਗਲੌਰ ਤੋਂ ਵੀ ਆਏ, ਮੁੰਬਈ ਤੋਂ ਵੀ ਬੱਚੇ ਆਏ, ਮੈਂ ਉਹਨਾਂ ਨੂੰ ਮਿਲਿਆ, ਅਤੇ ਉਹ ਕਹਿੰਦੇ ਯਾਰ ਇਹ ਤਾਂ ਉੱਦਾਂ ਹੀ ਆ ਜਿੱਦਾਂ ਉੱਥੇ ਹੀ, ਕਿਉਂਕਿ ਉਹਨਾਂ ਲਈ ਇਟਸ ਨੋਰਮਲ। ਬਟ ਮੈਂ ਜਿੱਥੋਂ ਆਇਆ, ਤੁਸੀਂ ਜਿੱਥੋਂ ਆਏ, ਅਸੀਂ ਇਹ ਚੀਜ਼ਾਂ ਨਹੀਂ ਵੇਖੀਆਂ। ਤੁਸੀਂ ਇੱਕਦਮ ਲੱਗਦਾ ਕਿ ਤੁਹਾਨੂੰ 15 ਸਾਲ ਅੱਗੇ ਕਿਸੇ ਨੇ ਪੁਸ਼ ਕਰਤਾ ਵਾ। ਸੋ ਮੈਂ ਜਦੋਂ ਬਿਲਕੁਲ ਇੰਡੀਆ ਬਿਲਕੁਲ ਅਬਰੋਡ ਦੇ ਕੁਐਸਚਨ 'ਚ ਆਉਣਾ ਨਾ, ਪਹਿਲਾਂ ਮੇਰੀ ਮੈਂਟੈਲਿਟੀ ਹੋ ਰਹੀ, ਬਟ ਲੇਟਲੀ ਮੈਂ ਕਾਫੀ ਬਦਲ ਗਈ ਆ। ਇੰਡੀਆ ਕਾਫੀ ਗਰੋ ਕਰ ਰਿਹਾ, ਲਾਈਕ ਬਿਕੋਜ਼ ਆਫ ਇਟਸ ਪਾਪੂਲੇਸ਼ਨ। ਉੱਥੇ ਬਿਲਕੁਲ ਮਾਰਕੀਟ ਬਹੁਤ ਵੱਡੀ ਆ। ਆਈ ਥਿੰਕ ਮੈਨੂੰ ਸੁਣ ਰਿਹਾ ਕਿ 2030 ਬਹੁਤ ਤੱਕ ਸ਼ਾਇਦ ਇੰਡੀਆ ਨੇ ਚਾਈਨਾ ਨੂੰ ਵੀ ਕ੍ਰੋਸ ਕਰ ਜਾਣਾ। ਆਈ ਐਮ ਨਾਟ ਸ਼ਿਓਰ, ਬਟ 2030 ਹੀ ਸ਼ਾਇਦ ਕਿ ਚਾਈਨਾ ਦੀ ਪਾਪੂਲੇਸ਼ਨ ਨੂੰ ਵੀ ਕ੍ਰੋਸ ਕਰ ਦੇਣਾ। ਐਂਡ ਓਬਵੀਅਸਲੀ ਬਿਲਕੁਲ ਜੇ ਤੁਸੀਂ ਹਾਂਜੀ ਹਾਂਜੀ ਬਿਗੇਸਟ ਮਾਰਕੀਟ ਜਿੱਥੇ ਪਾਪੂਲੇਸ਼ਨ ਜ਼ਿਆਦਾ ਵਾ, ਕੰਜ਼ਿਊਮਰ ਜ਼ਿਆਦਾ ਵਾ, ਕਿਉਂਕਿ ਅੱਜ ਨਾਰਥ ਅਮਰੀਕਾ ਹਾਂ ਦਾ ਕਲਚਰ ਕੀ ਆ, ਕੰਜ਼ਿਊਮਰ ਕਲਚਰ ਆ ਉੱਥੇ, ਠੀਕ ਹੈ। ਇੱਥੇ ਕੈਨੇਡਾ, ਨਾਰਥ ਹਾਂਜੀ ਹਾਂਜੀ US ਚ, ਕਿ ਚੀਜ਼ਾਂ ਕੰਜ਼ਿਊਮ ਕਰਦੇ ਲੋਕੀ, ਉਹਨਾਂ ਨੂੰ ਕੰਜ਼ਿਊਮ ਕਰਾਈਆਂ ਜਾਂਦੀਆਂ ਵਾ, ਮਾਰਕੀਟ ਕੀਤੀ ਜਾਂਦੀ, ਪ੍ਰੋਡਕਟਸ। ਹਾਂ, ਕੈਪੀਟਲਿਸਟ। ਕੈਪੀਟਲਿਸਟ ਯਾ ਸੋਸਾਇਟੀ ਇਹਨਾਂ ਨੂੰ ਕਹਿੰਦੇ, ਐਂਡ ਇੰਡੀਆ ਵੀ ਕੈਪੀਟਲਿਸਟ ਇੱਧਰ ਹੀ ਜਾ ਰਿਹਾ, ਕਲੀਅਰਲੀ ਇੱਧਰ ਜਾ ਰਿਹਾ, ਦੇਰ ਇਜ਼ ਨੋ ਡਾਊਟ। ਕਲੀਅਰਲੀ ਇੱਧਰ ਹੀ ਹੈ। ਇੰਡੀਆ ਦੇ ਬੜੇ ਓਪਰਚੁਨਿਟੀ ਵੀ ਇੰਡੀਆ ਦੇ ਵਿੱਚ, ਤੇ ਇੰਡੀਆ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਕਿ ਆਲਰੇਡੀ ਜਿਹੜੀ ਇੰਡਸਟਰੀ ਹੈ ਚਾਈਨਾ ਵਾਲੀ ਉਹ ਆ ਚੁੱਕੀ ਦੀ ਹੈ। ਸੈਮਸੰਗ ਨੇ ਆਪਣਾ ਪੂਰਾ ਵਰਲਡ ਦਾ ਸਭ ਤੋਂ ਵੱਡਾ ਮੈਨੂਫੈਕਚਰਿੰਗ ਯੂਨਿਟ ਉਹ ਯੂਪੀ ਦੇ ਵਿੱਚ ਪਾਤਾ ਹੈ। ਐਪਲ ਨੇ ਆਪਣੇ ਬੜੇ ਸੈਕਟਰ ਜਿਹੜੇ ਨੇ ਉਹ ਮੂਵ ਕਰ ਛੱਡੇ ਦੇ ਨੇ ਇੱਧਰ। ਹੁਣ ਇਹ ਮੇਨ ਡਿਮਾਂਡ ਇੰਡੀਆ ਕੋਲ ਹੋਣੀ ਚਾਹੀਦੀ ਚਿਪ ਇੰਡਸਟਰੀ ਦੀ। ਜਦੋਂ ਇੰਡੀਆ ਕੋਈ ਚਿਪ ਇੰਡਸਟਰੀ ਆ ਜਾਂਦੀ ਹੈ, ਮਤਲਬ ਚੰਗੀ ਤਰ੍ਹਾਂ ਕਿ ਹਜੇ ਉਹ ਤਾਈਵਾਨ, ਚਾਈਨਾ, ਇਹਨਾਂ ਵਰਗਿਆਂ ਮੁਲਕ, ਸਾਊਥ ਕੋਰੀਆ ਇੱਧਰ ਆ ਹਜੇ। ਜਦੋਂ ਇੰਡੀਆ ਕੈਪਚਰ ਕਰ ਲੈਂਦਾ ਚਿਪ ਮਾਰਕੀਟ, ਉਹ US ਨੇ ਵੀ ਪਿੱਛੇ ਜੀ 250 ਬਿਲੀਅਨ ਤੋਂ ਉੱਪਰ ਪੈਸਾ ਇਨਵੈਸਟ ਕੀਤਾ ਉਸ ਚੀਜ਼ ਦੇ ਵਿੱਚ ਗਾਂ, ਕਿਉਂਕਿ ਸਾਰਾ ਕੁਝ ਚਿਪਸ ਤੇ ਐਵਰੀਥਿੰਗ ਇਜ਼ ਔਨ ਟੈਕ, ਕਿ ਹਾਂ ਚਾਹੀਦੀਆਂ ਚਿਪਸ ਚਾਹੀਦੀਆਂ ਜ਼ਰੂਰੀ ਜ਼ਰੂਰ। ਹੋਣੀਆਂ।
ਸੋ ਮੈਨੂੰ ਲੱਗਦਾ ਹਾਂ ਹਾਂ ਜੇ ਇੰਡੀਆ ਉਹ ਕੈਪਚਰ ਕਰ ਲੈਂਦੀ ਚੰਗੀ ਤਰ੍ਹਾਂ, ਜਾਂ ਕੋਈ ਅਸੀਂ ਸਾਡੇ ਚੋਂ ਹੀ ਕੋਈ ਆਈਡੀਆ ਲੈ ਕੇ ਆ ਜਾਂਦਾ ਤੇ ਉਸ ਚੀਜ਼ ਤੇ ਬੇਸਡ, ਤੇ ਮੰਨ ਲਓ ਅਸੀਂ ਵੀ ਉਸ ਤਰੱਕੀ ਦੇ ਵਿੱਚ ਨਹੀਂ ਸ਼ਾਮਲ ਹੋ ਸਹੀ ਸਕਦੇ ਗੱਲ ਆ। ਐਂਡ ਆਈ ਥਿੰਕ ਜਦੋਂ ਵੀ ਕੋਈ ਇੰਡੀਆ ਅਬਰੋਡ ਦੇ ਕਨਫਿਊਜ਼ਨ 'ਚ ਪੈਂਦਾ, ਮੇਰਾ ਮੰਨਣਾ ਇਹ ਵਾ, ਮੇਨ ਚੀਜ਼ ਤੁਹਾਡੇ ਲਈ ਇਹ ਹੋਣੀ ਚਾਹੀਦੀ ਕਿ ਤੁਸੀਂ ਘਰੋਂ ਪਹਿਲਾਂ ਬਾਹਰ ਨਿਕਲੋ, ਲਾਈਕ ਆਪਣੀ ਸਟੇਟ 'ਚੋਂ ਬਾਹਰ ਨਿਕਲੋ ਜਾਂ ਆਪਣੀ ਸਿਟੀ 'ਚੋਂ ਹਾਂ ਬਾਹਰ ਬਿਲਕੁਲ ਨਿਕਲੋ, ਦੂਰ ਜਾਓ ਜਿੱਥੇ ਤੁਹਾਨੂੰ ਸਪੋਰਟ ਘੱਟ ਹੋਵੇ, ਐਂਡ ਲੁੱਕ ਐਟ ਦ ਰੀਅਲ ਵਰਲਡ। ਬਿਲਕੁਲ। ਠੀਕ ਹੈ, ਹੁਣ ਜੇ ਮੈਂ ਪਰ ਨਹੀਂ, ਇਹ ਸਟੇਟ ਦੇ ਵਿੱਚ ਸਾਡੇ ਕੋਲ ਆਉਂਦੇ ਆ ਉਹ ਦੂਸਰੇ ਬੰਦੇ, ਹਾਂ ਅਸੀਂ ਉਹਨਾਂ ਹਾਂ ਨੂੰ ਭਈਏ ਕਹੀਦਾ ਉਧਰ, ਹਨਾ, ਇਹ ਦੂਸਰੇ ਬੰਦੇ। ਪਰ ਜਦੋਂ ਇੱਥੇ ਆ ਕੇ ਇਹਨਾਂ ਨੂੰ ਮਿਲੀਦਾ ਦੂਸਰੀ ਸਟੇਟ ਵਾਲੇ ਨੂੰ, ਉਹਨਾਂ ਨੂੰ ਵੀ ਆਪਾਂ ਭਈਏ ਕਹੀਦਾ ਸੀ ਪਹਿਲੇ ਪਹਿਲੇ। ਬਟ ਉਹ ਜਦੋਂ ਉਹ ਬੰਦੇ ਮਿਲੇ, ਉਹ ਯਾ ਬੰਦੇ ਬੜੇ ਨਾਈਸ, ਨੌਲੇਜ ਉਹਨਾਂ ਬਹੁਤ ਨੂੰ ਨੌਲੇਜ ਬੜੀ, ਸਾਊਥ ਇੰਡੀਅਨਸ ਉਹਨਾਂ ਨੂੰ ਬਿਲਕੁਲ। ਤੇ ਉਹਨਾਂ ਨਾਲ, ਪਰ ਅਸੀਂ ਇੰਡੀਆ ਨਹੀਂ ਨਾ ਵਿਚਰਦੇ, ਅਸੀਂ ਕਿੰਨਾ, ਮੈਂ ਉਸ ਚੀਜ਼ ਨੂੰ ਬੜਾ ਮਾੜਾ ਫੀਲ ਕਰਦਾ ਵਾਂ ਕਿ ਅਸੀਂ ਇੱਕ ਲਿਮਟਿਡ ਹੋਈ ਜਾਣ ਡੇ ਆ ਕਿ ਹਾਂ ਹੁਣ ਬਸ ਨਹੀਂ, ਇੱਥੇ ਨਹੀਂ ਇੰਡੀਆ ਮਿਲਣਾ, ਵੀ, ਉੱਥੇ ਨਹੀਂ ਮਿਲਣਾ, ਇਹਨੂੰ ਨਹੀਂ ਅਸੀਂ ਮਿਲਣਾ, ਉਹ ਨਹੀਂ ਪੰਜਾਬ 'ਚੋਂ ਆਏ ਮਿਲਣਾ। ਹਾਂ, ਮੈਂ ਤੇ ਪੰਜਾਬ 'ਚੋਂ ਜ਼ਿਆਦਾ ਬਾਹਰ ਘੁੰਮਿਆ ਨਹੀਂ ਆ। ਠੀਕ ਹੈ, ਅਸੀਂ ਇੰਡੀਆ ਬੜੀ ਛੇਤੀ ਕਹਿ ਦਿੰਦੇ, ਅਸੀਂ ਇੰਡੀਆ ਕਦੀ ਹਾਂਜੀ ਵੇਖਿਆ ਹੀ ਨਹੀਂ ਹੈ। ਠੀਕ ਹੈ, ਹੁਣ ਮੈਂ ਰੀਸੈਂਟਲੀ ਇੱਕ ਮੁੰਡੇ ਨੂੰ ਮਿਲਿਆ, ਉਹ ਬਿਲਕੁਲ। ਗੋਰਖਪੁਰ ਤੋਂ ਆਇਆ। ਹੁਣ ਗੋਰਖਪੁਰ ਦਾ ਨਾਮ ਮੈਂ ਸ਼ੋਅਸ 'ਚ ਹੀ ਸੁਣਿਆ, ਗੋਰਖਪੁਰ, ਮਿਰਜ਼ਾਪੁਰ, ਹੈ ਨਾ, ਇਹੋ ਜਿਹੇ ਨਾਮ। ਤੇ ਉਹ ਕਹਿੰਦਾ ਮੈਂ ਗੋਰਖਪੁਰ ਤੋਂ ਆਇਆ, ਮੈਂ ਅਹਿਮਦਾਬਾਦ ਦੀ ਯੂਨੀਵਰਸਿਟੀ 'ਚ ਪੜ੍ਹਿਆ ਵਾਂ। ਮੈਂ ਕਿਹਾ ਤੁਹਾਡੇ ਉੱਥੇ ਵੀ ਕਰੇਜ਼ ਹੈਗਾ? ਕਹਿੰਦਾ ਸਾਡੇ ਉੱਥੇ ਨਹੀਂ ਹੈਗਾ, ਪਰ ਲਖਨਊ 'ਚ ਹੈਗਾ ਵਾ। ਸੋ ਉਹਦਾ ਇੱਕ ਪਰਸਪੈਕਟਿਵ ਹੀ ਵੱਖਰਾ ਵਾ। ਉਹਨੇ ਵੱਖਰਾ ਇੰਡੀਆ ਵੇਖਿਆ, ਮੈਂ ਵੱਖਰਾ ਇੰਡੀਆ ਵੇਖਿਆ, ਮੈਂ ਵੱਖਰਾ ਕੈਨੇਡਾ ਵੇਖਿਆ, ਉਹ ਵੱਖਰਾ ਕੈਨੇਡਾ ਦੇਖ ਰਿਹਾ ਵਾ, ਕਿਉਂਕਿ ਉਹਦਾ ਪਰਸਪੈਕਟਿਵ ਵੱਖਰਾ। ਸੋ ਇਹ ਬਹੁਤ ਬਿਲਕੁਲ ਮੈਟਰ ਕਰਦਾ। ਐਂਡ ਆਈ ਥਿੰਕ ਇੰਡੀਆ ਪਰਸਪੈਕਟਿਵ। ਅਬਰੋਡ 'ਚ ਨਾ, ਆਪਣੇ ਘਰੋਂ ਬਾਹਰ ਨਿਕਲੋ, ਸ਼ਹਿਰ ਤੋਂ ਬਾਹਰ ਨਿਕਲੋ, ਐਕਸਪੋਜਰ ਲਓ। ਬਸ ਐਂਡ ਆਈ ਥਿੰਕ ਬਾਹਰ ਨਿਕਲੋ ਬਸ। ਇੰਡੀਆ ਕਾਫੀ ਸਪੇਸ ਨਾਲ ਗਰੋ ਕਰ ਰਿਹਾ। ਬਟ ਹਾਂ, ਇਹ ਵੀ ਗੱਲ ਆ ਕਿ ਇੱਥੋਂ ਕਈ ਬੱਚੇ ਸਿੱਖ ਕੇ ਵੀ ਵਾਪਸ ਚਲ ਜਾਂਦੇ, ਪੜ੍ਹਾਈ ਕਰਕੇ ਜਾਂ ਬਿਜ਼ਨਸ ਸਿੱਖ ਕੇ, ਅਤੇ ਉੱਥੇ ਜਾ ਕੇ ਅਪਲਾਈ ਵੀ ਕਰਦੇ। ਮੈਂ ਬਿਲਕੁਲ ਸ਼ਾਰਕ ਟੈਂਕ 'ਚ ਵੇਖਿਆ, ਤੁਸੀਂ ਦੇਖੋਗੇ ਹਰ 5-6 ਜਾਣਿਆਂ 'ਚੋਂ ਇੱਕ ਜਣਾ ਨਾ, ਉਹ ਕਹੂਗਾ ਕਿ ਮੈਂ ਬਾਹਰ ਪੜ੍ਹਿਆ, ਲੰਡਨ 'ਚੋਂ, USA 'ਚੋਂ ਪੜ੍ਹਿਆ, ਬਾਹਰੋਂ ਗਿਆ। ਮੈਂ ਵਾਪਸ ਆਇਆ ਗ੍ਰੈਜੂਏਟ ਹੋ ਕੇ, ਮੈਂ ਫਲਾਣਾ ਬਿਜ਼ਨਸ ਸ਼ੁਰੂ ਕੀਤਾ, ਇੰਨੇ ਕਰੋੜ ਦਾ ਕਰ ਲਿਆ ਵਾ ਰੈਵਨਿਊ, ਐਂਡ ਹੁਣ ਮੇਰੇ ਅੱਗੇ ਇਹ ਪ੍ਰੋਬਲਮ ਹੈ, ਮੈਨੂੰ ਪੈਸਾ ਚਾਹੀਦਾ। ਸੋ ਹਾਂਜੀ ਆਉਂਦੇ ਨੇ ਲੋਕ ਇੱਥੇ। ਬਿਲਕੁਲ। ਈਵਨ ਕਿ ਸ਼ਾਰਕ ਆ ਜਿਹੜਾ, ਉਹ ਹਾਂਜੀ ਲੈਂਸ ਹਾਂਜੀ ਕਾਰਡ ਵਾਲਾ, ਹਾਂਜੀ, ਉਹ ਵੀ ਬਾਹਰੋਂ ਪੜ੍ਹਿਆ। ਜਿਹੜਾ ਹਾਂ ਹਾਂ ਹਾਂ। ਬਾਹਰੋਂ ਗਿਆ, US ਤੇ ਗਿਆ। ਹਾਂਜੀ ਐਂਡ ਬਾਹਰੋਂ ਪੜ੍ਹ ਕੇ ਸਾਨੂੰ ਇੱਥੇ US ਤੋਂ ਬੈਠ ਕੇ ਹੀ ਲੱਗਦਾ ਵਾ ਗਿਆ। ਕਿ ਨਹੀਂ ਯਾਰ, ਪੰਜਾਬੀ ਸਾਰੇ ਇੱਥੇ ਬੈਠੇ ਆ ਤੇ ਕੋਈ ਨਹੀਂ ਵਾਪਸ ਜਾ ਰਿਹਾ। ਲੋਕ ਵਾਪਸ ਜਾਂਦੇ ਨੇ। ਮੈਂ ਇੱਕ ਮੁੰਡੇ ਨੂੰ ਜਾਣਦਾ, ਆਈ ਥਿੰਕ ਚੰਡੀਗੜ੍ਹ ਜਾਂ ਨਹੀਂ, ਜਾਂਦੇ। ਸਾਊਥ ਤੋਂ ਹੀ। ਉਹ ਇੱਥੇ ਆਇਆ, ਪੜ੍ਹਿਆ, ਉਹਨੇ ਕੰਮ ਵੀ ਕੀਤਾ, ਵਰਕ ਪਰਮਿਟ ਤੇ ਲੋਨ ਉਤਾਰਿਆ। ਉਹ ਕਹਿੰਦਾ ਮੇਰਾ ਨਹੀਂ ਜੀ ਲੱਗ ਰਿਹਾ। ਉਹ ਇਨਫ ਪੈਸਾ ਇੱਥੋਂ ਸੇਵ ਕਰਕੇ ਗਿਆ ਕਿ ਉੱਥੇ ਜਾ ਕੇ ਉਹਨੇ ਜਿਮ ਖੋਲ੍ਹ ਲਿਆ ਆਪਣਾ। ਨਾਓ ਹੀ ਇਜ਼ ਨਾਟ ਅ ਵੇਖੋ ਮਿਲੀਅਨੇਅਰ, ਬਟ ਉਹ ਇੱਕ ਗੁੱਡ ਲਾਈਫ ਜੀ ਰਿਹਾ ਉੱਥੇ, ਜਿੱਥੇ ਉਹਦੀ ਫੈਮਿਲੀ ਉਹਦੇ ਕੋਲ ਹੈਗੀ ਆ, ਐਂਡ ਉਹਦਾ ਬਿਜ਼ਨਸ ਆ, ਉੱਥੇ ਜਾਂਦਾ ਵਾ, ਉਹ ਕਰਦਾ ਵਾ ਆਪਣਾ ਜਿਮ ਦਾ। ਸੋ ਹਰ ਇੱਕ ਦੀ ਮੈਂਟੈਲਿਟੀ ਵੱਖਰੀ। ਮੇਰਾ ਮੰਨਣਾ ਹੈ ਬਿਲਕੁਲ ਪਰਸਨਲੀ, ਸਾਈਕੋਲੋਜੀਕਲੀ, ਦੇਰ ਇਜ਼ ਨੋ ਰਾਈਟ ਐਂਡ ਰੋਂਗ ਡਿਸੀਜਨਸ ਇਨ ਲਾਈਫ। ਠੀਕ ਹੈ ਨਾ। ਹੁਣ ਮੈਂ ਕਹਾਂ ਮੈਂ ਇੱਥੇ ਆ ਗਿਆ, ਇਜ਼ ਦਿਸ ਅ ਰਾਈਟ? ਐਗਜ਼ੈਕਟਲੀ ਜੇ ਅੱਜ ਮੇਰਾ ਦਿਨ ਮਾੜਾ, ਮੈਨੂੰ ਲੱਗੂਗਾ ਇਟਸ ਅ ਰੋਂਗ ਡਿਸੀਜਨ। ਯਾ ਜੇ ਕੱਲ੍ਹ ਮੈਨੂੰ ਕੋਈ ਵਧੀਆ ਜੋਬ ਮਿਲ ਜੇ ਜਿਹੜੀ $1-2 ਲੱਖ ਦੇ ਮੈਂ ਕਹੂੰਗਾ ਇਟਸ ਰਾਈਟ। ਸੋ ਇਹ ਤਾਂ ਬੜਾ ਸਬਜੈਕਟਿਵ ਹੈ ਨਾ। ਸੋ ਇਹ ਮੈਟਰ ਨਹੀਂ, ਰਾਈਟ ਐਂਡ ਨੋ ਬਿਲਕੁਲ। ਰਾਈਟ ਐਂਡ ਰੋਂਗ ਮੈਂ ਡਿਸੀਜਨਸ ਇਨ ਲਾਈਫ। ਬਿਲਕੁਲ ਇਹੋ ਹੀ ਗੱਲ ਹੈ ਕਿ ਡਿਸੀਜਨ ਨਾਲੇ ਤੁਸੀਂ ਲੈ ਵੀ ਕਿਸੇ ਵੀ ਮੂਮੈਂਟ 'ਚ ਸਕਦੇ ਜੀ, ਤੇ ਲਾਈਫ ਦੇ ਤੇ ਸਿੱਖ ਵੀ ਤੁਸੀਂ ਕਿਸੇ ਵੀ ਮੂਮੈਂਟ 'ਚ ਸਕਦੇ ਜੀ। ਲਾਈਫ ਦੇ ਵਿੱਚ ਸਕਿੱਲਸ ਜਿਹੜੀਆਂ ਉਹ ਤੁਹਾਨੂੰ ਕਾਲਜ ਦੇ ਵਿੱਚ, ਇੱਥੇ ਵੀ ਹੁਣ ਯੂਨੀਵਰਸਿਟੀਜ਼ ਜਿਹੜੀਆਂ ਉਹ ਤੁਹਾਨੂੰ ਨਹੀਂ ਸਿਖਾ ਪਾਉਂਦੀਆਂ ਉਹ ਚੀਜ਼ਾਂ। ਬਾਹਰ ਵੀ ਆਪਾਂ ਜੇ ਕਹੀਏ ਯੂਨੀਵਰਸਿਟੀਜ਼, ਇਹ ਵੀ ਇੱਕ ਕਾਲਜ ਜਿਹੜੇ ਕੈਨੇਡਾ ਦੇ ਮੈਂ ਲਾ ਲੈਂਦਾ, ਕਿੰਨਾ ਕੁ ਉੱਥੇ ਪੜ੍ਹਾਉਂਦੇ ਨੇ। ਨੋ ਨੋ, ਜਿਹੜੀਆਂ ਨਾਟ ਐਟ ਵਧੀਆ ਆਲ। ਯੂਨੀਵਰਸਿਟੀਜ਼ ਨੇ, ਉਹ ਤੇ ਉਹਨਾਂ 'ਚ ਐਡਮਿਸ਼ਨ ਲੈਣਾ ਹੀ ਬੜਾ ਉਹਨਾਂ 'ਚ ਐਡਮਿਸ਼ਨ ਲੈਣਾ ਹੀ ਬੜਾ ਔਖਾ, ਪਹਿਲੀ ਗੱਲ। ਤੇ ਦੂਸਰਾ, ਇੱਥੇ ਵੀ ਇੱਦਾਂ ਹੀ। ਤੇ ਦੂਸਰਾ, ਬਾਅਦ 'ਚ ਉਹਨਾਂ ਦੇ ਵਿੱਚ ਪ੍ਰੋਫੈਸਰ ਜਿਹੜੀ ਉਹ ਇੰਨੀ ਕੇਅਰ ਨਹੀਂ ਕਰਦੇ। ਤੇ ਸਕਿੱਲ ਸੈਟ ਆਪਾਂ ਅਸੀਂ ਬਾਹਰੋਂ ਹੀ ਬਣਾਉਣਾ ਪੈਂਦਾ ਹਮੇਸ਼ਾ। ਤੇ ਉਹਦੇ ਲਈ YouTube ਵਗੈਰਾ ਬੜੇ ਵਧੀਆ ਪਲੇਟਫਾਰਮ ਨੇ, ਮੈਂ ਉਹ ਰეკਮੈਂਡ ਕਰੂੰਗਾ। ਜਾਂ ਬੁੱਕਸ ਪੜ੍ਹਨ ਲਈ ਜਿਹੜੇ ਕੁਕੂ FM ਵਗੈਰਾ ਚੱਲੇ ਦੇ ਨੇ, ਸ਼ਾਇਦ ਉਹਨਾਂ ਤੋਂ ਲਿਸਨ ਕਰ ਸਕਦੇ ਤੁਸੀਂ, ਸੁਣ ਸਕਦੇ ਬੁੱਕਸ। ਤੇ ਸਿੱਖਣ ਦੀ ਉਮਰ ਕੋਈ ਵੀ ਨਹੀਂ, ਹੈ ਨਾ। ਕਿਸੇ ਵੀ ਵੇਲੇ ਸਿੱਖੋ, ਕੋਈ ਵੀ ਚੀਜ਼ ਸਿੱਖੋ, ਕਿਸੇ ਕੋ ਵੀ ਸਿੱਖੋ, ਛੋਟੇ ਕੋ ਵੱਡੇ ਕੋ। ਤੇ ਬਸ ਇੱਦਾਂ ਕੰਟੀਨਿਊ ਬਿਲਕੁਲ ਰੱਖੋ ਆਪਣਾ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਸਹੀ ਆ। ਸੋ ਰੈਪ ਅਪ ਕਰਦੇ ਹਾਂ ਪੋਡਕਾਸਟ ਨੂੰ। ਜਸਟ ਲਾਸਟ ਕੁਐਸਚਨ, ਕਿ ਇਨ ਐਨ ਓਵਰਆਲ ਸੈਂਸ ਆਪਣੀ ਪੰਜਾਬੀ ਕਮਿਊਨਿਟੀ ਕਿੱਦਾਂ ਇੰਪਰੂਵ ਹਾਂਜੀ ਹੋ ਸਕਦੀ ਆ ਜੇ ਅਸੀਂ ਸਿਰਫ ਇੰਟਰਨੈਸ਼ਨਲ ਸਟੂਡੈਂਟ 'ਤੇ ਫੋਕਸ ਨਾ ਕਰੀਏ, ਸਿਰਫ ਜਿਹੜੇ ਆਏ ਨੇ ਬੱਚੇ ਉਹਨਾਂ 'ਤੇ ਨਹੀਂ। ਇਨ ਐਨ ਓਵਰਆਲ ਸੈਂਸ ਪੇਰੈਂਟਸ ਜਿਹੜੇ ਉੱਥੋਂ ਦੇ ਆਫ ਕੰਮ ਕਰਦੇ ਨੇ, ਵਰਕਰ ਨੇ ਪੰਜਾਬ ਦੇ, ਜਾਂ ਜਿਹੜੇ ਲਾਈਵ ਜੀਂਦੇ ਨੇ, ਬੱਚੇ ਨੇ, ਸਾਰਿਆਂ ਨੂੰ ਇੰਕਲੂਡਿੰਗ ਇਨ ਐਨ ਓਵਰਆਲ ਸੈਂਸ। ਇਨ ਐਨ ਓਵਰਆਲ ਸੈਂਸ 'ਚ ਵੇਖੋ, ਤੁਸੀਂ ਦੋ ਕਮਿਊਨਿਟੀਜ਼ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। ਇੱਕ ਹੈਗੀ ਜੂਇਸ਼ ਕਮਿਊਨਿਟੀ, ਤੇ ਇੱਕ ਹੈਗੀ ਬਲੈਕ ਕਮਿਊਨਿਟੀ, ਹੈ ਨਾ। ਜੂਇਸ਼ ਲੋਕਾਂ ਨੂੰ ਯੂਰਪ ਦੇ ਵਿੱਚੋਂ ਬੜੀ ਕੁੱਟ ਪਈ,
ਜਰਮਨ ਦੇ ਵਿੱਚੋਂ ਕੁੱਟ ਖਾ ਖੂ ਕੇ ਫਿਰ ਉਹ ਜਮਾ ਜੁਮਾ ਹੋ ਕੇ ਇਜ਼ਰਾਈਲ ਦੇ ਵਿੱਚ ਆ ਕੇ ਇਜ਼ਰਾਈਲ ਦੇ ਵਿੱਚ ਉਹਨਾਂ ਨੇ ਹਜੇ ਵੀ ਉਹਨਾਂ ਦੇ ਪੰਗੇ ਪੁੰਗੇ ਚੱਲਦੇ ਪਏ ਆਲੇ ਦੁਆਲੇ ਵਾਲੇ ਮੁਲਕਾਂ ਨਾਲ, ਬਟ ਉਹਨਾਂ ਨੇ ਕੀ ਕੀਤਾ, ਬੰਦਿਆਂ ਨੇ ਆਪਣੀ ਕਮਿਊਨਿਟੀ ਨੂੰ ਐਜੂਕੇਟ ਕੀਤਾ, ਹੋਰ ਐਜੂਕੇਟ ਕਰ ਕਰਕੇ ਉਹਨਾਂ ਨੇ ਕਿ ਜਿਹੜੇ ਮੁਲਕਾਂ ਦੇ ਵਿੱਚ ਪਾਣੀ ਦੀ ਬੜੀ ਕਮੀ ਹੈ, ਅੱਜ ਉਹ ਇੰਡੀਆ ਨੂੰ ਦੱਸਦੇ ਪਏ ਨੇ ਕਿ ਪਾਣੀ ਦੀ ਟੈਕਨੀਕ ਕਿੰਨਾ ਘੱਟ ਪਾਣੀ ਵਰਤ ਕੇ ਤੇ ਅਸੀਂ ਫਸਲ ਵਧੀਆ ਉਗਾ ਸਕਦੇ ਹਾਂ। ਹਰਿਆਣਾ ਨਾਲ ਉਹਨਾਂ ਦੇ ਪ੍ਰੋਜੈਕਟ ਚੱਲਦੇ ਪਏ ਨੇ, ਪੰਜਾਬ ਨਾਲ ਵੀ ਚੱਲਣਗੇ ਗਾ, ਬਟ ਉਹ ਵੇਖੋ ਕਿ ਕਿੱਥੋਂ ਕੁੱਟ ਖਾ ਖਾ ਕੇ ਬੰਦੇ ਆਪਣੇ ਆਪ ਨੂੰ ਉਹਨਾਂ ਨੇ ਐਜੂਕੇਸ਼ਨ ਦੇ ਵਿੱਚ ਇਨਵੈਸਟ ਕੀਤਾ, ਤੇ 1 ਕਰੋੜ ਆਬਾਦੀ ਸ਼ਾਇਦ ਇਜ਼ਰਾਈਲ ਦੀ ਸ਼ਾਇਦ, ਤੇ ਉਹ ਬੰਦਿਆਂ ਨੇ ਆਲੇ ਦੁਆਲੇ ਵਾਲੇ ਮੁਲਕਾਂ ਨੂੰ ਡਰਾ ਕੇ ਰੱਖੇ ਦੇਣਾ ਪੂਰਾ, ਉਹਨਾਂ ਦੇ ਵਿੱਚ ਕੈਦ ਨੇ ਬਟ ਉਹ ਡਰਾ ਕੇ ਰੱਖੇ ਦਾ। ਦੂਸਰੇ ਪਾਸੇ ਆਪਾਂ ਬਲੈਕ ਕਮਿਊਨਿਟੀ ਲਾਈਏ, ਉਹਨਾਂ ਨੂੰ ਵੀ ਬੜੀ ਕੁੱਟ ਪਈ, ਉਹਨਾਂ 'ਤੇ ਵੀ ਬੜਾ ਅਤਿਆਚਾਰ ਹੋਇਆ, ਸਲੇਵ ਬਣਾਏ ਗਏ, ਬਟ ਉਹਨਾਂ ਬੰਦਿਆਂ ਨੇ ਇੱਥੇ ਆ ਕੇ ਆਪਣੇ ਆਪ ਨੂੰ ਕਿੱਦਾਂ ਰੀਪ੍ਰਜੈਂਟ ਕੀਤਾ ਕਿ ਗਾਣਿਆਂ ਦੇ ਵਿੱਚ ਗਾਲਾਂ ਕੱਢਣੀਆਂ ਇੱਕ ਦੂਜੇ ਨੂੰ, ਨਸ਼ਾ ਪ੍ਰਮੋਟ ਕਰਨਾ। ਮੈਂ ਜਰਨਲਾਈਜ਼ ਨਹੀਂ ਕਰਨ ਡਿਆ ਦੋਨਾਂ ਕਮਿਊਨਿਟੀਜ਼ ਨੂੰ, ਬਟ ਉਹਨਾਂ ਦੇ ਵਿੱਚ ਮੋਸਟਲੀ ਲੋਕਾਂ ਨੇ ਜੋ ਇਹ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਫਰੀडम ਲੈਣ ਲਈ ਹੁਣ ਇਹਨਾਂ ਨੇ ਕਾਲੇ ਲੋਕਾਂ ਨੇ ਬੜਾ, ਇਹਨਾਂ 'ਤੇ ਵੀ ਬੜਾ ਜ਼ੁਲਮ ਹੋਇਆ ਵਾ, ਬਟ ਇਹਨਾਂ ਨੇ ਕੀ ਕੀਤਾ, ਫਿਰ ਗਹਿਣੇ ਗੁਣੇ ਪਾਣੇ ਸ਼ੁਰੂ ਕਰਤੇ ਹੈ ਨਾ, ਆਪਣੇ ਆਪ ਨੂੰ ਇੱਕ ਫੁਕਰਾ ਟਾਈਪ ਦੱਸਣਾ ਸ਼ੁਰੂ ਕਰਤਾ। ਸੋ ਉਸ ਕਰਕੇ ਹੀ ਇਹਨਾਂ ਦੀ ਸਾਰੇ ਜਿਹੜੀ ਪਿੱਛੋਂ ਜਿਹੜੀ ਕਮਿਊਨਿਟੀ ਉਹ ਗਾਂ ਇਸ ਵੱਲ ਵੱਧਦੀ ਗਈ। ਹੁਣ ਸਾਡੇ 'ਚ ਜੇ ਅਸੀਂ ਐਗਜ਼ਾਮਪਲ ਲਾਈਏ, ਅਸੀਂ ਹੁਣ ਕੀ ਕਰਾਂਗੇ, ਅਸੀਂ ਜੋ ਪ੍ਰਮੋਟ ਕਰਾਂਗੇ ਸਾਡੀ ਆਉਣ ਵਾਲੀ ਕਮਿਊਨਿਟੀ 10-15 ਸਾਲਾਂ ਦੇ ਵਿੱਚ ਉਸ ਚੀਜ਼ਾਂ 'ਤੇ ਚਰਚਾ ਕਰਨ ਦੀ ਹੋਏਗੀ, ਉਸ ਚੀਜ਼ ਵੱਲ ਜ਼ਿਆਦਾ ਜਾਣ ਦੀ ਹੋਏਗੀ। ਹੁਣ ਪੰਜਾਬੀ ਐਜ਼ ਅ ਪੰਜਾਬੀ ਜੇਕਰ ਅਸੀਂ ਗਾਣਿਆਂ ਦੇ ਵਿੱਚ ਅਸੀਂ ਕਹੀ ਜਾਵਾਂਗੇ ਕਿ ਅਸੀਂ ਇਸ ਤਰ੍ਹਾਂ ਬਦਮਾਸ਼ੀ ਕਰਤੀ, ਉਹ ਕਰਤਾ, ਹਾਂ ਉਹ ਚੀਜ਼ਾਂ ਵਧੀਆ ਲੱਗਦੀਆਂ ਗਾਣਿਆਂ 'ਚ, ਸੁਣਨੇ ਵੀ ਚਾਹੀਦੇ ਨੇ ਇਹੋ ਜਿਹੇ ਗਾਣੇ, ਬਟ ਉਹਨਾਂ 'ਤੇ ਬਹੁਤਾ ਅਮਲ ਨਹੀਂ ਕਰਨਾ ਚਾਹੀਦਾ। ਅਮਲ ਤੁਹਾਨੂੰ ਉਹਨਾਂ ਚੀਜ਼ਾਂ 'ਤੇ ਕਰਨਾ ਚਾਹੀਦਾ ਐਜੂਕੇਸ਼ਨ 'ਤੇ, ਕਿਉਂਕਿ ਆਉਣ ਵਾਲੀ 10-15 ਸਾਲ ਜਿਹੜੇ 20 ਸਾਲ ਆ ਜਿਹੜੀ, ਉਹ ਸਿਰਫ ਤੁਹਾਡੀ ਐਜੂਕੇਸ਼ਨ ਨੇ ਹੀ ਤੁਹਾਨੂੰ ਕੰਮ ਦੇਣਾ ਵਾ। ਸਿੰਗਰਾਂ ਨੇ ਜਾਂ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ, ਕਿੱਦਾਂ ਤੁਸੀਂ ਕੀ ਬੁੱਕਸ ਕਹਿਣ ਦੇ ਲੱਗੇ ਜੀ? ਅਰਾਊਂਡ ਕਾਫੀ ਵੀਡੀਓਜ਼ ਬਣਾਉਂਦੇ ਜੇ, ਤੁਹਾਨੂੰ ਇਹ ਕਿਹੋ ਜਿਹਾ ਕੋਈ ਸਟਿਗਮਾ ਕਿਸੇ ਨੇ ਓਪੀਨੀਅਨ ਦਿੱਤਾ ਹੋਵੇਗਾ ਯਾਰ ਪੰਜਾਬੀ ਨਹੀਂ ਇਹੋ ਜਿਹੀਆਂ ਵੀਡੀਓ, ਉਹਨਾਂ ਨੂੰ ਨਹੀਂ ਬੁੱਕਾਂ ਕਿਤਾਬਾਂ ਕਦੂਮਾਂ ਪੜ੍ਹਦੇ, ਇਹੋ ਜਿਹਾ ਤੁਹਾਨੂੰ ਓਪੀਨੀਅਨ ਕਿਤੋਂ ਮਿਲਿਆ ਹੋਵੇ ਜਾਂ ਕੌਮੈਂਟਸ 'ਚ, ਬਟ ਓਬਵੀਅਸਲੀ ਗਲਤ ਪ੍ਰੂਵ ਹੋਇਆ ਕਿਉਂਕਿ ਤੁਹਾਨੂੰ ਕਾਫੀ ਫੀਡਬੈਕ ਮਿਲਦਾ ਵੀ ਆ। ਹਾਂਜੀ ਨਹੀਂ ਆਫ ਕੋਰਸ ਇਸ ਚੀਜ਼ ਤੇ ਮੈਨੂੰ ਈਵਨ ਕਿ ਆਪਣੇ ਗਾਣਿਆਂ 'ਚ ਵੀ ਉਹ ਕਰਨ ਔਜਲੇ ਦਾ ਗਾਣਾ ਨਹੀਂ, ਜ਼ਿੰਦਗੀ 'ਚੋਂ ਪੜ੍ਹੇ ਜਾਂ ਕਿਤਾਬਾਂ ਵਿੱਚੋਂ ਪੜ੍ਹੇ ਨਹੀਂ, ਉਹ ਵੇਖੋ ਇੱਕ ਗੱਲ ਆ, ਤੁਸੀਂ ਜ਼ਿੰਦਗੀ 'ਚੋਂ ਤੇ ਚਲੋ ਪੜ੍ਹਨਾ ਹੈ ਨਾ, ਵਧੀਆ ਗੱਲ ਹੈ, ਅਸੀਂ ਜ਼ਿੰਦਗੀ 'ਚੋਂ ਪੜ੍ਹੀਦਾ ਵਾ, ਬਟ ਜ਼ਿੰਦਗੀ 'ਚ ਅਸੀਂ ਕੀ ਪੜਾਂਗੇ, ਅਸੀਂ 4-5 ਜਣੇ ਲੱਗੇ ਹੋਈਦਾ ਵਾ, ਕੀ ਉਹਨਾਂ ਕੋਲ ਸਿੱਖ ਲਾਂਗੇ ਹੈ ਨਾ, ਜੇਕਰ ਮੇਰੇ ਨਾਲ ਹੀ 4-5 ਜਣੇ ਉਹ ਵੀ ਨਖੇਧ ਬੰਦੇ ਨੇ ਤੇ ਮੈਂ ਕੀ ਸਿੱਖ ਲੂੰਗਾ ਉਹਨਾਂ ਤੋਂ। ਬੁੱਕਸ ਪੜ੍ਹਨ ਦਾ ਮੇਨ ਮਕਸਦ ਇਹ ਆ ਕਿ ਤੁਸੀਂ ਇੱਕ ਹੋਰ ਇੰਟੈਲੈਕਚੁਅਲ ਬੰਦੇ ਦਾ ਪਰਸਪੈਕਟਿਵ ਸਿੱਖਦੇ ਪਏ ਹੋ, ਜੋ ਪਰਸਪੈਕਟਿਵ ਤੇ ਤੁਸੀਂ ਜ਼ੋਰ ਪਾਇਆ ਇਸ ਪੋਡਕਾਸਟ ਦੇ ਵਿੱਚ ਅੱਜ, ਕਿ ਤੁਸੀਂ ਪਰਸਪੈਕਟਿਵ ਤੇ ਜ਼ੋਰ ਪਾਉਣਾ ਵਾ, ਉਹ ਆ ਬੁੱਕਸ ਪੜ੍ਹਨ ਦਾ ਮੇਨ ਮਕਸਦ। ਉਂਝ ਤੇ ਬੁੱਕਸ ਤੇ ਚਲੋ ਜਸਟ ਰੈਂਡਮ ਬੰਦੇ ਦੀਆਂ ਫਾਈਂਡਿੰਗਸ ਨੇ ਹੈ ਨਾ, ਉਹਨੇ ਲਿਖਤਾ ਜੋ ਉਹ ਅਸੀਂ ਪੜ੍ਹਦੇ ਪਏ ਹਾਂ, ਉਹ 'ਤੇ ਅਮਲ ਕਰਨਾ ਨਾ ਕਰਨਾ ਉਹ ਸਾਡੀ ਜ਼ਿੰਮੇਵਾਰੀ। ਆਈ ਥਿੰਕ ਯੂ ਆਰ ਰਾਈਟ ਕਿ ਆਈ ਥਿੰਕ ਮੈਨੂੰ ਇੱਕ ਕੌਮੈਂਟ ਕਿਸੇ ਕੋਲ ਮਿਲਿਆ ਸੀ ਸ਼ੁਰੂ 'ਚ ਮੈਂ ਜਦੋਂ ਪਾਉਣਾ ਸ਼ੁਰੂ ਕੀਤਾ ਸੀ ਕੰਟੈਂਟ, ਕਿ ਯਾਰ ਤੇਰੀਆਂ ਵੀਡੀਓਜ਼ ਨਾ ਬੜੀਆਂ ਲੌਜੀਕਲ ਜਿਹੀਆਂ ਹੁੰਦੀਆਂ, ਤੂੰ ਤੇ ਬੜੀ ਚੱਜ ਦੀ ਇਨਫੋਰਮੇਸ਼ਨ ਦਿੰਦਾ, ਪੰਜਾਬੀ ਦੇ ਹਾਸੇ ਹੂਸੇ ਵਾਲੀਆਂ ਵੇਖਦੇ ਆ, ਉਹਨਾਂ ਨੂੰ ਤੇ ਇਹੋ ਜਿਹੀਆਂ ਨੱਚਣ ਗਾਣ ਵਾਲੀਆਂ ਚਾਹੀਦੀਆਂ ਵੀਡੀਓਜ਼, ਉਹਨਾਂ ਨੇ ਇਹੋ ਜਿਹੀਆਂ ਨਹੀਂ ਸੁਣਨੀਆਂ, ਸੀਰੀਅਸ ਹੋ ਕੇ ਤੂੰ ਤੇ ਬੋਲਦਾ ਵਾ। ਅਤੇ ਮੈਂ ਕਿਹਾ ਜੇ ਮੈਂ ਵੀ ਪੰਜਾਬੀ ਹਾਂ ਅਤੇ ਮੇਰੇ ਵਰਗੇ ਹੋਰ ਵੀ ਹੋਣਗੇ ਜਿਨ੍ਹਾਂ ਨੂੰ ਚੱਜ ਦੇ ਕੰਟੈਂਟ ਪਸੰਦ ਆਊਗਾ, ਬਟ ਉਹ ਅਵੇਲੇਬਿਲਿਟੀ ਉਹ ਮੈਂ ਬਣਨਾ ਚਾਹੁੰਦਾ, ਮੈਂ ਸਟਾਰਟ ਕਰਨਾ ਚਾਹੁੰਦਾ। ਸੋ ਮੈਨੂੰ ਲੱਗਦਾ ਕਿ ਤੁਸੀਂ ਸ਼ੁਰੂ ਕਰੋ, ਬਿਲਕੁਲ ਹੁੰਦੇ ਨੇ ਲੋਕ ਉਹੋ ਜਿਹੇ, ਆਪੇ ਜਨਤਾ ਜੁੜਦੀ ਰਹਿੰਦੀ ਹੈ। ਨਹੀਂ ਹੈਗੇ, ਹੁਣ ਤੁਹਾਡੇ 17-18 ਹਜ਼ਾਰ ਫੋਲੋਵਰ ਨੇ ਤੁਹਾਡੇ ਹੈ ਨਾ ਉੱਥੇ, ਤੇ ਕਿੰਨੀਆਂ ਤੁਹਾਡੀਆਂ ਵੀਡੀਓਜ਼ ਚੱਲੀ ਦੀਆਂ ਆਲਰੇਡੀ, ਤੇ ਕਿੰਨੀਆਂ ਅੱਗੋਂ ਵੀ ਚੱਲਦੀਆਂ ਸੇਮ ਵਿਦ ਯੂ, ਐਂਡ ਆਈ ਐਮ ਮਤਲਬ ਵਰਡ ਹੈਗਾ ਕਿਤੇ ਨਾ ਅਮੇਜ਼ਡ ਜਿੰਨਾ ਫੀਡਬੈਕ ਮਿਲਦਾ, ਮੈਂ ਵੀ ਤੁਹਾਡੇ ਕੌਮੈਂਟ ਸੈਕਸ਼ਨ ਪੜ੍ਹਦਾ ਹੁੰਦਾ ਕਦੀ ਅਤੇ ਕਿੰਨੇ ਲੋਕ ਇੰਟਰਸਟਿਡ ਹੁੰਦੇ ਨੇ ਕਿ ਯਾਰ ਤੁਸੀਂ ਕੁਛ ਚੰਗਾ ਸਿਖਾਇਆ, ਕੁਛ ਨੌਲੇਜ ਮਿਲੀ, ਕੁਛ ਸਿੱਖਣ ਨੂੰ ਮਿਲਿਆ। ਅਤੇ ਕਈ ਲੋਕ ਉਹੋ ਜਿਹੀਆਂ ਡਿਸਕਸ਼ਨਸ 'ਚ ਪਾਰਟ ਵੀ ਲੈਂਦੇ ਨੇ, ਕੋਈ ਜੀਓ ਪੋਲੀਟੀਕਲ ਇਸ਼ੂ ਹੋਵੇ, ਕੋਈ ਪੋਲੀਟੀਕਲ ਇਸ਼ੂ ਹੋਵੇ, ਸੋਸ਼ਲ ਇਸ਼ੂ ਹੋਵੇ, ਉਹਨਾਂ ਨੂੰ ਨੌਲੇਜ ਹੁੰਦੀ ਆ, ਜਦ ਕਿ ਨੋਰਮਲੀ ਪੰਜਾਬੀਆਂ ਬਾਰੇ ਨਹੀਂ ਇੱਦਾਂ ਬੰਦਾ ਸੋਚਦਾ, ਇਹਨਾਂ ਕਹਿੰਦੇ ਇਹਨਾਂ ਨੂੰ ਕੀ ਪਤਾ ਹੋਣਾ ਵਾ, ਇਹਦੇ ਕੰਮ ਕਰਨ ਲਈ ਆਏ ਆ ਬਸ, ਬਟ ਹੁੰਦੇ ਆ ਲੋਕ। ਅਤੇ ਹਾਂ ਮੇਰਾ ਇਹ ਮੰਨਣਾ ਕਿ ਇਨ ਜਨਰਲ ਸੈਂਸ ਸਾਡੀ ਕਮਿਊਨਿਟੀ ਨੂੰ ਬਸ ਮਾਂ ਪਿਓ ਨੂੰ ਖਾਸ ਕਰ ਇਹ ਕਰਨਾ ਚਾਹੀਦਾ ਕਿ ਆਪਾਂ ਜਿਹੜੀ ਜਿੱਦਾਂ ਬੈਕਗਰਾਊਂਡ ਤੋਂ ਆਉਂਦੇ ਨਾ ਹਿਸਟਰੀ ਤੋਂ, ਜਿਵੇਂ ਪੰਜਾਬ 'ਚ ਕਾਫੀ ਜੰਗਾਂ ਲੜੀਆਂ ਗਈਆਂ ਨੇ, ਉਹ ਬਾਰਡਰ 'ਤੇ ਹੀ ਸਟੇਟ, ਉਹਨਾਂ ਨੇ ਕਾਫੀ ਟ੍ਰੈਜਡੀਜ਼ ਵੇਖੀਆਂ ਨੇ, ਅਤੇ ਉਹਨਾਂ ਨੂੰ ਨਾ ਉਹ ਸੇਫ ਰਹਿਣ 'ਚ ਜ਼ਿਆਦਾ ਕੰਫਰਟ ਮਹਿਸੂਸ ਹੁੰਦਾ ਕਿ ਸੇਫ ਰਹੀਏ ਹੈ ਨਾ, ਬਸ ਇੰਨਾ ਕੁ ਮਿਲ ਗਿਆ ਠੀਕ ਹੈ, ਸਾਨੂੰ ਜ਼ਿਆਦਾ ਕਿਸੇ ਨੂੰ ਤੰਗ ਨਹੀਂ ਕਰਨਾ ਹੈ ਨਾ। ਅਤੇ ਮੈਨੂੰ ਲੱਗਦਾ ਕਿ ਉਹ ਸਟਿਗਮਾ ਤੋਂ ਬਾਹਰ ਨਿਕਲਣਾ ਚਾਹੀਦਾ ਵਾ, ਅਤੇ ਖਾਸ ਕਰ ਇਹੋ ਜਿਹੀ ਓਪਰਚੁਨਿਟੀ ਮਿਲੇ ਕਿ ਤੁਹਾਨੂੰ ਬਾਹਰ ਆਉਣ ਦਾ ਮੌਕਾ ਮਿਲੇ ਇੱਕ ਵੱਖਰੀ ਕੰਟਰੀ 'ਚ, ਅਤੇ ਤੁਸੀਂ ਟਰਾਈ ਕਰੋ ਚੀਜ਼ਾਂ, ਰਿਸਕ ਲਓ, ਬਿਕੋਜ਼
ਵੇਖੋ ਫਿਊਚਰ Yeah, ਵਾਲੇ ਮਾਪਿਓ ਤੇ ਹੁਣ ਅਸੀਂ ਆ ਬਸ, ਹਨਾ, ਕਿਉਂਕਿ ਸਾਡੇ ਵਾਲਿਆਂ ਨੇ ਤੇ ਸਾਨੂੰ ਇੱਥੇ ਭੇਜ ਛੜੇਦਾ, ਤੇ ਸਾਨੂੰ ਇਹ ਚੀਜ਼ਾਂ ਸੋਚਣੀਆਂ ਪੈਣੀਆਂ ਕਿ yeah, ਆਪਣਾ yeah, ਮਾਈਂਡਸੈਟ ਅਸੀਂ ਕਿੱਦਾਂ ਚੇਂਜ ਕਰਨਾ। ਹੁਣ ਸਾਡੇ ਮਾਪਿਓ ਨੇ ਤੇ ਬਿਲਕੁਲ ਚਲੋ ਜੋ ਬਿਲਕੁਲ। ਕਰਨਾ ਸੀ ਉਹ ਤਾਂ ਤੇ ਕਰਤਾ ਉਹਨਾਂ ਨੇ। ਮੈਂ ਤੇ ਇਹੋ ਕਹੂੰਗਾ, ਐਨੀਥਿੰਗ ਐਲਸ ਯੂ ਵਾਂਟ ਟੂ ਐਡ? ਹਮ। ਨਹੀਂ, ਐਬਸੋਲੂਟਲੀ ਬਹੁਤ ਬਟ ਵਧੀਆ ਹੋਇਆ ਹਾਂ, ਸਾਡਾ ਪੋਡਕਾਸਟ। ਮੈਂ ਇਹਨਾਂ ਤੇ ਹੀ ਕਹੂੰਗਾ ਕਿ ਬਸ ਲਰਨਿੰਗ ਤੇ ਆਪਣਾ ਕੰਟੀਨਿਊ ਰੱਖੋ, ਕਿ ਲਰਨ ਹੀ ਕਰਦੇ ਰਹੋ ਬਸ, ਜਿੱਥੋਂ ਵੀ ਮਿਲੇ, ਛੋਟੇ ਤੋਂ ਵੱਡੇ ਤੋਂ, ਕਿਸੇ ਤੋਂ ਵੀ। ਤੇ ਬਾਕੀ ਰਿਸਕ ਲੈਣ ਤੋਂ, ਉਹ ਜਿਹੜਾ ਤੁਸੀਂ ਮੇਨ ਸੋ ਚੀਜ਼ ਇਹ ਕਹੀ, ਸੀ ਰਿਸਕ ਗਾਇਜ਼ ਲੈਣ ਤੋਂ ਨਹੀਂ ਡਰਨਾ ਚਾਹੀਦਾ। ਸਾਡਾ, ਮੇਰਾ ਤੇ ਕੁਨਾਲ ਦਾ ਪਹਿਲਾ ਪੋਡਕਾਸਟ। ਮੈਂ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਸ ਵੀ ਮੈਂਸ਼ਨ ਕਰ ਦੂੰਗਾ। ਫੀਲ ਫਰੀ ਟੂ ਚੈੱਕ ਹਿਮ ਆਊਟ। ਜੇ ਤੁਹਾਨੂੰ ਨਾ ਪਸੰਦ ਆਏ ਤਾਂ ਨਾ ਫੋਲੋ ਕਰਿਓ, ਬਟ ਚੈੱਕ ਆਊਟ ਜ਼ਰੂਰ ਕਰਿਓ, ਫੇਰ ਹੀ ਫੋਲੋ ਕਰਿਓ ਇਫ ਯੂ ਜੈਨੂਇਨਲੀ ਲਾਈਕ ਇਟ। ਬਿਕੋਜ਼ ਐਜ਼ ਅ ਕੰਟੈਂਟ ਕ੍ਰੀਏਟਰ ਮੈਂ ਦੱਸਾਂ, ਮੈਂ ਉਹੀ ਚਾਹੂੰਗਾ ਮੈਨੂੰ ਉਹੀ ਫੋਲੋ ਕਰੇ ਜਿਹਨੂੰ ਕੰਟੈਂਟ ਪਸੰਦ ਆਇਆ, ਨਾ ਕਿ ਐਵੇਂ ਹੀ ਕੋਈ ਧੱਕੇ ਨਾ ਕਰਦੇ, ਕਿਉਂਕਿ ਮੇਰੀ ਵੀ ਬੜੀ ਬਿਲਕੁਲ। ਮਿਹਨਤ ਜਾਂਦੀ, ਇਹਨਾਂ ਦੀ ਵੀ ਮਿਹਨਤ ਜਾਂਦੀ। ਸੋ ਇਟ ਮੀਨਸ ਅ ਲੋਟ ਕਿ ਕੋਈ ਤੁਹਾਨੂੰ ਤੁਹਾਡੇ ਕੰਮ ਲਈ ਫੋਲੋ ਕਰੇ, ਨਾ ਕਿ ਕਿਸੇ ਨੇ ਕਿਹਾ ਵਾ ਫੋਲੋ ਕਰ ਲਓ। ਸੋ ਅਸੀਂ ਅੱਗੇ ਵੀ ਇਹੋ ਜਿਹੇ ਪੋਡਕਾਸਟ ਲਿਆਵਾਂਗੇ, ਇਹੋ ਜਿਹੇ ਹਾਂਜੀ। ਡਿਸਕਸ਼ਨਸ ਕਰਾਂਗੇ। ਇਹ ਪਹਿਲਾ ਹੀ। ਹੋਪ ਯੂ ਗਾਇਜ਼ ਲਾਈਕਡ ਇਟ। ਮਿਲਾਂਗੇ ਅਗਲੀ ਵਾਰ। ਥੈਂਕ ਯੂ ਐਂਡ ਬਾਏ। ਕੁਨਾਲ ਤੁਸੀਂ ਵੀ ਬਾਏ ਕਰਨੀ? ਥੈਂਕ ਯੂ ਆਲ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਬਾਏ ਬਾਏ।